ਕੌਣ ਹੋ ਤੁਸੀਂ? ਅਚਾਨਕ 3 ਮਹੀਨਿਆਂ 'ਚ ਕਿੱਥੋਂ ਆਏ? ਪੰਜਾਬ ਦਾ ਮਾਹੌਲ ਠੀਕ ਕਰਨ ਆਏ ਹੋ ਦੁਬਈ ਤੋਂ ਇੱਥੇ ਪੰਜਾਬ? ਤੁਸੀਂ ਕੁਰਬਾਨੀ ਦੀ ਗੱਲ ਕਰਦੇ ਹੋ, ਸੀਸ ਦੇਣ ਦੀ ਗੱਲ ਕਰਦੇ ਹੋ। ਤੁਹਾਡਾ ਪਰਿਵਾਰ ਇਹਨਾਂ ਚੀਜ਼ਾਂ ਤੋਂ ਕਨਵਿੰਸ ਹੈ ਜਿਹੜੇ ਰਾਹ ਤੇ ਤੁਸੀਂ ਤੁਰੇ ਹੋ? ਪਰਿਵਾਰ ਵੀ ਕਿਤੇ ਕੱਲ ਨੂੰ ਲੱਗੇ ਵੀ ਉਹਨਾਂ ਨੂੰ ਫਿਰ ਅਸੀਂ ਉਹਨਾਂ ਨੂੰ ਵੀ ਫਤਿਹ ਬੁਲਾ ਦੇਵਾਂਗੇ। ਦੀਪ ਸਿੱਧੂ ਨਾਲ ਜਦੋਂ ਤੁਹਾਡੀ ਗੱਲ ਹੁੰਦੀ ਸੀ ਕੀ ਗੱਲਾਂ ਹੁੰਦੀਆਂ ਸੀ ਪੰਜਾਬ ਦੇ ਮਾਹੌਲ ਨੂੰ ਲੈ ਕੇ? ਦੇਖੋ, ਸਾਡੀ ਬਹੁਤੀ ਗੱਲਬਾਤ ਤੇ ਪੰਥਕ ਮਸਲਿਆਂ ਤੇ ਹੋਈ ਹੈ। ਪੰਜਾਬ ਦੇ ਉੱਤੇ ਕੀ ਕੁਝ ਵਾਪਰ ਰਿਹਾ ਉਸ ਨੂੰ ਲੈ ਕੇ ਪੰਜਾਬ ਦੀਆਂ ਦੂਜੀਆਂ ਧਿਰਾਂ ਕੀ ਕਰ ਰਹੀਆਂ, ਕਿਵੇਂ ਕੰਮ ਕਰ ਰਹੀਆਂ। ਕੁਝ ਤਰ੍ਹਾਂ ਨੇ ਉਹਦੇ ਤੇ ਕਾਫੀ ਬਹੁਤ ਅਟੈਕ ਵੀ ਕੀਤੇ, ਪੰਥਕ ਹੀ ਤਰ੍ਹਾਂ ਸਨ ਤੇ ਹਰ ਇੱਕ ਨੂੰ ਲੱਗਦਾ ਸੀ ਵੀ ਉਹ ਬੰਦਾ ਕਿਸੇ ਦਾ ਚਲਾਇਆ ਚੱਲ ਰਿਹਾ। ਉਹਦਾ ਇਹ ਸੀ ਵੀ ਧਰਮ ਪ੍ਰਚਾਰ ਵਾਲੇ ਪਾਸੇ ਆਉਣਾ ਜ਼ਰੂਰੀ ਹੈ। ਉਹਨਾਂ ਨੇ ਵੀ ਸੋਚਿਆ ਸੀ ਮੈਂ ਅੰਮ੍ਰਿਤ ਛਕਾਂਗਾ। ਹਾਂ, ਕਿਸਾਨ ਅੰਦੋਲਨ ਬੜੇ ਸ਼ਾਂਤਮਈ ਤਰੀਕੇ ਨਾਲ ਹੋਇਆ। ਕੀ ਤੁਹਾਨੂੰ ਲੱਗਦਾ ਹੈ ਕਿ ਹਥਿਆਰ ਜ਼ਰੂਰੀ ਨੇ? ਵੈਪਨ ਤੁਹਾਡੀ ਨੈਗੋਸ਼ੀਏਸ਼ਨ ਦੀ ਪਾਵਰ ਨੂੰ ਵਧਾਉਂਦੇ ਨੇ। ਸ਼ਸਤਰ ਕੇ ਅਧੀਨ ਹੈ ਰਾਜ ਦਾ ਅਰਥ ਇਹ ਹੀ ਹੈ ਵੀ ਤੁਸੀਂ ਇਹਨੂੰ ਵਰਤੋ ਨਾ ਵਰਤੋ ਵੱਖਰਾ ਵਿਸ਼ਾ ਹੈ। ਹੁਣ ਸਾਡੇ ਹੱਥ 'ਚ ਸ਼੍ਰੀ ਸਾਹਿਬ ਹੈ, ਤੇਗ ਹੈ। ਹੁਣ ਕੋਈ ਬੰਦਾ ਸਾਡੇ ਨਾਲ ਗੱਲ ਕਰਨ ਆਊਗਾ ਤੇ ਉਹ ਇਸ ਗੱਲ ਦਾ ਹੱਥ ਮਨ 'ਚ ਰੱਖ ਕੇ ਆਊਗਾ ਵੀ ਇਹਨਾਂ ਕੋਲ ਹੈਗਾ। ਉਸ ਤਰੀਕੇ ਦੀ ਨੈਗੋਸ਼ੀਏਸ਼ਨ ਹੋਊਗੀ। ਪਾਵਰਲੈਸ ਕੌਮਾਂ ਦੇ ਨਾਲ ਕੋਈ ਨੈਗੋਸ਼ੀਏਸ਼ਨ ਨਹੀਂ ਕਰਦਾ। ਜਦੋਂ ਦੇ ਤੁਸੀਂ ਦੁਬਈ ਤੋਂ ਪੰਜਾਬ ਆਏ ਹੋ ਕਿ ਕੇਂਦਰ ਸਰਕਾਰ ਦੇ ਨਾਲ, ਪੰਜਾਬ ਸਰਕਾਰ ਦੇ ਨਾਲ, ਕਿਸੇ ਨੁਮਾਇੰਦੇ ਨਾਲ, ਕਿਸੇ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਹੋਵੇ? ਨਹੀਂ, ਕੁਛ ਬਿਊਰੋਕ੍ਰੇਸੀ 'ਚ ਤੇ ਆਉਂਦਾ ਹੀ ਹੈ। ਭਾਵੇਂ ਉਹ ਆਪਣੀ ਤੁਹਾਨੂੰ ਸਮਝਣ ਆਉਂਦੇ ਹੋਣਗੇ ਜਾਂ ਫਿਰ ਇਨਫੋਰਮੇਸ਼ਨ ਲੈਣ ਆਉਂਦੇ ਜਾਂ ਸਾਡਾ ਕੀ ਪਲਾਨ ਹੈ ਉਹ ਸੁਣਨ ਆਉਂਦੇ ਨੇ। ਅਸੀਂ ਤੇ ਕਿਹਾ ਵੀ ਖੁੱਲੀ ਕਿਤਾਬ ਹੈ, ਕੋਈ ਲਿਕਾਸ਼ ਪਾ ਕੇ ਕੰਮ ਨਹੀਂ ਹੈਗਾ। ਅਸੀਂ ਹਕੂਮਤ ਨੂੰ ਇਹੋ ਗੱਲ ਕਹਿੰਦੇ ਹਾਂ ਵੀ ਸਾਡੇ ਨਾਲ ਬੇਸ਼ੱਕ ਤੁਸੀਂ ਨੈਗੋਸ਼ੀਏਟ ਕਰੋ ਜਾਂ ਨਾ ਕਰੋ, ਮੈਟਰ ਨਹੀਂ ਕਰਦਾ। ਤੁਸੀਂ ਇਸ ਚੀਜ਼ ਨੂੰ ਐਡਮਿਟ ਕਰ ਲਓ ਵੀ ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਔਰ ਸਿੱਖਾਂ ਨੂੰ ਅਸਿਮੀਲੇਟ ਨਹੀਂ ਕੀਤਾ ਜਾ ਸਕਦਾ, ਨਾ ਐਲੀਮੀਨੇਟ ਕੀਤਾ ਜਾ ਸਕਦਾ। ਜਾਤ ਪਾਤ ਨੂੰ ਲੈ ਕੇ ਇੰਟਰਕਾਸਟ ਮੈਰਿਜ ਤੇ ਤੁਹਾਡਾ ਕੀ ਵਿਚਾਰ ਹੈ? ਨਹੀਂ, ਦੇਖੋ, ਮੇਰਾ ਵਿਚਾਰ ਇਹ ਆ ਵੀ ਮੈਂ ਤੇ ਚਾਹੁੰਦਾ ਵੀ ਅਰੇਂਜ ਮੈਰਿਜਸ ਹੋਣੀ ਚਾਹੀਦੀਆਂ। ਜੇ ਆਪਾਂ ਅੰਮ੍ਰਿਤਧਾਰੀ ਹੋ ਗਏ ਫਿਰ ਤੇ 2 ਅੰਮ੍ਰਿਤਧਾਰੀ ਸਿੱਖ ਆਪਸ 'ਚ ਜਿਹੜਾ ਵਾ ਵਿਆਹ ਕਰਾ ਸਕਦੇ ਗੁਰੂ ਦੀ ਹਜ਼ੂਰੀ 'ਚ, ਉਹਨਾਂ ਨੂੰ ਕੋਈ ਨਹੀਂ ਰੋਕਦਾ। ਜਿਹੜੇ ਅੰਮ੍ਰਿਤਧਾਰੀ ਨਹੀਂ ਨੇ ਉਹਨਾਂ 'ਚ ਦੇਖੋ ਸਮਾਜਿਕ ਕਾਨੂੰਨ ਤੇ ਫਿਰ ਉਦਾਂ ਦਾ ਹੀ ਹੈ ਨਾ। ਸਿੱਖੀ ਦੇ ਵਿੱਚ ਦਾਖਲ ਤੇ ਜਾਤ ਕੁਲ ਨਾਸ ਕਦੋਂ ਕੀਤੀ ਹੈ ਗੁਰੂ ਨੇ? ਗੁਰੂ ਨੇ ਜਦੋਂ ਅੰਮ੍ਰਿਤ ਛਕਾਇਆ ਉਦੋਂ ਹੀ ਕਿਹਾ ਜਾਂਦਾ ਜਾਤ ਨਾਸ ਹੈ। ਪਹਿਲਾਂ ਤੇ ਨਾਸ ਨਹੀਂ ਹੁੰਦੀ ਜਾਤ। ਔਰ ਅਸੀਂ ਉਮੀਦ ਇਹ ਕਰਦੇ ਹਾਂ ਵੀ ਜਿਹੜੀ ਚੀਜ਼ ਸਾਡੇ ਫੇਵਰ 'ਚ ਜਾਂਦੀ ਉਹ ਤੇ ਅਪਲਾਈ ਹੋ ਜੇ, ਜਿਹੜੀ ਨਹੀਂ ਜਾਂਦੀ ਉਹਨੂੰ ਤੁਸੀਂ ਦੂਰ ਰੱਖੋ। ਧਰਮ ਨੂੰ ਪਿਕ ਐਂਡ ਚੂਜ਼ ਦਾ ਮਸਲਾ ਬਣਾਉਣਾ ਇਹ ਹੈ ਨਹੀਂ ਗਾ ਮਸਲਾ। ਖਾਲਿਸਤਾਨ ਦੀ ਤੁਹਾਡੀ ਕੀ ਡੈਫੀਨੇਸ਼ਨ ਹੈ? ਦੇਖੋ, ਖਾਲਿਸਤਾਨ ਦੀ ਡੈਫੀਨੇਸ਼ਨ ਸਾਡੀ ਤੇ ਖਾਲਸੇ ਰਾਜ ਤੋਂ ਹੀ ਹੈ। ਤੁਹਾਨੂੰ ਲੱਗਦਾ ਕਿ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਉਸ ਦਾ ਸਿੱਟਾ ਤੁਹਾਨੂੰ ਵੀ ਭੁਗਤਣਾ ਪੈ ਸਕਦਾ? ਸਿੱਟੇ ਦੇ ਭੁਗਤਣੇ ਅਸੀਂ ਵੈਸੇ ਵੀ ਭੁਗਤ ਰਹੇ ਹਾਂ, ਜਾਂ ਤੇ ਅਸੀਂ ਮੇਰੇ ਬੋਲਣ ਕਰਕੇ ਭੁਗਤੀਏ। ਕਈ ਵਾਰੀ ਗੱਲ ਕਰਦੇ ਤੁਸੀਂ ਬਹੁਤ ਤੱਤੇ ਹੋ ਜਾਂਦੇ ਹੋ। ਜਿੰਨਾ ਚਿਰ ਅਸੀਂ ਇਹ ਨਹੀਂ ਸਮਝਦੇ ਉਹਨਾਂ ਚਿਰ ਐਵੇਂ ਗੱਲਾਂ ਕਰੀ ਜਾਈਏ ਵੀ ਰਾਜ ਜ਼ਰੂਰੀ ਨਹੀਂ ਹੈਗਾ। ਜਿਹਨੂੰ ਨਹੀਂ ਲੱਗਦਾ ਨਾ ਜ਼ਰੂਰੀ ਨਾ ਰਵੇ ਪੰਜਾਬ ਦੇ ਵਿੱਚ। ਉਹ ਜਿਹਨੂੰ ਹਿੰਦੁਸਤਾਨ ਦਾ ਰਾਜ ਵਧੀਆ ਲੱਗਦਾ ਉੱਥੇ ਰਹੀ ਜਾਣ, ਕੋਈ ਗੱਲ ਨਹੀਂ। ਪਰ ਅਜੇ ਪੰਜਾਬ ਨੂੰ ਤੁਸੀਂ ਭਾਰਤ ਤੋਂ ਵੱਖ ਸਮਝਦੇ ਹੋ? ਪੰਜਾਬ ਹਮੇਸ਼ਾ ਤੋਂ ਭਾਰਤ ਤੋਂ ਵੱਖ ਰਿਹਾ ਹੈ। ਤੁਹਾਡਾ ਬਲੂਪ੍ਰਿੰਟ ਕੀ ਹੈ? ਬਲੂਪ੍ਰਿੰਟ ਦੇਖੋ ਸਾਡਾ ਤੇ ਇਹੋ ਹੀ ਹੈ, ਖਾਲਸੇ ਦਾ ਰਾਜ ਉਦੋਂ ਹੋਣਾ ਜਿੱਦਣ ਅਸੀਂ ਖਾਲਸੇ ਬਣ ਗਏ। ਪਰ ਤੁਹਾਨੂੰ ਲੱਗਦਾ ਹੈ ਕਿ ਜੋ ਸਿੱਖ ਨੇ ਉਹਨਾਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ? ਸਾਰਿਆਂ ਨੂੰ। ਕਈਆਂ ਦੇ ਵਿੱਚ ਇੱਕ ਭੈ ਵੀ ਦੇਖਣ ਨੂੰ ਮਿਲ ਰਿਹਾ ਕਿ ਪਤਾ ਨਹੀਂ ਅੱਗੇ ਪੰਜਾਬ ਦਾ ਮਾਹੌਲ ਕਿਵੇਂ ਹੋਵੇਗਾ, ਮਾਹੌਲ ਵਿਗਾੜ ਦੇਵੇਗਾ ਅੰਮ੍ਰਿਤਪਾਲ ਸਿੰਘ। ਪਹਿਲਾਂ ਹੀ ਮਾਹੌਲ ਮਾੜਾ ਸੀ। ਮੇਰੇ ਆਉਣ ਨਾਲ ਸਿਰਫ ਮਾਹੌਲ ਸ਼ਰੇਆਮ ਹੋ ਗਿਆ, ਪ੍ਰਤੱਖ। ਮੈਂ ਗੱਲਾਂ ਉਹੀ ਕੀਤੀਆਂ ਜਿਹੜੇ ਸਾਰੇ ਕਰਦੇ ਸੀ, ਪਰ ਕਿਸੇ ਨੇ ਇਹ ਗੱਲ ਬਲੰਟਲੀ ਨਹੀਂ ਸੀ ਕੀਤੀ। ਇਹ ਕਿਹਾ ਜਾਂਦਾ ਹੈ ਅੰਮ੍ਰਿਤਪਾਲ ਸਿੰਘ ਏਜੰਸੀਆਂ ਦਾ ਬੰਦਾ ਹੈ। ਇੱਦਾਂ ਹੀ ਸਾਡੇ ਲੋਕਾਂ ਦੇ ਵਿੱਚ ਇੱਕ ਆਦਤ ਬਣ ਗਈ ਹੈ ਵੀ ਜਿਹੜਾ ਬੰਦਾ ਇੰਨੀ ਨਿਡਰਤਾ ਤੇ ਇੰਨੀ ਮਤਲਬ ਵਿਦਆਊਟ ਐਨੀ ਫਿਲਟਰ ਬੋਲ ਰਿਹਾ, ਜਿਹੜਾ ਕੌਨਸੀਕੁਐਂਸਸ ਦੀ ਪਰਵਾਹ ਨਹੀਂ ਕਰਦਾ, ਉਹ ਬੰਦਾ ਆਪਣੇ ਸਿਰ ਬਸਿਰ ਨਹੀਂ ਕੁਝ ਕਰ ਸਕਦਾ। ਜਿਹੜੇ ਮੇਰੇ ਵਿਰੋਧੀ ਨੇ ਮਾਲਕ, ਕੌਣ ਨੇ ਤੁਹਾਡੇ ਵਿਰੋਧੀ? ਤੁਸੀਂ ਆਈਡੈਂਟੀਫਾਈ ਕੀਤਾ ਉਹਨਾਂ ਨੂੰ? ਮੈਂ ਆਈਡੈਂਟੀਫਾਈ ਕੀਤਾ ਵੀ ਕੀ ਤੁਹਾਨੂੰ ਬਾਹਰੋਂ ਪੈਸਾ ਆ ਰਿਹਾ, ਫੰਡਿੰਗ ਕਿੱਥੋਂ ਹੋ ਰਹੀ ਹੈ, ਸ਼ਸਤਰ ਕਿੱਥੋਂ ਆਏ, ਇਹ ਜੋ ਤਾਮਝਾਮ ਹੈ, ਇਹ ਜੋ ਪੂਰੀ ਸਿਕਿਉਰਿਟੀ ਹੈ, ਜਿਹੜੀ ਫੌਜ ਤੁਹਾਡੀ ਤਿਆਰ ਹੋ ਰਹੀ ਹੈ, ਇਹ ਪੈਸਾ ਕਿੱਥੋਂ ਆ ਰਿਹਾ? ਤੇ ਇੱਥੇ ਵਸਣਾ ਹੈ ਹੁਣ ਤੁਸੀਂ? ਹਾਂ, ਤੇ ਇੱਥੇ ਹੀ ਹੁਣ ਕਿੱਥੇ ਜਾਣਾ ਹੈ ਹੁਣ? ਨਾ ਜਾਣਾ ਹੈ ਨਾ ਜਾਣ ਦੀ ਕੋਈ ਇੱਛਾ ਹੈ। ਇਹ ਗੁਰਦੁਆਰਾ ਸਾਹਿਬ 'ਚ ਅਸੀਂ ਮੌਜੂਦ ਹਾਂ ਤੇ ਇਸੇ ਗੁਰਦੁਆਰਾ ਸਾਹਿਬ 'ਚ ਹੁਣ ਤੁਸੀਂ ਇੱਥੇ ਰਹਿਣ ਦਾ ਪ੍ਰਬੰਧ ਕਰ ਰਹੇ ਹੋ? ਹਾਂਜੀ, ਅਸੀਂ ਕਿਉਂਕਿ ਘਰ ਦੇ ਵਿੱਚ ਛੋਟੀ ਪੈ ਗਈ ਜਗ੍ਹਾ, ਸੰਗਤ ਆਉਂਦੀ ਹੈ ਬਹੁਤ ਤੇ ਉਹ ਫਿਰ ਘਰ ਹੀ ਹੁੰਦਾ ਹੈ ਤੇ ਅਸੀਂ ਗੁਰੂ ਦੀ ਹਾਜ਼ਰੀ 'ਚ ਹਜ਼ੂਰੀ 'ਚ ਹੀ ਜਿਹੜਾ ਵਾ ਸੰਗਤਾਂ ਨੂੰ ਮਿਲਣਾ ਚਾਹੁੰਦੇ ਹਾਂ। ਭਿੰਡਰਾਂਵਾਲੇ 2.0 ਤੁਹਾਨੂੰ ਕਿਹਾ ਜਾਂਦਾ ਹੈ। ਕਈ ਕਹਿੰਦੇ ਨੇ ਤੁਸੀਂ ਜਾਣ ਬੁੱਝ ਕੇ ਉਸ ਤਰ੍ਹਾਂ ਦਾ ਜੋ ਲੁੱਕ ਹੈ ਰੱਖ ਰਹੇ ਹੋ। ਹੁਣ ਮੈਂ ਇਹ ਤਾਂ ਨਹੀਂ ਹੈਗਾ ਵੀ ਮੈਂ ਕੋਈ ਮਤਲਬ ਬਚਪਨ ਦੇ ਵਿੱਚ ਕੋਈ ਦਵਾਈ ਖਾ ਲਈ ਵੀ ਮੇਰਾ ਕੱਦ ਉੱਡਾ ਹੋ ਜੇ, ਮੇਰਾ ਸਰੀਰ ਇਦਾਂ ਦਾ ਹੋ ਜੇ, ਇਹ ਤਾਂ ਗੱਲਾਂ ਹੁੰਦੀਆਂ। ਕਹਿੰਦੇ ਚਾਲ ਢਾਲ ਤੁਸੀਂ ਬਿਲਕੁਲ ਉਸ ਤਰ੍ਹਾਂ ਫੋਲੋ ਕਰਨਾ ਸ਼ੁਰੂ ਕਰ ਦਿੰਦੇ? ਪਹਿਲਾਂ ਦੀ ਵੀ ਮੇਰੀ ਚਾਲ ਢਾਲ ਇਦਾਂ ਦੀ ਹੈ। ਹਥਿਆਰਬੰਦ ਨੌਜਵਾਨ ਤੁਹਾਡੇ ਨਾਲ ਜ਼ਰੂਰ ਜਾਂਦੇ ਨੇ ਜਿੱਥੇ ਵੀ ਤੁਸੀਂ ਵਿਚਰਦੇ ਹੋ। ਇਹ ਬਹੁਤ ਖੂਬਸੂਰਤੀ ਦੀ ਗੱਲ ਹੈ ਵੀ ਇੱਥੇ ਸ਼ਸਤਰ ਨੇ
ਹੁਣ ਇੱਥੇ ਕੋਈ ਜਣਾ ਖਣਾ ਆਣ ਕੇ ਤੁਸੀਂ ਬੈਠੇ ਜੋ, ਤੁਹਾਨੂੰ ਕੋਈ ਇਹਨਾਂ ਤੋਂ ਖਤਰਾ ਮਹਿਸੂਸ ਨਹੀਂ ਹੋਣਾ, ਕਿਉਂਕਿ ਇਹ ਨੌਜਵਾਨ ਹਥਿਆਰ ਤੇ ਇਹਨਾਂ 'ਚ ਹੱਥ 'ਚ ਹੋਣੇ ਚਾਹੀਦੇ ਨਾ, ਜਿਹੜੇ ਗੁਰੂ ਦੇ ਲੜ ਲੱਗੇ ਨੇ, ਜਾਂ ਉਹਨਾਂ ਦੇ ਹੱਥ 'ਚ ਜਿਹੜੇ ਚਿੱਟਾ ਪੀਂਦੇ ਉਹ ਤੇ ਲਈ ਫਿਰਦੇ ਨੇ। ਇੱਥੇ ਕਿਸੇ ਨੂੰ ਲੁੱਟਣ ਆਉਣਾ ਹੋਵੇ ਉਹ ਤੇ 2 ਨੰਬਰ 'ਚ ਲਈ ਫਿਰਦਾ ਹਥਿਆਰ। ਸੋ ਸਾਡੇ ਤੇ ਇਤਰਾਜ਼ ਕਿਉਂ? ਕਿਉਂਕਿ ਅਸੀਂ ਧਰਮ ਦੇ ਰਾਹ ਤੇ ਤੁਰੇ ਹਾਂ। ਸਤਿ ਸ਼੍ਰੀ ਅਕਾਲ, ਮੈਂ ਹਰਸ਼ਦੀਪ ਕੌਰ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਅੰਮ੍ਰਿਤਪਾਲ ਸਿੰਘ ਇਸ ਨਾਮ ਦੀ ਖੂਬ ਚਰਚਾ ਹੋ ਰਹੀ ਹੈ, ਪੰਜਾਬ 'ਚ ਵੀ ਤੇ ਪੰਜਾਬ ਤੋਂ ਬਾਹਰ ਵੀ। ਕਈ ਸਿੱਖਾਂ ਨੇ, ਕਈ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਲੀਡਰ ਮੰਨਿਆ ਹੈ ਤੇ ਕੁਝ ਕਹਿ ਰਹੇ ਨੇ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ, ਕੁਝ ਕਹਿ ਰਹੇ ਨੇ ਪਿੰਡਰਾਵਾਲੇ ਦਾ ਰੂਪ ਹੈ ਤੇ ਕੁਝ ਕਹਿ ਰਹੇ ਨੇ ਏਜੰਸੀਆਂ ਦਾ ਬੰਦਾ ਹੈ। ਖੈਰ ਬਹੁਤ ਸਾਰੇ ਸਵਾਲ ਨੇ, ਵਿਵਾਦ ਵੀ ਅੰਮ੍ਰਿਤਪਾਲ ਸਿੰਘ ਦੇ ਨਾਮ ਨਾਲ ਜੁੜੇ। ਜਦੋਂ ਮੈਂ ਇਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਆਣਾ ਸੀ ਤੇ ਮੈਂ ਕਈ ਲੋਕਾਂ ਨਾਲ ਗੱਲ ਕੀਤੀ ਕਿ ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਕਿਵੇਂ ਵੇਖਦੇ ਹੋ, ਤਾਂ ਕਹਿਣ ਲੱਗੇ ਬਹੁਤ ਚੰਗੀਆਂ ਗੱਲਾਂ ਕਰਦੇ ਨੇ, ਮੁੱਦੇ ਚੁੱਕ ਰਹੇ ਨੇ, ਪਰ ਕੁਝ ਕਹਿ ਨਹੀਂ ਸਕਦੇ ਉਹਨਾਂ ਦੀ ਪਰਸਨੈਲਿਟੀ ਬਾਰੇ। ਉਹਨਾਂ ਲੋਕਾਂ ਦੀ ਕਨਫਿਊਜ਼ਨ 'ਚ ਇੱਕ ਮੈਂ ਡਰ ਮਹਿਸੂਸ ਕੀਤਾ ਕਿ ਪੰਜਾਬ ਨੂੰ ਹੋਰ ਬਰਬਾਦ ਨਾ ਕਰੋ, ਸਾਨੂੰ ਕੋਈ ਐਸਾ ਲੀਡਰ ਨਹੀਂ ਚਾਹੀਦਾ ਜਿਹੜਾ ਪੰਜਾਬ ਦੀਆਂ ਭਾਵਨਾਵਾਂ ਨਾਲ ਖੇਡੇ, ਉਹਨਾਂ ਨੂੰ ਭੜਕਾਵੇ ਤੇ ਬਾਅਦ 'ਚੋਂ ਛੱਡ ਕੇ ਚਲਾ ਜਾਏ, ਲੱਭੇ ਨਾ। ਅੰਮ੍ਰਿਤਪਾਲ ਸਿੰਘ ਦੀ ਪਰਸਨੈਲਿਟੀ ਨੂੰ ਲੈ ਕੇ ਕਿੱਥੋਂ ਆਏ, ਕਿਉਂ ਆਏ, ਕੀ ਮਕਸਦ ਹੈ? ਅਸੀਂ ਅੱਜ ਇਹਨਾਂ ਸਾਰੇ ਸਵਾਲਾਂ ਦੇ ਇਹਨਾਂ ਤੋਂ ਜਵਾਬ ਲਵਾਂਗੇ। ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਪੰਜਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਕਸਦ ਬਾਰੇ ਪੁੱਛਿਆ ਜਾਂਦਾ ਹੈ, ਕਿਸ ਮਕਸਦ ਦੇ ਨਾਲ ਤੁਸੀਂ ਦੁਬਈ ਤੋਂ ਪੰਜਾਬ ਆਏ? ਦੇਖੋ, ਮਕਸਦ ਇੱਕੋ ਇੱਕ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਸਿੱਖੀ ਦੀ ਦੁਰਦਸ਼ਾ ਹੋ ਰਹੀ ਹੈ, ਸਿੱਖਾਂ ਦੀ ਦੁਰਦਸ਼ਾ ਹੋ ਰਹੀ, ਨੌਜਵਾਨ ਨਸ਼ਿਆਂ ਨਾਲ ਮਰ ਰਹੇ ਨੇ ਇੱਥੇ। ਫਿਰ ਨੌਜਵਾਨ ਇੱਥੋਂ ਛੱਡ ਕੇ ਵਿਦੇਸ਼ਾਂ 'ਚ ਜਾਣ ਨੂੰ ਮਜਬੂਰ ਹੋ ਗਏ ਨੇ। ਪੰਜਾਬੀ ਬੋਲੀ ਜਿਹੜੀ ਆ ਉਹ ਖਤਮ ਕੀਤੀ ਜਾ ਰਹੀ ਹੈ ਏਜੰਡੇ ਦੇ ਤਹਿਤ। ਪੰਜਾਬ ਦੇ ਪਾਣੀਆਂ ਦੇ ਮਸਲੇ, ਕੁੱਲ ਮਿਲਾ ਕੇ ਪੰਜਾਬ ਦੇ ਉੱਤੇ ਜਿਹੜੀ ਗੁਲਾਮੀ ਹੈ, ਜਿਹੜੀ ਇਹ ਇੰਪੋਜੀਸ਼ਨ ਸਲੇਵਰੀ ਹੈ, ਜਿਹੜੀ ਇਹਦੇ ਖਿਲਾਫ ਜਿਹੜਾ ਸੰਘਰਸ਼ ਕਰਨ ਲਈ ਪੰਜਾਬ ਆਏ, ਇਹੋ ਹੀ ਮਕਸਦ ਹੈ। ਹੋਰ ਇਹਦੇ 'ਚ ਕੋਈ ਨਿੱਜੀ ਮਕਸਦ ਸਾਡਾ ਨਹੀਂ ਹੈਗਾ ਕਿਸੇ ਕਿਸਮ ਦਾ। ਅਗਰ ਤੁਹਾਡੇ ਪਰਿਵਾਰ ਦੀ ਮੈਂ ਗੱਲ ਕਰਾਂ, ਤੁਹਾਡਾ ਪਿਛੋਕੜ ਕੀ ਹੈ? ਤੁਹਾਡੇ ਪਰਿਵਾਰ 'ਚ ਕੌਣ-ਕੌਣ ਹੈ? ਕਿ ਤੁਹਾਡਾ ਪੂਰਾ ਪਰਿਵਾਰ ਵੀ ਇੱਥੇ ਦੁਬਈ ਤੋਂ ਇੱਥੇ ਪੰਜਾਬ ਆ ਗਿਆ, ਇਸ ਪਿੰਡ 'ਚ ਰਹਿਣਾ ਸ਼ੁਰੂ ਹੋ ਗਿਆ? ਨਹੀਂ, ਪਹਿਲਾਂ ਵੀ ਸਾਡੇ ਪਰਿਵਾਰ ਦੇ ਬਹੁਤੇ ਜੀ ਪਿੰਡ ਹੀ ਰਹਿੰਦੇ ਸਨ। ਦੁਬਈ ਦੇ ਸਿਰਫ ਕਾਰੋਬਾਰ ਵਾਸਤੇ ਜਿਹੜੇ ਸੀ ਕੁਛ ਸਾਡੇ ਜਿਹੜੇ ਬਾਪੂ ਜੀ ਤੇ ਚਾਚੇ ਤਾਏ ਗਏ ਸਨ। ਮਾਤਾ ਹੁਣੀ ਤੇ ਚਾਚੀਆਂ ਤਾਈਆਂ ਸਾਰੇ ਇੱਥੇ ਹੀ ਰਹਿੰਦੇ ਸਨ ਪੰਜਾਬ 'ਚ ਹੀ। ਉਹ ਹੁਣ ਜਿਹੜੇ ਨੇ ਤਕਰੀਬਨ ਬੰਦੇ ਸਾਡੇ ਇੱਥੇ ਹੀ ਨੇ ਅਜੇ ਵੀ ਪੰਜਾਬ 'ਚ, ਤੇ ਕੁਛ ਕੁ ਸਾਡੇ ਪਰਿਵਾਰਕ ਮੈਂਬਰ ਕੈਨੇਡਾ 'ਚ ਨੇ, ਉਹ ਲੰਮੇ ਸਮੇਂ ਤੋਂ ਉੱਥੇ ਰਹਿ ਰਹੇ ਨੇ। ਤੇ ਤੁਸੀਂ ਆਪਣੀ ਜ਼ਿੰਦਗੀ 'ਚ ਕੇਸ ਪਹਿਲੀ ਵਾਰੀ ਰੱਖੇ ਨੇ? ਨਹੀਂ, ਮੈਂ ਬਚਪਨ ਤੋਂ ਕੇਸ ਰੱਖੇ ਹੋਏ ਸਨ, ਤੇ ਜਦੋਂ ਮੈਂ ਕਾਲਜ ਜਾਣ ਲੱਗਾ ਸੀ ਉਦੋਂ ਮੈਂ ਆਪਣੇ ਕੇਸ ਕਤਲ ਕਰਾਤੇ ਸੀ। ਦੁਬਈ 'ਚ ਜਾਂ ਉਦੋਂ ਇੱਥੇ ਪੰਜਾਬ 'ਚ? ਇੱਥੇ ਪੰਜਾਬ 'ਚ। ਮੈਂ 20 ਸਾਲ ਦੀ ਉਮਰ ਤੱਕ ਇੱਥੇ ਹੀ ਰਿਹਾ, 19 ਸਾਲ ਦੀ ਉਮਰ ਤੱਕ। ਦੁਬਈ ਮੈਂ 2012 'ਚ ਗਿਆ ਸੀ ਤੇ ਉਦੋਂ ਮੈਂ ਕੇਸ ਕਤਲ ਕਰਵਾਤੇ ਸੀ ਆਪਣੇ। ਤੇ ਫਿਰ ਜਿਹੜੇ ਮੈਂ ਕੇਸ ਰੱਖੇ ਨੇ ਪਿਛਲੇ ਸਾਲ ਨਵੰਬਰ 'ਚ ਰੱਖੇ ਨੇ ਕੇਸ। ਤੇ ਜਿਵੇਂ ਤੁਸੀਂ ਆਪਣੀਆਂ ਸਪੀਚਾਂ ਮੈਂ ਤੁਹਾਡੀਆਂ ਸੁਣਦੀ ਹਾਂ, ਉਹ 'ਚ ਤੁਸੀਂ ਕੁਰਬਾਨੀ ਦੀ ਗੱਲ ਕਰਦੇ ਹੋ, ਸੀਸ ਦੇਣ ਦੀ ਗੱਲ ਕਰਦੇ ਹੋ, ਕਿ ਤੁਹਾਡਾ ਪਰਿਵਾਰ ਇਹਨਾਂ ਚੀਜ਼ਾਂ ਤੋਂ ਕਨਵਿੰਸ ਹੈ? ਜਿਹੜੇ ਰਾਹ ਤੇ ਤੁਸੀਂ ਤੁਰੇ ਹੋ, ਤੁਹਾਡੇ ਪਿੱਛੇ ਇੱਕ ਵੱਡਾ ਕਾਫਲਾ ਨਾਲ ਜੁੜਦਾ ਜਾ ਰਿਹਾ ਹੈ, ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਇਸ ਚੀਜ਼ 'ਚ ਪੂਰਾ ਸਹਿਯੋਗ ਦੇ ਰਿਹਾ, ਉਹ ਤੁਹਾਡੇ ਨਾਲ ਹੈ? ਦੇਖੋ, ਅਜੇ ਤੱਕ ਤੇ ਉਹਨਾਂ ਦਾ ਪੂਰਾ ਸਹਿਯੋਗ ਹੈ। ਪਰਿਵਾਰ ਅੰਮ੍ਰਿਤਧਾਰੀ ਹੈ ਸ਼ੁਰੂ ਤੋਂ ਹੀ, ਗੁਰਸਿੱਖ ਨੇ, ਤੇ ਇਸ ਇਲਾਕੇ ਦੇ ਵਿੱਚ ਸੰਘਰਸ਼ੀ ਇਲਾਕਾ ਹੋਣ ਦਾ ਕਰਕੇ ਇੱਥੇ ਖਾੜਕੂਵਾਦ ਦਾ ਪੂਰਾ ਜ਼ੋਰ ਰਿਹਾ। ਸੋ ਇੱਥੋਂ ਦੇ ਸਾਰੇ ਹੀ ਲੋਕ ਜਿਹੜੇ ਨੇ ਇਹਨਾਂ ਗੱਲਾਂ ਨੂੰ ਬਹੁਤਾ ਟੈਬੂ ਨਹੀਂ ਸਮਝਦੇ। ਇੱਥੇ ਇਹ ਗੱਲਾਂ ਬੜੀਆਂ ਆਮ ਨੇ ਵੀ ਸਿਰ ਦੇਣਾ ਜਿਹੜਾ ਜ਼ਰੂਰੀ ਹੈ ਧਰਮ ਦੀ ਖਾਤਰ। ਸੋ ਅੱਜ ਪਰਿਵਾਰ ਵੀ ਸਹਿਯੋਗੀ ਹੈ। ਵੈਸੇ ਸਾਡਾ ਪਰਿਵਾਰ ਜਦੋਂ ਅੰਮ੍ਰਿਤ ਛਕ ਲਈਏ ਫਿਰ ਪੰਥ ਪਰਿਵਾਰ ਬਣ ਜਾਂਦਾ ਵੱਡੇ ਰੂਪ ਦੇ ਵਿੱਚ, ਤੇ ਮਾਤਾ ਪਿਤਾ ਗੁਰੂ ਸਾਹਿਬ ਨੇ। ਸੋ ਉਹਦੇ ਮਸਲੇ 'ਚ ਜੇ ਪਰਿਵਾਰ ਵੀ ਕਿਤੇ ਕੱਲ੍ਹ ਨੂੰ ਲੱਗੇ ਵੀ ਉਹਨਾਂ ਨੂੰ, ਫਿਰ ਅਸੀਂ ਉਹਨਾਂ ਨੂੰ ਵੀ ਫਤਿਹ ਬੁਲਾ ਦਿਆਂਗੇ, ਕਿਉਂਕਿ ਹੁਣ ਜਿਹੜਾ ਮਕਸਦ ਜੀਵਨ ਦਾ ਉਹ ਇਕੱਲੇ ਆਪਣੇ ਨਿੱਜੀ ਪਰਿਵਾਰ ਤੱਕ ਸੀਮਿਤ ਨਹੀਂ, ਪੰਥਕ ਰੂਪ ਜਿਹੜਾ ਪਰਿਵਾਰ ਹੈ ਉਹਦੇ ਤੱਕ ਸੀਮਿਤ ਹੈ। ਤੁਹਾਨੂੰ ਇਹ ਸੋਝੀ ਕਦੋਂ ਆਈ ਕਿ ਤੁਸੀਂ ਇਸ ਰਸਤੇ ਤੇ ਚੱਲਣਾ ਹੈ? ਤੁਸੀਂ ਬਿਲਕੁਲ ਕਿਹਾ ਕਿ ਤੁਸੀਂ 20 ਸਾਲ ਦੀ ਉਮਰ ਤੱਕ ਕੇਸ ਰੱਖੇ ਸੀ, ਕਾਲਜ ਜਾਣ ਵੇਲੇ ਕੇਸ ਤੁਸੀਂ ਕਤਲ ਕਰਵਾਏ, ਉਸ ਤੋਂ ਬਾਅਦ ਹੁਣ ਕਿ ਤੁਸੀਂ ਇਸ ਰਸਤੇ 'ਚ ਚੱਲਣਾ ਹੈ, ਉਹ ਕਿਵੇਂ ਸੋਝੀ ਆਈ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਸ ਹੁੰਦਾ ਹੈ। ਜਦੋਂ ਕੇਸ ਕਤਲ ਕਰਾਉਣੇ ਸੀ ਉਦੋਂ ਵੀ ਤਰਕ ਕਤਰਕ ਕਰਕੇ 100 ਬਹਾਨੇ ਕੋਝੇ। ਪਰਿਵਾਰ ਮੇਰਾ ਇਸ ਗੱਲ ਦੇ ਬਹੁਤ ਖਿਲਾਫ ਸੀ ਉਸ ਮੌਕੇ ਦੇ ਉੱਤੇ, ਪਰ ਮੈਂ ਬੜੇ ਬਹਾਨੇ ਲੱਭ ਲਏ ਵੀ ਕਿਉਂ ਜ਼ਰੂਰੀ ਹੈ, ਕੇਸਾਂ ਦੀ ਕੋਈ ਮਹੱਤਤਾ ਨਹੀਂ। ਉਹ ਇੱਕ ਉਮਰ ਹੁੰਦੀ ਹੈ, ਉਸ ਉਮਰ ਦੇ ਪੜਾਅ ਦੇ ਵਿੱਚ ਭਟਕਣਾ ਹੁੰਦੀ ਹੈ ਹਰ ਨੌਜਵਾਨ ਦੀ। ਇੱਕ ਇੱਥੇ ਮਾਹੌਲ ਇੱਦਾਂ ਦਾ ਹੈ ਵੀ ਕੇਸਾਂ ਦੀ ਮਹੱਤਤਾ ਬਾਰੇ, ਸਿੱਖੀ ਬਾਰੇ, ਪ੍ਰਚਾਰ ਪ੍ਰਸਾਰ ਬਾਰੇ ਸਾਡੇ ਲੋਕਾਂ 'ਚ ਆਪਣੀ ਪਛਾਣ ਦੇ ਪ੍ਰਤੀ ਇੱਕ ਹੀਣਤਾ ਆ ਗਈ, ਇਨਫੀਰੀਟੀ ਦਾ ਕੰਪਲੈਕਸ ਹੈ ਵੀ ਨੌਜਵਾਨਾਂ ਦੇ ਵਿੱਚ। ਸੋ ਜਦੋਂ ਹੀ ਜਵਾਨੀ 'ਚੋਂ ਪੈਰ ਧਰਦੇ ਨੇ ਤੇ ਉਹ ਕੇਸ ਕਤਲ ਕਰਾ ਦਿੰਦੇ। ਅਸੀਂ ਵੀ ਇਸ ਗੱਲ ਦਾ ਸ਼ਿਕਾਰ ਹੋਏ ਹਾਂ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ। ਜਦੋਂ ਬਾਅਦ 'ਚ ਅਸੀਂ ਬਾਹਰ ਗਏ ਤੇ ਉੱਥੇ ਜਦੋਂ ਆਪਣੀ ਪਛਾਣ ਦੇ ਪ੍ਰਤੀ
ਜਿਹੜੀ ਇੱਕ ਖਿੱਚ ਹੈ ਪੰਜਾਬ ਦੇ ਪ੍ਰਤੀ ਉਹ ਜਾਗੀ। ਫਿਰ ਉਹਦੇ ਨਾਲ ਧਰਮ ਦੇ ਪਾਸੇ ਵੱਲ ਜਿਹੜਾ ਝੁਕਾਅ ਬਚਪਨ ਤੋਂ ਹੀ ਸੀ ਉਹ ਫਿਰ ਮੁੜ ਜਾਗਿਆ ਤੇ ਉਹ ਹੌਲੀ ਹੌਲੀ ਜਿਵੇਂ ਜਿਵੇਂ ਸੰਘਰਸ਼ ਅੱਗੇ ਵਧਿਆ ਉਸ ਤਰੀਕੇ ਨਾਲ ਫਿਰ ਇਸ ਪਾਸੇ ਨੂੰ ਜਿਹੜਾ ਮੋੜਾ ਪੈ ਗਿਆ। ਕੋਈ ਇੱਕ ਦਿਨ ਐਸਾ ਨਹੀਂ, ਕੋਈ ਘਟਨਾ ਐਸੀ ਨਹੀਂ ਵੀ ਜਿਹੜੀ ਕੋਈ ਇਮੀਡੀਏਟ ਚੇਂਜ ਹੋਇਆ ਹੋਵੇ। ਇਹ ਮਤਲਬ ਪਹਿਲਾਂ ਹੀ ਸਿੱਖੀ ਦਾ ਪ੍ਰਭਾਵ ਪ੍ਰਸਾਰ ਸੀ ਪਰਿਵਾਰ ਦੇ ਵਿੱਚ ਵੀ ਤੇ ਮੇਰੇ 'ਤੇ ਵੀ। ਤੇ ਜਦੋਂ ਭਟਕੇ ਵੀ ਆ ਉਦੋਂ ਵੀ ਇਹ ਨਹੀਂ ਹੋਇਆ ਵੀ ਧਰਮ ਤੋਂ ਬਾਗੀ ਹੋਏ ਹੋਵਾਂਗੇ। ਕੇਸ ਕਤਲ ਕਰਾਏ ਨੇ ਪਰ ਸ਼ਹੀਦਾਂ ਦਾ ਸਤਿਕਾਰ, ਗੁਰੂ ਸਾਹਿਬ ਦਾ ਸਤਿਕਾਰ ਕਦੇ ਵੀ ਦਿਲ 'ਚੋਂ ਨਹੀਂ ਗਵਾਇਆ। ਉਹ ਗੁਰਦੁਆਰੇ ਸਾਹਿਬ ਦੀ ਜਿਹੜੀ ਮਹਿਮਾ ਹੈ ਉਹ ਹਮੇਸ਼ਾ ਹੀ ਰੱਖੀ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਇਸ ਪਾਸੇ ਲਿਆਂਦਾ। ਤੁਸੀਂ ਕਿਹੜੇ ਸਾਲ ਦੁਬਈ ਗਏ ਸੀ? 2012 ਦੇ ਵਿੱਚ। ਤੇ ਤੁਸੀਂ ਵਾਪਸੀ ਕੀਤੀ 2022 ਚ 10 ਸਾਲ। ਉਸ ਤੋਂ ਪਹਿਲਾਂ ਆਂਦੇ ਰਹੇ ਤੁਸੀਂ ਪੰਜਾਬ ਜਾਂ ਭਾਰਤ? ਮੈਂ 3 ਵਾਰੀ ਆਇਆ। ਇੱਕ ਵਾਰੀ 2013 ਚ ਆਇਆ ਤੇ ਇੱਕ ਵਾਰੀ 16 ਚ ਤੇ ਫਿਰ 19 ਦੇ ਵਿੱਚ 2 ਦਿਨ ਵਾਸਤੇ ਆਇਆ ਸੀ। ਜ਼ਿਆਦਾ ਮੈਂ ਆਇਆ ਨਹੀਂ ਪੰਜਾਬ ਦੇ ਵਿੱਚ। ਕਿਸਾਨ ਅੰਦੋਲਨ 'ਚ ਨਹੀਂ ਸ਼ਾਮਿਲ ਹੋਏ ਤੁਸੀਂ? ਉੱਥੋਂ ਅਸੀਂ ਦੇਖਦੇ ਸੀ ਤੁਹਾਡੀਆਂ ਵੀਡੀਓਜ਼ ਆਉਂਦੀਆਂ ਸੀ, ਤੁਸੀਂ ਦੀਪ ਸਿੱਧੂ ਨੂੰ ਸਪੋਰਟ ਕਰਦੇ ਸੀ, ਉਹ ਪੂਰਾ ਤੁਹਾਡਾ ਲਾਈਵ ਦੇਖਦੇ ਰਹੇ ਆ ਉਸ ਦੌਰਾਨ। ਹਾਂਜੀ, ਉਸ ਮੌਕੇ ਦੇ ਉੱਤੇ ਆਪਾਂ ਬਾਹਰ ਹੀ ਸੀ, ਇੱਥੇ ਨਹੀਂ ਸੀ ਆਏ। ਤੇ ਤੁਸੀਂ ਦੀਪ ਸਿੱਧੂ ਦੀ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਹੈ ਉਹਦੇ ਮੁਖੀ ਬਣੇ, ਇਹ ਸਬਬ ਕਿਵੇਂ ਬਣੀਆਂ? ਕਿਸ ਤਰ੍ਹਾਂ ਤੁਸੀਂ ਇਧਰਲੇ ਪਾਸੇ ਆਏ? ਕਦੋਂ ਤੁਸੀਂ ਦੀਪ ਸਿੱਧੂ ਨਾਲ ਕੰਟੈਕਟ ਦੇ ਵਿੱਚ ਆਏ? ਦੇਖੋ, ਦੀਪ ਸਿੱਧੂ ਬਾਈ ਨਾਲ, ਵੀਰ ਨਾਲ ਮੇਰਾ ਕੰਟੈਕਟ ਜਿਹੜਾ ਸੀ ਉਹ 1-2 ਵਾਰ ਸ਼ੰਭੂ ਮੋਰਚੇ ਤੇ ਹੋਇਆ ਸੀ, ਪਰ ਬਹੁਤਾ ਜਿਹੜਾ ਸੀ ਉਹ ਕਿਸਾਨੀ ਮੋਰਚੇ ਦੇ ਬਾਅਦ 'ਚ ਹੋਇਆ ਸੀ। ਸ਼ੰਭੂ ਮੋਰਚੇ ਤੋਂ ਕਦੋਂ, ਕਿਸ ਵਕਤ? ਜਦੋਂ ਉਹਨਾਂ ਨੇ ਸ਼ੰਭੂ ਮੋਰਚਾ ਲਾਇਆ ਸੀ ਪਹਿਲਾਂ ਇੱਥੇ ਸ਼ੰਭੂ ਦੇ ਉੱਤੇ। ਕਿਸਾਨੀ ਮੋਰਚੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਸ਼ੰਭੂ ਤੇ ਮੋਰਚਾ ਲੱਗਾ ਸੀ। ਤੇ ਤੁਸੀਂ ਉਦੋਂ ਫੋਨ ਤੇ ਕੰਟੈਕਟ ਹੋਇਆ? 1-2 ਵਾਰ, ਜ਼ਿਆਦਾ ਨਹੀਂ। ਉਦੋਂ ਕੋਈ ਬਹੁਤ ਜ਼ਿਆਦਾ ਕੰਟੈਕਟ ਨਹੀਂ ਸੀ। ਉਸ ਤੋਂ ਬਾਅਦ 'ਚ ਜਿਹੜਾ ਸੀ, ਜਦੋਂ ਕਿਸਾਨੀ ਮੋਰਚੇ ਦੇ ਵਿੱਚ ਵੀ ਕੋਈ ਬਹੁਤਾ ਸੰਪਰਕ ਨਹੀਂ ਸੀ ਵੀ। ਪਰ ਜਦੋਂ ਦੀਪ ਬਾਈ ਜੇਲ੍ਹ 'ਚ ਜਾਂਦੇ ਨੇ ਉਸ ਤੋਂ ਬਾਅਦ 'ਚ ਸਾਡਾ ਕਾਫੀ, ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਫਿਰ ਅਸੀਂ ਜਿਹੜਾ ਸੰਪਰਕ ਹੋਇਆ। ਫਿਰ ਉਸ ਤੋਂ ਬਾਅਦ 'ਚ ਜਿਹੜੀ ਜਥੇਬੰਦੀ ਪਹਿਲਾਂ ਹੀ ਬਣੀ ਸੀ ਵਾਰਿਸ ਪੰਜਾਬ ਦੇ, ਪਰ ਉਹਦੇ 'ਚ ਕਾਫੀ ਚੇਂਜਸ ਕਰਨ ਵਾਲੇ ਸੀ। ਉਹਦਾ ਇੱਕ ਪੂਰਾ ਸਟਰਕਚਰ ਜਿਹੜਾ ਸੀ ਉਹ ਇੱਕ ਜਿਹੜਾ ਨਾ ਉਹ ਸਿੱਖ ਜਥੇਬੰਦੀ ਦੇ ਰੂਪ 'ਚ ਨਹੀਂ ਸੀ ਹੈਗਾ ਪਹਿਲਾਂ। ਤੇ ਉਹਨੂੰ ਫਿਰ ਸਿੱਖ ਫੈਡਰਲਿਜ਼ਮ ਦੀ ਗੱਲ ਸੀ ਉਹਦੇ 'ਚ, ਪਰ ਉਹਨੂੰ ਫਿਰ ਪੂਰਨ ਸੋਵਰਨਟੀ ਦੇ ਮੁੱਦੇ ਤੇ ਜਿਹੜਾ ਦੋਹਰੇ ਡਰਾਫਟ ਕਰਨਾ, ਸਮਾਜਿਕ ਢਾਂਚੇ ਨੂੰ ਬਦਲਣ ਦੀ ਗੱਲ ਕਰਨੀ, ਉਹਦਾ ਜਿਹੜਾ ਪ੍ਰੋਪਰ ਡਰਾਫਟ ਤਿਆਰ ਹੋਇਆ। ਜਿਹੜੀ ਪ੍ਰੈਸ ਕਾਨਫਰੰਸ ਹੋਈ ਆ 29 ਸਤੰਬਰ ਨੂੰ 2021 ਨੂੰ ਜਥੇਬੰਦੀ ਦੀ ਅਨਾਉਂਸਮੈਂਟ ਦੀ, ਉਹਦੇ ਵਿੱਚ ਅਸੀਂ ਇਹ ਮਿਲ ਕੇ ਹੀ ਕੰਮ ਕੀਤਾ, ਚਾਹੇ ਕਾਲਸ ਦੇ ਉੱਤੇ ਜਾਂ ਕਾਨਫਰੰਸ ਦੇ ਉੱਤੇ। ਤੇ ਉਹ ਫਿਰ ਸਾਡਾ ਸੰਬੰਧ ਕਾਫੀ ਵਧੀਆ ਰਿਹਾ, ਨੇੜਤਾ ਵਾਲਾ ਰਿਹਾ। ਫਿਰ ਉਸ ਤੋਂ ਬਾਅਦ 'ਚ ਨਿੱਜੀ ਵੀ ਸੰਬੰਧ ਕਾਇਮ ਹੋਇਆ, ਕਿਉਂਕਿ ਜਦੋਂ ਆਪਾਂ ਬਹੁਤ ਲੰਮਾ ਸਮਾਂ ਘੰਟਿਆਂ ਬੱਧੀ ਗੱਲਾਂ ਬਾਤਾਂ ਕਰਦੇ ਹਾਂ ਤੇ ਇੱਕ ਨਿੱਜੀ ਜਿਹੜਾ ਮੋਹ ਦਾ ਰਿਸ਼ਤਾ ਵੀ ਬਣਦਾ। ਸੋ ਬੜਾ ਵਧੀਆ ਜਿਹੜਾ ਸੰਬੰਧ ਸੀ ਉਹ ਰਿਹਾ। ਯਾਨੀ ਦੀਪ ਸਿੱਧੂ ਦੀ ਪਰਸਨੈਲਿਟੀ ਨੇ ਤੁਹਾਨੂੰ ਬਹੁਤ ਪ੍ਰਭਾਵਿਤ ਕੀਤਾ, ਉਹਨਾਂ ਦੇ ਵਿਚਾਰਾਂ ਨਾਲ ਤੁਸੀਂ ਕਾਫੀ ਮੇਲ ਖਾਂਦੇ ਸੀ, ਤੁਹਾਡੇ ਦੋਵਾਂ ਦੇ ਵਿਚਾਰ ਆਪਸ 'ਚ? ਵਿਚਾਰ ਵੀ ਮੇਲ ਖਾਂਦੇ ਸੀ ਤੇ ਵੈਸੇ ਵੀ ਜਿਹੜਾ ਸੀ ਉਹਦੇ ਅੰਦਰ ਇੱਕ ਖਿੱਚ ਹੈ ਵੀ ਜਿਹੜੀ ਹਰ ਇੱਕ ਬੰਦੇ ਨੂੰ ਪ੍ਰੇਰਦੀ ਹੈ ਵੀ ਆਪਾਂ ਕੁਛ ਨਾ ਕੁਛ ਕਰੀਏ ਆਪਣੇ ਲੋਕਾਂ ਖਾਤਰ, ਆਪਣੇ ਧਰਮ ਦੀ ਖਾਤਰ। ਤੇ ਜਿਵੇਂ ਉਹਨੇ ਆਪਣਾ ਸੁੱਖ ਆਰਾਮ ਛੱਡਿਆ, ਉਸੇ ਗੱਲ ਨੇ ਸਾਨੂੰ ਵੀ ਪ੍ਰੇਰਿਆ। ਸੋ ਇਹ ਹੈ ਵੀ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਫਿਰ ਇਹ ਅੱਗੇ ਉਸੇ ਵੇਲੇ ਸਵਾਲ ਖੜਾ ਹੋ ਜਾਂਦਾ, ਕਿਉਂਕਿ ਵਕਤ ਰੁਕਦਾ ਨਹੀਂ, ਨਾ ਸੰਘਰਸ਼ ਰੁਕਦੇ ਹੁੰਦੇ ਆ। ਤੇ ਜਿਹਨੇ ਸੇਵਾ ਜਿਹੜੀ ਕਰਨੀ ਉਹ ਕਰਕੇ ਤੁਰ ਜਾਂਦਾ। ਉਸ ਤੋਂ ਬਾਅਦ ਇੱਕ ਬਹੁਤ ਵੱਡਾ ਖਲਾਅ ਆ ਗਿਆ ਇਮੀਡੀਏਟਲੀ। ਉਸ ਦੇ ਵਿੱਚ ਅਸੀਂ ਕਾਫੀ ਕੋਸ਼ਿਸ਼ ਕੀਤੀ ਤੇ ਜਿਹੜੇ ਸਿੰਘ ਤੇ ਵੀ ਸਹਿਮਤੀ ਬਣਦੀ ਸੀ, ਕੁਛ ਨਾ ਕੁਛ ਸਹਿਮਤੀ ਬਣ ਜਾਂਦੀ ਸੀ ਵੀ ਜਿਹਨੂੰ ਸੇਵਾ ਦੇਣ ਦੀ ਗੱਲ ਬਣਦੀ ਸੀ। ਕੋਈ ਸਿੰਘ ਆਪ ਕਹਿੰਦਾ ਸੀ ਵੀ ਮੈਂ ਨਹੀਂ ਕਰ ਸਕਦਾ, ਤੇ ਫਿਰ ਅਖੀਰ ਨੂੰ ਇਹਨਾਂ ਨੇ ਆਪਣਾ ਸਰਬਸੰਮਤੀ ਕਰਕੇ ਆਪਣੀ ਜਥੇਬੰਦੀ ਦੇ ਸਿੰਘਾਂ ਨੇ ਤੇ ਮੇਰਾ ਨਾਂ ਜਿਹੜਾ ਸੀ ਅੱਗੇ ਲੈਣ ਦਾ। ਤੇ ਫਿਰ ਮੈਨੂੰ ਇਹ ਸੀ ਵੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੈਂ ਇਮੀਡੀਏਟਲੀ ਤੇ ਪੰਜਾਬ ਨਹੀਂ ਆ ਸਕਦਾ। ਤੇ ਪਰ ਜਦੋਂ ਫਿਰ ਕੀ ਨਾਂ ਲਈਦਾ, ਜਦੋਂ ਇਹਨਾਂ ਮੇਰਾ ਨਾਂ ਕੀਤਾ ਫਿਰ ਬਾਹਰੋਂ ਕੰਮ ਕਰਨਾ ਸ਼ੁਰੂ ਕੀਤਾ। ਫਿਰ ਪੱਕੇ ਤੌਰ ਤੇ ਸਮੇਟ ਕੇ ਸਾਰਾ ਕੁਝ ਤੇ ਮੈਂ ਪੰਜਾਬ ਆਇਆ ਅਗਸਤ ਦੇ ਵਿੱਚ। ਮੈਂ ਦੀਪ ਸਿੱਧੂ ਦੀ ਗੱਲ ਕਰਾਂ ਤਾਂ ਜਦੋਂ ਉਹਨਾਂ ਨੇ ਉੱਭਰਨਾ ਸ਼ੁਰੂ ਕੀਤਾ, ਜਦੋਂ ਲੋਕਾਂ ਨੇ, ਮੀਡੀਆ ਨੇ ਉਹਨਾਂ ਨੂੰ ਪਹਿਚਾਨਣਾ ਸ਼ੁਰੂ ਕੀਤਾ, ਤਾਂ ਸਨੀ ਦਿਓਲ ਦੇ ਨਾਲ ਤਾਂ ਉਹਨਾਂ ਦੀ ਨੇੜਤਾ ਸੀ ਹੀ। ਬੀਜੇਪੀ ਲੀਡਰਸ ਦੇ ਨਾਲ ਵੀ ਉਹਨਾਂ ਦੇ ਕੁਝ ਫੋਟੋਆਂ ਸਾਂਝੀਆਂ ਹੋਈਆਂ, ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਉਹਨਾਂ ਦੀ ਬੀਜੇਪੀ ਦੇ ਨਾਲ ਨੇੜਤਾ ਹੈ, ਉਹ ਬੀਜੇਪੀ ਦੇ ਏਜੰਟ ਨੇ। ਇਹਨਾਂ तमाम ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਿਆ? ਨਹੀਂ, ਦੇਖੋ, ਇੱਕ ਅਤੀਤ ਦਾ ਜੀਵਨ ਹੁੰਦਾ ਹਰ ਮਨੁੱਖ ਦਾ। ਮਨੁੱਖ ਇਤਿਹਾਸਕ ਤੌਰ ਦੇ ਉੱਤੇ ਵੀ ਜਿਹੜਾ ਪਹਿਲਾ ਜੀਵਨ ਹੈ ਉਹ ਕੋਈ ਮਾਇਨੇ ਨਹੀਂ ਰੱਖਦਾ। ਬੰਦੇ ਦਾ ਮੋੜ ਪਤਾ ਨਹੀਂ ਕਦੋਂ ਪੈ ਜਾਣਾ। ਸੋ ਇੱਕ ਤੇ ਉਹ ਐਸੇ ਫੀਲਡ 'ਚ ਸੀ, ਐਸੇ ਕਰੀਅਰ 'ਚ ਸੀ ਜਿੱਥੇ ਉਹ ਲੀਗਲ ਐਡਵਾਈਜ਼ਰ ਸੀ ਬਹੁਤ ਲੋਕਾਂ ਦਾ, ਬਾਲਾ ਜੀ ਤੋਂ ਲੈ ਕੇ।
ਉਹਦੇ ਨਾਲ ਬਹਿਣ ਖਲੋਣ ਸਨੀ ਦਿਓਲ ਹੋਣਾ ਨਾ ਨਿੱਜੀ ਤੌਰ ਤੇ ਹੋ ਜਾਣਾ ਕੋਈ ਵੱਡੀ ਗੱਲ ਨਹੀਂ। ਫਿਰ ਉਹਨਾਂ ਦੇ ਥਰੂ ਕਿਸੇ ਲੀਡਰ ਨਾਲ ਫੋਟੋ ਆ ਜਾਣੀ ਵੀ ਕੋਈ ਬਹੁਤ ਵੱਡੀ ਮਸਲਾ ਨਹੀਂ। ਪਰ ਅਸੀਂ ਇਸ ਗੱਲ ਦੇ ਉੱਤੇ ਆਪਾਂ ਕਰਦੇ ਹਾਂ ਵੀ ਅਖੀਰ ਨੂੰ ਬੰਦੇ ਨੇ ਗੱਲ ਕੀ ਕੀਤੀ ਹੈ ਤੇ ਉਹਨੇ ਆ ਕੇ ਸੰਘਰਸ਼ ਕਿਹੜੇ ਰੂਪ 'ਚ ਕੀਤਾ ਹੈ। ਉਹਦੇ ਪਹਿਲੇ ਜੀਵਨ ਨੂੰ ਆਧਾਰ ਬਣਾ ਕੇ ਉਹਦੇ ਤੇ ਟਿੱਪਣੀਆਂ ਕਰਨੀਆਂ ਜਾਂ ਹਮਲੇ ਕਰਨੇ ਸ਼ਬਦੀ ਰੂਪ 'ਚ, ਜਾਂ ਉਹਨੂੰ ਜਿਹੜਾ ਉਹਦਾ ਕਰੈਕਟਰ ਅਸੈਸੀਨੇਟ ਕਰਨਾ, ਇਹ ਬੜੀ ਨੀਵੇਂ ਪੱਧਰ ਦੀ ਗੱਲ ਹੈ। ਜਦੋਂ ਅਗਲਾ ਬੰਦਾ ਖੁਦ ਜਾਂ ਤੇ ਲੁਕੀ ਛਿਪੀ ਗੱਲ ਕੋਈ ਸਾਹਮਣੇ ਆਈ ਹੋਵੇ, ਉਹ ਖੁਦ ਬੀਜੇਪੀ ਦੇ ਸਨੀ ਦਿਓਲ ਦੀ ਆਗੂ ਦੀ ਕੰਪੇਨ ਦੇ ਵਿੱਚ ਵੀ ਸ਼ਾਮਲ ਰਿਹਾ। ਇਹ ਕੋਈ ਲੁਕੀ ਛਿਪੀ ਤੇ ਗੱਲ ਹੈ ਨਹੀਂ ਸੀ, ਪਰ ਉਹਨੇ ਉਹਨਾਂ ਨਾਲੋਂ ਤੋੜ ਵਿਛੋੜਾ ਵੀ ਪਬਲਿਕਲੀ ਕੀਤਾ। ਸਨੀ ਦਿਓਲ ਨੇ ਖੁਦ ਕਿਹਾ ਵੀ ਮੇਰੇ ਇਹਦੇ ਨਾਲ ਕੋਈ ਸੰਬੰਧ ਨਹੀਂ ਜਦੋਂ ਉਹ ਦਿੱਲੀ ਵਾਲੀ ਘਟਨਾ ਵਾਪਰਦੀ ਹੈ। ਸੋ ਆਪਾਂ ਹਰ ਬੰਦੇ ਨੂੰ ਕਟਹਿਰੇ 'ਚ ਇਸ ਕਰਕੇ ਨਾ ਖੜਾ ਕਰੀਏ ਵੀ ਇਹਦਾ ਅਤੀਤ ਕੀ ਆ। ਹੁਣ ਸਾਡਾ ਅਤੀਤ ਅੰਮ੍ਰਿਤ ਛਕਣ ਤੋਂ ਪਹਿਲਾਂ ਕੁਝ ਹੋਰ ਸੀ, ਹੁਣ ਹੋਰ ਹੈ। ਪਹਿਲਾ ਜੀਵਨ ਮਨੁੱਖ ਦਾ ਹੋਰ ਹੁੰਦਾ। ਸੋ ਇਹ ਆ ਵੀ ਚਲੋ ਜਿੰਨੀ ਮਹਾਰਾਜ ਨੇ ਸੇਵਾ ਉਹਦੇ ਕੋਲ ਲੈਣੀ ਸੀ ਲਈ ਹੈ, ਪਰ ਪਹਿਲਾ ਤੇ ਬਾਬੇ ਬਿਧੀ ਚੰਦ ਦਾ ਜੀਵਨ ਕੀ ਸੀ? ਗੁਰੂ ਸਾਹਿਬ ਦੀ ਸ਼ਰਨ 'ਚ ਆਏ, ਗੁਰੂ ਸਾਹਿਬ ਨੇ ਸ਼ਰਨ ਲਾ ਕੇ ਉਹਨਾਂ ਨੂੰ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਕਿਹਾ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਇੰਨਾ ਮਾਣ ਬਖਸ਼ਿਆ। ਤੇ ਇਦਾਂ ਹੀ ਆ ਵੀ ਜਿਹਦੇ ਤੇ ਕਿਰਪਾ ਹੋ ਜਾਣੀ ਇਹ ਕੋਈ ਪਤਾ ਨਹੀਂ। ਇਦਾਂ ਪੁਰਾਣੇ ਜੀਵਨ ਦੇ ਉੱਤੇ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ। ਦੀਪ ਸਿੱਧੂ ਨਾਲ ਜਦੋਂ ਤੁਹਾਡੀ ਗੱਲ ਹੁੰਦੀ ਸੀ, ਤੁਸੀਂ ਕਿਹਾ ਕਿ ਘੰਟਿਆਂ ਬੱਧੀ ਸਾਡੀ ਗੱਲ ਹੁੰਦੀ ਰਹੀ, ਉਸ ਤੋਂ ਬਾਅਦ ਸਾਡੀ ਇੱਕ ਪਰਸਨਲ ਰਿਸ਼ਤਾ ਵੀ ਬਣਿਆ। ਕੀ ਗੱਲਾਂ ਹੁੰਦੀਆਂ ਸੀ ਪੰਜਾਬ ਦੇ ਮਾਹੌਲ ਨੂੰ ਲੈ ਕੇ, ਕਿਸ ਤਰ੍ਹਾਂ ਉਹ ਦੇਖਦੇ ਸੀ ਤੇ ਕਿਸ ਸੋਲੂਸ਼ਨ ਦੀ ਗੱਲ ਹੁੰਦੀ ਸੀ ਜਦੋਂ ਆਪਸ 'ਚ ਤੁਸੀਂ ਗੱਲ ਕਰਦੇ ਸੀ? ਦੇਖੋ, ਸਾਡੀ ਬਹੁਤੀ ਗੱਲਬਾਤ ਤੇ ਪੰਥਕ ਮਸਲਿਆਂ ਤੇ ਹੋਈ ਹੈ। ਪੰਜਾਬ ਦੇ ਉੱਤੇ ਕੀ ਕੁਝ ਵਾਪਰ ਰਿਹਾ ਉਸ ਨੂੰ ਲੈ ਕੇ, ਪੰਜਾਬ ਦੀਆਂ ਦੂਜੀਆਂ ਧਿਰਾਂ ਕੀ ਕਰ ਰਹੀਆਂ, ਕਿਵੇਂ ਕੰਮ ਕਰ ਰਹੀਆਂ। ਕੁਛ ਤਰ੍ਹਾਂ ਨੇ ਉਹਦੇ ਤੇ ਕਾਫੀ ਬਹੁਤ ਅਟੈਕ ਵੀ ਕੀਤੇ, ਪੰਥਕ ਹੀ ਤਰ੍ਹਾਂ ਸਨ। ਇਹ ਨਹੀਂ ਵੀ ਉਹਨਾਂ ਦੇ ਉਹ ਕਿਰਦਾਰ ਨੇ ਧਿਰਾਂ, ਪਰ ਉਹ ਸਮਝਣ 'ਚ ਗਲਤੀ ਕਰ ਗਏ, ਕਤਾਈ ਕਰ ਗਏ ਉਹਨੂੰ, ਤੇ ਹਰ ਇੱਕ ਨੂੰ ਲੱਗਦਾ ਸੀ ਵੀ ਉਹ ਬੰਦਾ ਕਿਸੇ ਦਾ ਚਲਾਇਆ ਚੱਲ ਰਿਹਾ। ਸੋ ਇਹੋ ਜਿਹੀਆਂ ਗੱਲਾਂ ਹੀ ਸਾਡੀ ਡਿਸਕਸ਼ਨ ਹੁੰਦੀ ਸੀ। ਫਿਰ ਅੱਗੇ ਪਲਾਨ ਕੀ ਕਰਨਾ ਚਾਹੀਦਾ, ਉਹਦਾ ਇਹ ਸੀ ਵੀ ਧਰਮ ਪ੍ਰਚਾਰ ਵਾਲੇ ਪਾਸੇ ਆਉਣਾ ਜ਼ਰੂਰੀ ਹੈ, ਧਰਮ ਦਾ ਪ੍ਰਚਾਰ ਜ਼ਰੂਰੀ ਹੈ। ਉਹਨਾਂ ਨੇ ਵੀ ਸੋਚਿਆ ਸੀ ਮੈਂ ਅੰਮ੍ਰਿਤ ਛਕਾਂਗਾ? ਹਾਂ, ਸੋਚਿਆ ਸੀ ਤੇ ਉਹਨਾਂ ਨੇ ਇਹ ਚੀਜ਼ ਨੂੰ ਕਨਫੈਸ ਵੀ ਕੀਤਾ। ਮੇਰੇ ਖਿਆਲ ਨਾਲ ਇੱਕ ਰਿਕਾਰਡਿੰਗ ਵੀ ਆਈ ਸੀ। ਮੇਰੇ ਕੋਲ ਤਾਂ ਕਾਫੀ ਵਾਰ ਇਹ ਗੱਲ ਦੀ ਵਿਚਾਰ ਹੋਈ ਹੈ, ਪਰ ਉਹਨਾਂ ਦਾ ਇਹ ਸੀ ਵੀ ਉਹ ਇੱਕ ਨਾ ਜਿਹੜੀ ਉਸ ਦੁਨੀਆ 'ਚ ਨਿਕਲ ਕੇ ਇੱਕੋ ਦਮ ਇਸ ਸੰਸਾਰ 'ਚ ਆਉਣ ਨਾਲ ਨਾ ਕਈ ਚੀਜ਼ਾਂ ਤੰਦਾਂ ਜੁੜੀਆਂ ਹੁੰਦੀਆਂ ਨੇ, ਉਹਨਾਂ ਨੂੰ ਤੋੜਨਾ ਐਡਾ ਸੌਖਾ ਨਹੀਂ। ਪਰ ਉਸ ਪਾਸੇ ਬਾਈ ਦੀਪ ਦਾ ਜਿਹੜਾ ਰੁਝਾਨ ਤੇ ਝੁਕਾਅ ਵੀ ਹੋ ਗਿਆ ਸੀ। ਉਹ ਸਮਾਂ ਪਾ ਕੇ ਉਹਨਾਂ ਨੇ ਇਸ ਪਾਸੇ ਤੁਰਨਾ ਹੀ ਸੀ, ਕਿਉਂਕਿ ਜਿਹੜਾ ਮਨੁੱਖ ਨੂੰ ਇਹ ਤ੍ਰਿਸ਼ਨਾ ਲੱਗਦੀ ਉਹ ਪਿੱਛੇ ਨਹੀਂ ਮੁੜ ਸਕਦਾ। ਪਰ ਚਲੋ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੀ ਸੇਵਾ ਲੈਣੀ ਹੈ ਉਹੀ ਹੈ। ਪਰ ਅੱਜ ਜਿਹੜੇ ਵੀ ਨੌਜਵਾਨ ਪੰਜਾਬ 'ਚ ਅੰਮ੍ਰਿਤ ਛਕ ਰਹੇ ਨੇ, ਇਹ ਕਿਤੇ ਨਾ ਕਿਤੇ ਉਸ ਦੀ ਤ੍ਰਿਸ਼ਨਾ ਦਾ ਹੀ ਦੇਣ ਆ ਵੀ ਜਿਹੜੀ ਅਰਦਾਸ ਆਪਾਂ ਕੀਤੀ ਹੈ ਉਹਦੀ ਮੜੀ ਤੇ ਖੜ ਕੇ ਸੱਚੇ ਮਨੋਂ ਉਹ ਗੁਰੂ ਸਾਹਿਬ ਉਹਦੀ ਪੂਰਤੀ ਕਰ ਰਹੇ। ਦੀਪ ਸਿੱਧੂ ਦੇ ਪਰਿਵਾਰ ਨੇ ਤੁਹਾਡੇ ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ, ਕਿਉਂਕਿ ਜਦੋਂ ਉਸ ਜਥੇਬੰਦੀ ਦੇ ਮੁਖੀ ਤੁਸੀਂ ਬਣੇ, ਉਹਨਾਂ ਨੂੰ ਨਹੀਂ ਪਤਾ ਸੀ ਕਿ ਤੁਹਾਡੀ ਆਪਸ 'ਚ ਗੱਲਬਾਤ ਵੀ ਹੁੰਦੀ ਸੀ ਜਾਂ ਨਹੀਂ ਹੁੰਦੀ ਸੀ, ਤਮਾਮ ਚੀਜ਼ਾਂ। ਫਿਰ ਤੁਸੀਂ ਹਾਲਾਂਕਿ ਕਾਊਂਟਰ ਜਵਾਬ ਵੀ ਦਿੱਤਾ ਕਿ ਜਦੋਂ ਦੀਪ ਸਿੱਧੂ ਬਾਹਰ ਆਏ ਤੇ ਉਸ ਫੋਨ ਤੋਂ ਨਹੀਂ ਗੱਲ ਕਰਦੇ ਸੀ, ਉਹਨਾਂ ਦਾ ਫੋਨ ਬੇਸਿਕਲੀ ਸਵਿਚਡ ਆਫ ਰਹਿੰਦਾ ਸੀ। ਕੀ ਚੀਜ਼ਾਂ ਸੀ? ਨਹੀਂ, ਉਹ ਨਾ ਬੇਸਿਕਲੀ ਗੱਲ ਕੀ ਹੁੰਦੀ ਹੈ ਵੀ ਦੇਖੋ, ਕਿਸੇ ਕੋਲ ਦੋ ਫੋਨ ਹੋਣੇ, ਇੱਕ ਤੇ ਗੱਲ ਕਰਨੀ, ਦੂਜੇ ਤੇ ਨਾ ਕਰਨੀ। ਔਰ ਮੈਨੂੰ ਇਹ ਵੈਸੇ ਕੋਈ ਸਵਾਲ ਖੜਾ ਕਰ ਜਾਵੇ ਵੱਖਰੀ ਗੱਲ ਹੈ। ਉਹ ਬੰਦੇ ਜਿਹੜੇ ਸਵਾਲ ਖੜਾ ਕਰ ਰਹੇ ਆ, ਜਦੋਂ ਬਾਈ ਦੀਪ ਜੇਲ੍ਹ 'ਚੋਂ ਬਾਹਰ ਆਇਆ, ਇਹ ਉਹਨਾਂ ਮੀਟਿੰਗਾਂ 'ਚ ਵੀ ਸ਼ਾਮਲ ਹੁੰਦੇ ਰਹੇ ਜਿਹੜੀਆਂ ਜ਼ੂਮ ਤੇ ਹੁੰਦੀਆਂ, ਉਹਨਾਂ 'ਚ ਮੈਂ ਵੀ ਹੁੰਦਾ ਸੀ। ਸਾਰਾ ਕੁਝ ਹੀ ਪਤਾ ਹੈ ਸਾਰਿਆਂ ਨੂੰ। ਮਤਲਬ ਦੀਪ ਸਿੱਧੂ ਦੇ ਭਰਾ ਨੂੰ ਪਤਾ ਸੀ? ਸਾਰਿਆਂ ਨੂੰ ਪਤਾ ਸੀ। ਉਹਨੇ ਤੇ ਹੁਣ ਇਹ ਕੀਤਾ ਵੀ ਇਹ ਕਲੀਅਰ ਵੀ ਮੈਂ ਅਖਬਾਰ ਨੂੰ ਇਹ ਬਿਆਨ ਨਹੀਂ ਦਿੱਤਾ ਵੀ ਸਾਨੂੰ ਪਤਾ ਨਹੀਂ ਸੀ ਵੀ ਇਹਨੂੰ ਕਿਉਂ ਬਣਾ ਦਿੱਤਾ। ਉਹ ਕਿਸੇ ਨੇ ਮਿਸਕੋਟ ਕੀਤਾ ਤੇ ਮਨਦੀਪ ਨੇ ਤੇ ਉਹਨਾਂ ਨੂੰ ਤੁਹਾਡੀ ਪਰਸਨੈਲਿਟੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ ਦੀਪ ਸਿੱਧੂ ਮੌਕੇ ਦੇ ਤੇ ਉਹ ਕਹਿੰਦੇ ਵੀ ਨਹੀਂ ਸਾਨੂੰ ਹੈਗਾ ਇਤਰਾਜ਼। ਤੁਹਾਡੇ ਮਤਲਬ ਕਨਫੈਸ ਕੀਤਾ ਉਹਨਾਂ ਨੇ ਤੁਹਾਡੇ ਸਾਹਮਣੇ? ਨਹੀਂ, ਮੈਨੂੰ ਉਹਨਾਂ ਨੇ ਜਿੱਦਾਂ ਪੋਸਟ ਵੀ ਪਾਈ ਸੀ ਬਾਅਦ ਜਦੋਂ ਇੱਕ ਅਖਬਾਰ ਨੇ ਖਬਰ ਲਾਤੀ ਸੀ ਵੀ ਇਹ ਗਲਤ ਰਾਹ ਤੇ ਦੀਪ ਦੀ ਸੋਚ ਇਹ ਨਹੀਂ ਸੀ, ਹਨਾ। ਉਸ ਤੋਂ ਬਾਅਦ 'ਚ ਉਹਨਾਂ ਨੇ ਅਸੀਂ ਇਹ ਪੁੱਛਿਆ ਵੀ ਪੱਤਰਕਾਰ ਨੂੰ ਕੀਤਾ ਵੀ ਤੂੰ ਕਿਉਂ ਖਬਰ ਲਾਈ ਹੈ ਜਦੋਂ ਨਾ ਉਹ ਫਿਰ ਉਸ ਚੱਕਰ 'ਚ ਬਾਅਦ ਪਤਾ ਲੱਗਾ ਵੀ ਉਹ ਖਬਰ ਇਹਨਾਂ ਨੇ ਨਹੀਂ ਕੋਈ ਗੱਲ ਕੀਤੀ, ਉਹ ਕਿਸੇ ਹੋਰ ਨੇ ਗੱਲ ਕੀਤੀ ਤੇ ਮਨਦੀਪ ਦੇ ਨਾਂ ਤੇ ਖਬਰ ਛਾਪੀ ਗਈ ਹੈ। ਸੋ ਇਦਾਂ ਦਾ ਕੋਈ ਮਸਲਾ ਬਣਿਆ ਸੀ। ਵੈਸੇ ਸਾਡਾ ਕੋਈ ਦੇਖੋ, ਔਰ ਦੂਜੀ ਗੱਲ ਮੈਂ ਇਹ ਗੱਲ ਬਾਰ-ਬਾਰ ਕਹਿਣਾ, ਹੁਣ ਅਸੀਂ ਇਸ ਰਾਹ ਤੇ ਤੁਰੇ ਹਾਂ, ਮੇਰਾ ਪਰਿਵਾਰ ਬਸ਼ਰਤੇ ਮੇਰੀ ਹਮਾਇਤ ਦੇ ਵਿੱਚ ਹੈ, ਪਰ ਕੱਲ੍ਹ ਨੂੰ ਜੇ ਮੈਂ ਸੰਸਾਰ ਤੇ ਨਹੀਂ ਰਹਿੰਦਾ, ਇਸ ਸੰਘਰਸ਼ ਨੂੰ ਅੱਗੇ ਕਿਹਨੇ ਤੋਰਨਾ ਹੈ ਮੇਰਾ ਪਰਿਵਾਰ ਫੈਸਲਾ ਨਹੀਂ ਕਰੂਗਾ, ਹੈ ਨਾ ਉਹਨਾਂ ਕੋਲ ਕੋਈ ਅਧਿਕਾਰ ਹੋਣਾ ਚਾਹੀਦਾ, ਕਿਉਂਕਿ ਸੰਘਰਸ਼ ਜਿਹੜਾ ਇਹ ਕੌਮ ਲਈ ਕਰ ਰਹੇ ਹਾਂ, ਕੌਮ ਸਾਡਾ ਪਰਿਵਾਰ ਹੈ। ਦੀਪ ਜਿੱਦਣ ਆਪਣਾ ਸਭ ਕੁਝ ਛੱਡ ਕੇ ਪੰਥ ਲਈ ਤੁਰਿਆ ਸੀ ਤਾਂ ਉਹਦਾ ਪਰਿਵਾਰ ਪੰਥ ਬਣ ਗਿਆ। ਹਾਂ, ਪਰਿਵਾਰ ਦਾ ਸਤਿਕਾਰ ਇੱਕ ਪਰਿਵਾਰਕ ਰੂਪ 'ਚ ਰਹਿਣਾ, ਸਾਡਾ ਵੀ ਪਰਿਵਾਰ ਹੈ, ਅਸੀਂ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਉਹਨੂੰ ਪਾਲਿਆ, ਵੱਡਾ ਕੀਤਾ, ਜਿਨ੍ਹਾਂ ਨੂੰ ਪੰਥ ਦੇ ਲੇਖੇ ਲਾਇਆ। ਪਰ ਉਹਦੇ ਲਈ ਸਟ੍ਰੈਟਜੀ ਨੂੰ ਅੱਗੇ ਪਲਾਨ ਕਰਨ 'ਚ ਕਿਸੇ ਦਾ ਯੋਗਦਾਨ ਜਾਂ ਹਿੱਸੇਦਾਰੀ ਹੋਣੀ, ਇਹ ਵੈਸੇ ਸੁਸਾਈਡਲ ਹੈ।
ਕਿਉਂਕਿ ਇਹਦੇ 'ਚ ਫਿਰ ਉਹੀ ਪਰਿਵਾਰਵਾਦ ਵਾਲਾ ਮਸਲਾ ਆਣ ਕੇ ਖੜਾ ਹੋ ਜਾਂਦਾ ਨਾ, ਜਿਹੜਾ ਆਪਾਂ ਅੱਗੇ ਸਫ਼ਰ ਕਰ ਰਹੇ ਹਾਂ ਜਿਹੜੀ ਚੀਜ਼ ਤੋਂ, ਵੀ ਇੱਕ ਜਿਹੜੀ ਐਸਟੈਬਲਿਸ਼ ਹੈ ਧਿਰ ਬਣ ਜਾਂਦੀ ਹੈ, ਐਸਟੈਬਲਿਸ਼ਮੈਂਟ ਹੋ ਜਾਂਦੀ ਹੈ, ਉਹਦੇ ਤੇ ਬਾਅਦ ਫਿਰ ਆਪਣਾ ਹੀ ਕੁੰਡਾ ਰੱਖਣਾ ਜਾਂ ਕਿਸੇ ਨੂੰ ਕਹਿਣਾ, ਇਹਨਾਂ ਮਸਲਿਆਂ 'ਚ ਟਕਸਾਲਾਂ ਵੀ ਉਲਝੀਆਂ, ਇਹਨਾਂ ਮਸਲਿਆਂ 'ਚ ਹਰ ਸੰਪਰਦਾ ਸੰਸਥਾ ਉਲਝੀ ਹੈ। ਸੋ ਚਾਹੀਦਾ ਤਾਂ ਇੱਦਾਂ ਹੈ ਵੀ ਜਿਹੜਾ ਵੀ ਮਨੁੱਖ ਕਾਬਲ ਹੈ ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ, ਚਾਹੇ ਉਹ ਵਿਰੋਧੀ ਹੋਵੇ, ਚਾਹੇ ਉਹ ਸਾਡਾ ਹਮਾਇਤੀ ਹੋਵੇ, ਪਰਿਵਾਰ ਦਾ ਹੋਵੇ ਨਾ ਹੋਵੇ ਇਹ ਵੱਖਰੀ ਗੱਲ ਹੈ। ਜੇ ਪਰਿਵਾਰ ਦਾ ਵੀ ਹੋਵੇ ਤਾਂ ਉਹਨੂੰ ਅੱਗੇ ਆ ਜਾਣਾ ਚਾਹੀਦਾ। ਔਰ ਇਹ ਤਾਂ ਕੋਈ ਗੱਲ ਨਹੀਂ ਹੈਗੀ ਵੀ ਫਰਜ਼ ਕਰੋ ਵੀ ਜਿਹਦੇ ਉੱਤੇ ਉਂਗਲ ਰੱਖੀ ਜਾਵੇ ਤੇ ਉਹੀ ਹੋ ਜਾਂਦਾ। ਜੇ ਮੈਂ ਨਾ ਕਾਬਲ ਹੋਵਾਂ ਤੇ ਫਿਰ ਮੈਂ ਕਿੰਨੇ ਕੁ ਦਿਨ ਲੋਕਾਂ ਨੂੰ ਮੂਰਖ ਬਣਾ ਸਕਦਾ। ਇਹ ਮੇਰੇ ਖਿਆਲ ਦੇ ਨਾਲ ਚਲੋ ਕਈਆਂ ਨੇ ਤੇ ਬਹੁਤ ਦੇਰ ਨਾਲ ਸਮਝਿਆ, ਪਰ ਉਹਨਾਂ ਵੀ ਸਮਝ ਲਿਆ ਜਿਹੜੇ ਮੇਰਾ ਵਿਰੋਧ ਕਰਦੇ ਸੀ, ਉਹਨਾਂ ਵੀ ਮੇਰੀ ਮੁਲਾਕਾਤ ਵੀ ਹੋਈ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਵੀ ਠੀਕ ਹੈ। ਔਰ ਬੇਸਿਕ ਹਿਊਮਨ ਨੇਚਰ ਵੀ ਹੈ ਵੀ ਆਪਾਂ ਐਡੀ ਛੇਤੀ ਹਰ ਇੱਕ ਬੰਦੇ ਨੂੰ ਪ੍ਰਮਾਣ ਵੀ ਨਹੀਂ ਕਰ ਸਕਦੇ। ਸੋ ਮੇਰਾ ਕੋਈ ਇਤਰਾਜ਼ ਨਹੀਂ ਕਿਸੇ ਦੇ ਨਾਲ। ਹਾਂ ਬਿਲਕੁਲ, ਪ੍ਰਵਾਨਗੀ ਤੇ ਮੈਂ ਇੱਕ ਸਵਾਲ ਪੁੱਛਣਾ ਸੀ ਕਿ ਨਹੀਂ ਕਈ ਲੋਕ ਐਕਸੈਪਟ ਕਰ ਪਾ ਰਹੇ। ਜਦੋਂ ਮੈਂ ਸ਼ੁਰੂਆਤ 'ਚ ਇਹ ਗੱਲ ਕਹੀ ਕਿ ਸਾਰੇ ਕਹਿੰਦੇ ਨੇ ਤੁਸੀਂ ਮੁੱਦੇ ਬਿਲਕੁਲ ਠੀਕ ਚੁੱਕਦੇ ਹੋ, ਡਰੱਗਸ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ, ਰਾਈਟਸ ਦਾ ਮੁੱਦਾ, ਇਹ तमाम ਚੀਜ਼ਾਂ ਜੋ ਹੈ ਹਰ ਸਿੱਖ ਹਰ ਇਨਸਾਨ ਚਾਹੁੰਦਾ ਹੈ। ਪਰ ਕਈ ਵਾਰੀ ਉਹ ਕੀ ਦੇਖਦੇ ਨੇ ਕਿ ਹੁਣ ਤੱਕ ਨੁਮਾਇੰਦਗੀ ਕਰਨ ਵਾਲੇ ਆਉਂਦੇ ਨੇ ਪਰ ਉਹ ਆਪਣੇ ਹਿੱਤਾਂ ਨੂੰ ਦੇਖਦੇ ਹੋਏ ਬਸ ਉਹਨਾਂ ਦੇ ਹਿੱਤ ਹੀ ਅੱਗੇ ਰਹਿੰਦੇ ਨੇ। ਸੋ ਤੁਸੀਂ ਇਹਨਾਂ ਮੁੱਦਿਆਂ ਤੇ ਕਿਵੇਂ ਲੜਾਈ ਲੜੋਗੇ, ਇਹਨਾਂ तमाम ਚੀਜ਼ਾਂ ਨੂੰ ਕਿਵੇਂ ਐਡਰੈਸ ਕਰੋਗੇ? ਹੁਣ ਤੁਸੀਂ ਇਹਨਾਂ ਮੁੱਦਿਆਂ ਤੇ ਕੀ ਕਰ ਰਹੇ ਹੋ? ਦੇਖੋ, ਜਿਹੜੇ ਦੋ ਚੀਜ਼ਾਂ ਹੁੰਦੀਆਂ ਆਇਡੈਂਟੀਫਾਈ ਕਰਨ ਲਈ, ਕਿਸੇ ਦੀ ਪਛਾਣ ਕਰਨ ਲਈ ਵੀ ਬੰਦਾ ਕੋਈ ਸੀਰੀਅਸ ਹੈ ਕਿ ਨਹੀਂ ਹੈ, ਤੇ ਉਹ ਇੱਕ ਪਹਿਲੀ ਤੇ ਗੱਲ ਇਹ ਹੁੰਦੀ ਆ ਵੀ ਦੇਖੋ ਬੰਦੇ ਸਿੰਪਟਮਸ ਦੀ ਗੱਲ ਬਹੁਤ ਕਰਦੇ ਨੇ ਕਿ ਸਾਡੇ 'ਚ ਆਹ ਮੁਸ਼ਕਿਲ ਆ ਗਈ ਹੈ, ਸੋਲਿਊਸ਼ਨ ਦੀ ਗੱਲ ਕੋਈ ਨਹੀਂ ਕਰਦਾ। ਹੁਣ ਬਹੁਤੇ ਬੰਦਿਆਂ ਦਾ ਇਤਰਾਜ਼ ਹੈ ਵੀ ਤੁਸੀਂ ਸਿੰਪਟਮਸ ਦੀ ਗੱਲ ਕਰੋ, ਲੱਛਣਾਂ ਦੀ ਗੱਲ ਕਰੋ, ਗੁਲਾਮੀ ਦੀ ਗੱਲ ਨਾ ਕਰੋ। ਇਹਦੇ ਨਾਲ ਸਾਡੇ ਤੇ ਵਾਇਲੈਂਸ ਹੋਊਗੀ, ਹੈ ਨਾ। ਸਟੇਟ ਦਾ ਇੱਕ ਫੀਅਰ ਸਾਈਕੋਸਿਸ ਹੈ। ਮੁੱਦੇ ਕਦੇ ਵੀ ਆਪਣੇ ਆਪ ਪੈਦਾ ਨਹੀਂ ਹੁੰਦੇ, ਮੁੱਦੇ ਕਿਸੇ ਦੇ ਰਿਐਕਸ਼ਨ 'ਚੋਂ, ਕਿਸੇ ਸਿੰਪਟਮ ਦੇ ਵਜੋਂ ਪੈਦਾ ਹੁੰਦੇ। ਹੁਣ ਡਰੱਗ ਹੈ, ਡਰੱਗ ਕੋਈ ਐਸੀ ਚੀਜ਼ ਨਹੀਂ ਹੈਗੀ ਵੀ ਜਿਹੜੀ ਨੈਚੁਰਲੀ ਪੰਜਾਬ 'ਚ ਫੈਲ ਗਈ ਤੇ ਇੱਥੋਂ ਦੇ ਲੋਕਾਂ ਨੇ ਡਰੱਗ ਲੈਣਾ ਸ਼ੁਰੂ ਕਰਤਾ। ਪਹਿਲਾਂ ਜਿਹੜੀ ਵਾਇਲੈਂਸ ਹੋਈ ਹੈ ਫਿਜ਼ੀਕਲ ਰੂਪ ਦੇ ਵਿੱਚ, ਉਸ ਤੋਂ ਬਾਅਦ 'ਚ ਇੱਕ ਬਹੁਤ ਡਿਪਰੈਸ਼ਨ ਦਾ ਮਾਹੌਲ ਕੌਮ ਦੇ ਉੱਤੇ ਆ ਜਾਂਦਾ ਹੈ। ਇਹ ਹਰ ਕੌਮ ਨਾਲ ਵਾਪਰਦਾ ਹੈ ਔਰ ਦੁਨੀਆ ਭਰ ਦੇ ਉੱਤੇ ਪੈਟਰਨ ਰਿਹਾ ਹੈ ਵੀ ਜਿਹੜਾ ਡਰੱਗ ਦਾ ਜੈਨੋਸਾਈਡ ਹੈ ਉਹ ਵਾਇਲੈਂਸ ਤੋਂ ਬਾਅਦ 'ਚ ਆਉਂਦਾ, ਪਹਿਲਾਂ ਨਹੀਂ ਕਦੀ ਵੀ ਆਉਂਦਾ। ਇਹ ਚਾਹੇ ਤੁਸੀਂ ਅਮਰੀਕਨ ਜਿਹੜੇ ਲੋਕ ਨੇ ਉੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ 'ਤੇ ਵਰਤਿਆ ਗਿਆ ਜਾਂ ਓਰੀਜਨਲਸ 'ਤੇ ਵਰਤਿਆ ਗਿਆ ਔਰ ਦੁਨੀਆ ਭਰ ਦੀਆਂ ਕੌਮਾਂ 'ਤੇ ਇਹ ਫਾਰਮੂਲਾ ਵਰਤਿਆ ਗਿਆ। ਔਰ ਇਹਦੇ 'ਚੋਂ ਜੇ ਆਪਾਂ ਡਰੱਗ ਦੀ ਗੱਲ 'ਤੇ ਕਰੀ ਜਾਈਏ ਔਰ ਬੇਸਿਕ ਰੂਟ ਕਾਜ਼ ਦੀ ਗੱਲ ਕਰੀਏ ਨਾ ਵੀ ਇਹ ਕਿਉਂ ਆਇਆ ਤੇ ਇਹਨੂੰ ਦੂਰ ਕਿਵੇਂ ਕਰਨਾ ਹੈ। ਔਰ ਦੂਜੀ ਗੱਲ ਇਹ ਹੈ ਵੀ ਜਿਹੜਾ ਮਟੀਰੀਅਲਿਸਟਿਕ ਵਰਲਡ ਹੈ ਇਹਦੇ ਵਿੱਚ ਆਪਾਂ ਜਦੋਂ ਗੁਰੂ ਦਾ ਲੜ ਛੱਡ ਕੇ ਦੂਜੇ ਪਾਸੇ ਨੂੰ ਹੋ ਤੁਰੇ ਹਾਂ, ਉਹਦੇ 'ਚ ਸਾਨੂੰ ਇੱਕ ਸਫਰਿੰਗ ਜਿਹੜੀ ਹੈ ਚੱਲਣੀ ਪੈ ਰਹੀ ਹੈ, ਉਹਦੀ ਗੱਲ ਕੀਤੀ ਹੈ। ਸੋ ਬਹੁਤੇ ਲੋਕ ਜਿਹੜੇ ਅੰਡਰਸਟੈਂਡ ਨਹੀਂ ਕਰ ਪਾ ਰਹੇ ਨੇ, ਜਿਨ੍ਹਾਂ ਦੇ ਮਨ 'ਚ ਕੋਈ ਸ਼ੰਕਾ ਹੈ, ਔਰ ਮੈਂ ਉਹ ਸ਼ੰਕਾ ਬਾਰ-ਬਾਰ ਕਲੀਅਰ ਇਸ ਕਰਕੇ ਕਰ ਰਿਹਾ ਹਾਂ ਵੀ ਦੇਖੋ ਮੈਂ ਝੂਠ ਨਹੀਂ ਬੋਲ ਸਕਦਾ ਵੀ ਇਹ ਲੜਾਈ ਬਹੁਤ ਪੀਸਫੁਲ ਹੈ, ਇਹਦੇ 'ਚ ਕਿਸੇ ਦੀ ਕੋਈ ਉਂਗਲ ਨਾ ਵੱਢੀ ਜਾਊਗੀ, ਕਿਸੇ ਦਾ ਕੋਈ ਲਹੂ ਨਾ ਡੁੱਲੂਗਾ, ਇੱਦਾਂ ਨਹੀਂ ਹੁੰਦਾ। ਦੁਨੀਆ ਦੇ ਉੱਤੇ ਬਹੁਤ ਵੱਡੇ ਕੰਸਟਰਕਟਿਵ ਚੇਂਜਸ ਜਿਹੜੇ ਆ ਨਾ ਉਹ ਬਿਨਾਂ ਵਾਇਲੈਂਟ ਜਿਹੜੀ ਆ ਸੰਘਰਸ਼ 'ਤੇ ਨਹੀਂ ਆਉਂਦੇ ਹੁੰਦੇ। ਹਾਂ ਇਹ ਜ਼ਰੂਰ ਹੁੰਦਾ ਵੀ ਜੇ ਆਪਾਂ ਅੱਜ ਸਮਝਦੇ ਹਾਂ ਵੀ ਡੈਮੋਕ੍ਰੇਸੀਜ਼ ਮੈਚਿਓਰ ਹੋ ਗਈਆਂ ਬਹੁਤ, ਸੰਸਾਰ ਉੱਥੇ ਚੱਲ ਗਿਆ ਜਿੱਥੇ ਡਾਇਲੌਗ ਦੇ ਨਾਲ ਬੜੇ ਮਸਲੇ ਹੱਲ ਹੋ ਰਹੇ ਨੇ, ਉੱਥੇ ਅਸੀਂ ਪ੍ਰਾਇੋਰਟੀ ਨਹੀਂ ਦਿੰਦੇ ਵਾਇਲੈਂਸ ਨੂੰ ਕਦੇ ਵੀ। ਅਸੀਂ ਇਹ ਕਹਾਂਗੇ ਵੀ ਜਿੱਥੇ ਸਾਡਾ ਗੱਲਬਾਤ ਕੀਤੀ ਸਰਦਾ ਸਾਡਾ ਦਿਮਾਗ ਥੋੜ੍ਹੀ ਹਿੱਲਿਆ ਵੀ ਅਸੀਂ ਜਾ ਕੇ ਉੱਥੇ ਹਥਿਆਰ ਚੁੱਕੀ ਤੁਰੇ ਫਿਰੀਏ। ਅਸੀਂ ਇਹ ਚਾਹੁੰਦੇ ਹਾਂ ਵੀ ਹਿੰਦੁਸਤਾਨ ਦੀ ਸਟੇਟ ਨੇ ਸਾਡੇ ਤੇ ਬਹੁਤ ਵਾਇਲੈਂਸ ਕਰ ਲਈ, ਵੱਖ-ਵੱਖ ਰੂਪਾਂ 'ਚ ਕਰ ਲਈ ਹੈ। ਹੁਣ ਜੇ ਉਹਨੇ ਡਾਇਲੌਗ ਕਰਨਾ ਤੇ ਬੈਠ ਕੇ ਕਰੇ। ਤੇ ਸਾਡਾ ਸੋਲਿਊਸ਼ਨ ਅਸੀਂ ਸੋਵਰਨ ਰੂਲ ਚਾਹੁੰਦੇ ਹਾਂ ਆਪਣਾ, ਅਸੀਂ ਉੱਥੇ ਕਿਸੇ ਦੀ ਇਨਵੋਲਵਮੈਂਟ ਨਹੀਂ ਚਾਹੁੰਦੇ। ਉਹਦੇ 'ਚ ਬਹੁਤੇ ਲੋਕਾਂ ਨੂੰ ਡਰ ਸਟੇਟ ਦਾ ਹੀ ਲੱਗਦਾ ਔਰ ਫੀਅਰ ਸਾਈਕੋਸਿਸ ਐਸੀ ਚੀਜ਼ ਹੈ ਵੀ ਜਿਹੜੀ ਤੁਹਾਨੂੰ ਆਪਾ ਵਿਰੋਧੀ ਬਣਾ ਦਿੰਦੀ ਹੈ। ਇੰਡੀਵਿਜੂਅਲ 'ਤੇ ਵੀ ਕੰਮ ਕਰਦੀ ਹੈ, ਕੌਮੀ ਰੂਪ 'ਚ ਵੀ। ਹੁਣ ਕੌਮੀ ਰੂਪ 'ਚ ਕਿਵੇਂ ਕੰਮ ਕਰਦੀ ਹੈ ਵੀ ਸਾਡੇ ਬੰਦਿਆਂ ਨੂੰ ਮਾਰ ਪਈ ਹੈ ਆਪਣੇ ਹੱਕ ਦੀ ਆਵਾਜ਼ ਚੁੱਕਣ ਲਈ, ਔਰ ਸਾਡੇ ਹੀ ਕੁਝ ਬੰਦੇ ਉਸ ਪਈ ਮਾਰ ਨੂੰ ਆਪਣੇ ਆਪ ਨੂੰ ਦੋਸ਼ੀ ਮੰਨ ਕੇ ਬੈਠ ਗਏ। ਹੁਣ ਜਦੋਂ ਕੋਈ ਅਗਲਾ ਬੰਦਾ ਹੱਕਾਂ ਦੀ ਗੱਲ ਕਰਦਾ ਉਹਨਾਂ ਨੂੰ ਡਰ ਪੈ ਜਾਂਦਾ ਵੀ ਉਹ ਮਾਰ ਫਿਰ ਪਊਗੀ। ਐਕਚੁਅਲ ਦੇ ਵਿੱਚ ਤੇ ਜਿਹੜਾ ਤੁਹਾਨੂੰ ਮਾਰਨ ਵਾਲਾ ਹੈ ਔਰ ਉਹਦੇ ਕੋਲ ਮਾਰਨ ਦੀ ਕੈਪੈਸਿਟੀ ਹੈ, ਵਜ੍ਹਾ ਹੈ, ਸਾਰਾ ਕੁਝ ਹੈਗਾ, ਫਿਰ ਇਹ ਨਹੀਂ ਹੈਗਾ ਵੀ ਤੁਹਾਡੇ ਕਿਸੇ ਐਕਸ਼ਨ ਦਾ ਕਰਕੇ ਸਭ ਕੁਝ ਵਾਪਰਨਾ। ਜੈਨੋਸਾਈਡ ਇੱਦਾਂ ਹੀ ਹੁੰਦਾ। ਹੁਣ ਜੈਨੋਸਾਈਡ ਦਾ ਥ੍ਰੈਟ ਸਿੱਖਾਂ ਨੂੰ ਮਿਲਦਾ, ਕਿਉਂ ਹਿੰਦੂਆਂ ਨੂੰ ਥ੍ਰੈਟ ਨਹੀਂ ਮਿਲਦਾ ਜੈਨੋਸਾਈਡ ਦਾ? ਕਿਉਂਕਿ ਦੂਜੀਆਂ ਕੌਮਾਂ ਉਹਨਾਂ ਦਾ ਜੈਨੋਸਾਈਡ ਕਰਨ ਦੀ ਕੈਪੈਸਿਟੀ 'ਚ ਨਹੀਂ ਹੈਗੀਆਂ। ਜਦੋਂ ਕੈਪੈਸਿਟੀ 'ਚ ਨਾ ਹੋਣ ਤੇ ਜੈਨੋਸਾਈਡ ਦਾ ਥ੍ਰੈਟ ਮਿਲ ਹੀ ਨਹੀਂ ਸਕਦਾ ਕਿਸੇ ਨੂੰ। ਹੁਣ ਸਿੱਖਾਂ ਨੂੰ ਮਿਲ ਰਿਹਾ ਹੈ ਤੇ ਸਿੱਖਾਂ ਨੂੰ ਇਸ ਕਰਕੇ ਨਹੀਂ ਮਿਲ ਰਿਹਾ ਵੀ ਸਿੱਖ ਉਹ ਗਲਤੀ ਕਰ ਰਹੇ ਨੇ, ਉਹ ਇਸ ਕਰਕੇ ਮਿਲ ਰਿਹਾ ਵੀ ਇੱਕ ਕੌਮ ਸਿੱਖਾਂ ਦਾ ਜੈਨੋਸਾਈਡ ਕਰਨਾ ਚਾਹੁੰਦੀ ਹੈ, ਉਹਦੇ ਕੋਲ ਪੋਟੈਂਸ਼ੀਅਲ ਵੀ ਹੈਗਾ, ਉਹਦੇ ਕੋਲ ਰਿਸੋਰਸਿਸ ਵੀ ਹੈਗੇ, ਉਹਦੇ ਕੋਲ ਬਿਊਰੋਕ੍ਰੇਸੀ ਵੀ ਆ, ਆਰਮੀ, ਸਾਰਾ ਕੁਝ ਹੈਗਾ। 84 ਜਿਹੋ ਕੁਝ ਵਾਪਰਿਆ ਔਰ ਉਹ
ਮਾੜੀ ਮੋਟੀ ਸਿੱਖ ਜਦੋਂ ਆਪਣੇ ਹੱਕਾਂ ਦੀ ਗੱਲ ਕਰਦੇ ਆ ਤੇ ਉਹ ਥ੍ਰੈਟ ਹੀ ਦਿੰਦੇ ਵੀ ਤੁਹਾਡਾ ਜੈਨੋਸਾਈਡ ਕਰ ਦੇਣਗੇ। ਔਰ ਉਹ ਫੀਅਰ ਸਾਈਕੋਸਿਸ ਹੀ ਸਾਡੀ ਕੌਮ ਦੇ ਕੁਝ ਬੰਦਿਆਂ ਨੂੰ ਆਪਾ ਵਿਰੋਧੀ ਬਣਾ ਰਿਹਾ, ਸੈਲਫ ਹੇਟ ਚ ਪਾ ਰਿਹਾ। ਔਰ ਉਹਨਾਂ ਨੂੰ ਐ ਲੱਗਦਾ ਵੀ ਜੇ ਸਾਨੂੰ ਮਾਰ ਪੈਂਦੀ ਹੈ ਤੇ ਕੋਈ ਨਾ ਕੋਈ ਸਾਡੀ ਗਲਤੀ ਹੈ। ਇਹ ਫਨੋਮਨਾ ਨਾ ਆਮ ਤੌਰ ਤੇ ਸੈਲਫ ਹੇਟ ਦਾ ਵੀ ਜਦੋਂ ਕਿਸੇ ਤੇ ਐਕਸਟ੍ਰੀਮ ਵਾਇਲੈਂਸ ਹੋਵੇ ਉਹ ਬੰਦੇ ਸੈਲਫ ਹਾਰਮ ਕਰਨਾ ਸ਼ੁਰੂ ਕਰਦੇ ਨੇ ਇੰਡੀਵਿਜੂਅਲ ਤੌਰ ਤੇ। ਇਹ ਕੇਸ ਡੋਮੈਸਟਿਕ ਵਾਇਲੈਂਸ ਇਹੋ ਜਿਹੇ ਬੜੇ ਕੇਸ ਹੁੰਦੇ ਆ। ਆਪਣੇ ਆਪ ਨੂੰ ਦੋਸ਼ੀ ਕਹਿਣਾ, ਹਰ ਗੱਲ ਦੇ ਵਿੱਚ ਆਪਣਾ ਦੋਸ਼ ਕੱਢੀ ਜਾਣਾ, ਇਹ ਫਨੋਮਨਾ ਪੂਰੀ ਕੌਮ ਤੇ ਵਾਪਰ ਰਿਹਾ। ਇਹਦੇ ਚੋਂ ਬਾਹਰ ਨਿਕਲਣ ਦਾ ਇੱਕੋ ਤਰੀਕਾ ਹੈ ਵੀ ਜਿਵੇਂ ਬਲੈਕਸ ਨੇ ਕੀਤਾ BLM ਦੇ ਵਿੱਚ, ਉਹਨਾਂ ਨੇ ਕਿਹਾ ਵੀ ਸਾਡੇ ਤੇ ਵਾਇਲੈਂਸ ਹੋਈ ਹੈ ਤੇ ਜੇ ਅਸੀਂ ਅੱਗੇ ਵਾਇਲੈਂਸ ਕਰਦੇ ਹਾਂ ਜਾਂ ਵੈਸੇ ਹੀ ਅੱਗਾਂ ਲਾ ਦਿੰਦੇ ਸੜਕਾਂ ਸ਼ਹਿਰਾਂ ਨੂੰ ਤੇ ਸਾਨੂੰ ਕੋਈ ਵਾਇਲੈਂਟ ਨਹੀਂ ਕਹਿ ਸਕਦਾ। ਇਹ ਸਾਡੀ ਵਾਇਲੈਂਸ ਜਸਟੀਫਾਈਡ ਹੈ ਕਿਉਂਕਿ ਅਸੀਂ ਇਨਹੇਲ ਕੀਤੀ ਹੈ ਤੇ ਇਹਨੂੰ ਅਸੀਂ ਆਪਣੇ ਅੰਦਰ ਰੱਖ ਕੇ ਆਪਣਾ ਉਜਾੜਾ ਨਹੀਂ ਕਰ ਸਕਦੇ। ਅਸੀਂ ਤੇ ਉਹੋ ਜਿਹਾ ਵੀ ਕੋਈ ਕੰਮ ਨਹੀਂ ਕੀਤਾ। ਕਿਹੜੇ ਵੱਡੇ ਸੰਘਰਸ਼ ਕਿਸਾਨੀ ਮੋਰਚੇ ਦੇ ਹੋਏ, ਕਿਸੇ ਦੁਕਾਨ ਨੂੰ ਨਹੀਂ ਲੁੱਟਿਆ, ਕਿਸੇ ਨੂੰ ਅੱਗ ਨਹੀਂ ਲਾਈ ਹੈ। ਆ ਇੱਕ ਮੜ ਜਿਹਾ ਸੂਰੀ ਦਾ ਕਤਲ ਹੋਇਆ ਸੀ ਤੇ ਉਸ ਵੇਲੇ ਦੁਕਾਨਾਂ ਅੱਗ ਲਾ ਕੇ ਤੇ ਘਰ ਭੰਨ ਦਿੱਤੀ ਕਿਸੇ ਦੀ। ਸੋ ਇਹ ਕਿਉਂ ਵਾਪਰਦਾ ਹੈ? ਕਿਉਂਕਿ ਕਿਸੇ ਕੌਮ ਦੇ ਵਿੱਚ ਜੈਨੋਸਾਈਡਲ ਇੰਪਲਸਸ ਹੁੰਦੀਆਂ, ਕਿਸੇ 'ਚ ਨਹੀਂ ਹੁੰਦੀਆਂ। ਇਹ ਫਰਕ ਹੁੰਦਾ ਹੈ। ਅੱਜ ਜਿਹੜੇ ਸਾਡੇ ਬੰਦੇ ਆਪਣਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਵੀ ਕਿਤੇ ਨਾ ਕਿਤੇ ਗੁਲਾਮੀ ਜਿਹੜੀ ਆ ਉਹਨਾਂ ਕੋਲੇ ਸਾਰਾ ਕੁਝ ਕਰਾ ਰਹੀ ਹੈ। ਕਿਸਾਨ ਅੰਦੋਲਨ ਹੁਣ ਰੀਸੈਂਟ ਹੀ ਲੜਿਆ ਗਿਆ ਹੈ, ਬੜੇ ਸ਼ਾਂਤਮਈ ਤਰੀਕੇ ਨਾਲ ਹੋਇਆ। ਕੀ ਤੁਹਾਨੂੰ ਲੱਗਦਾ ਹੈ ਕਿ ਹਥਿਆਰ ਜ਼ਰੂਰੀ ਨੇ ਅੰਦੋਲਨ ਦੇ ਲਈ, ਲੜਾਈ ਦੇ ਲਈ, ਆਪਣੇ ਹੱਕਾਂ ਦੇ ਲਈ? ਪਰ ਤੁਸੀਂ ਇਹ ਗੱਲ ਵੀ ਵੇਖੋ ਨਾ ਵੀ ਉਹਦੀ ਆਊਟਪੁੱਟ ਕੀ ਹੈ। ਅਸੀਂ ਐਸੇ ਬਿੱਲਾਂ ਨੂੰ ਵਾਪਸ ਕਰਾਤਾ ਜਿਹੜੇ ਕਦੇ ਆਏ ਨਹੀਂ ਸੀ। ਕਿਸਾਨ ਸੁਸਾਈਡ ਕਰ ਰਹੇ ਸੀ, ਉਹ ਕਰਦੇ ਰਹਿਣਗੇ ਜਿੰਨਾ ਚਿਰ ਕੋਈ ਕੰਸਟਰਕਟਿਵ ਚੇਂਜਸ ਨਹੀਂ ਆਉਂਦੇ। ਹਥਿਆਰ ਜ਼ਰੂਰੀ ਨਹੀਂ ਹੁੰਦੇ। ਹਥਿਆਰ ਜਿਹੜੇ ਨੇ ਉਹ ਕੋਈ ਐਸੀ ਚੀਜ਼ ਨਹੀਂ ਜਿਹੜੀ ਚੀਜ਼ ਆਪਾਂ ਇਹ ਸਮਝ ਲਈਏ ਵੀ ਹਥਿਆਰ ਇੱਕ ਪਾਵਰ ਹੈ। ਸਟੇਟ ਕੋਲ ਹੈਗੇ ਨੇ। ਹੁਣ ਸਟੇਟ ਸਾਡੇ ਨਾਲ ਨੈਗੋਸ਼ੀਏਟ ਬੇਸ਼ੱਕ ਬੈਠ ਕੇ ਟੇਬਲ ਤੇ ਕਰ ਰਹੀ ਸੀ, ਪਰ ਅਸੀਂ ਉਹਦੇ ਨਾਲ ਕਿਉਂ ਨੈਗੋਸ਼ੀਏਟ ਕਰ ਰਹੇ ਸੀ? ਕਿਉਂਕਿ ਸਟੇਟ ਪਿੱਛੇ ਤੇ ਆ ਜਾ ਕੇ ਅਖੀਰ ਤੇ ਸਟੇਟ ਮਿਲਟਰੀ ਤੇ ਡਿਪੈਂਡੈਂਟ ਹੈ ਨਾ। ਜੇ ਕੋਈ ਉਹਨੇ ਫਰਜ਼ ਕਰੋ, ਇੱਕ ਸਿੰਪਲ ਗੱਲ ਹੈ, ਕਿਸੇ ਨੂੰ ਸੰਮਣ ਕਰਨਾ ਹੈ, ਉਹ ਬੰਦਾ ਸੰਮਣ ਦੀ ਤਰੀਕ ਤੇ ਨਹੀਂ ਪਹੁੰਚਦਾ, ਪੁਲਿਸ ਨੂੰ ਚੱਕਣ ਚਲ ਜਾਂਦੀ ਹੈ। ਹੁਣ ਪੁਲਿਸ ਤੇ ਡਾਇਲੋਗ ਨਹੀਂ ਕਰਨ ਜਾ ਰਹੀ, ਉਹ ਤੇ ਇੰਪੋਜੀਸ਼ਨ ਕਰਨ ਜਾ ਰਹੀ ਉੱਥੇ। ਇਸੇ ਤਰੀਕੇ ਨਾਲ ਜਿਹੜੇ ਵੈਪਨ ਹੁੰਦੇ ਨੇ ਕਿਸੇ ਵੀ ਕਿਸਮ ਦੇ, ਵੈਪਨ ਤੁਹਾਡੀ ਨੈਗੋਸ਼ੀਏਸ਼ਨ ਦੀ ਪਾਵਰ ਨੂੰ ਵਧਾਉਂਦੇ ਨੇ। ਹੈ ਸ਼ਸਤਰ ਕੇ ਅਧੀਨ ਹੈ ਰਾਜ ਦਾ ਅਰਥ ਇਹ ਹੀ ਹੈ ਤੁਸੀਂ ਇਹਨੂੰ ਵਰਤੋ ਨਾ ਵਰਤੋ ਵੱਖਰਾ ਵਿਸ਼ਾ ਹੈ। ਹੁਣ ਸਾਡੇ ਹੱਥ 'ਚ ਸ਼੍ਰੀ ਸਾਹਿਬ ਹੈ, ਤੇਗ ਹੈ। ਹੁਣ ਕੋਈ ਬੰਦਾ ਸਾਡੇ ਨਾਲ ਗੱਲ ਕਰਨ ਆਊਗਾ ਤੇ ਉਹ ਇਸ ਗੱਲ ਦਾ ਹੱਥ ਮਨ 'ਚ ਰੱਖ ਕੇ ਆਊਗਾ ਵੀ ਇਹਨਾਂ ਕੋਲ ਹੈਗਾ, ਉਸ ਤਰੀਕੇ ਦੀ ਨੈਗੋਸ਼ੀਏਸ਼ਨ ਹੋਊਗੀ। ਪਾਵਰਲੈਸ ਕੌਮਾਂ ਦੇ ਨਾਲ ਕੋਈ ਨੈਗੋਸ਼ੀਏਸ਼ਨ ਨਹੀਂ ਕਰਦਾ। ਸਾਨੂੰ ਜੰਗ ਦੇ ਮੈਦਾਨ 'ਚ ਤਗੜੇ ਹੋਣਾ ਪੈਣਾ, ਫਿਰ ਕੋਈ ਸਾਨੂੰ ਮਤਲਬ ਟੇਬਲ ਤੇ ਬਿਠਾਊ ਤੇ ਫਿਰ ਕੋਈ ਸਾਡੇ ਨਾਲ ਗੱਲ ਕਰੂ। ਇਸ ਕਰਕੇ ਦੂਜੀ ਗੱਲ ਜਿਹੜਾ ਹੁਕਮ ਹੈ ਸ਼ਸਤਰ ਰੱਖਣ ਦਾ, 10ਵੇਂ ਪਾਤਸ਼ਾਹ ਨੂੰ ਕੋਈ ਐਵੇਂ ਨਹੀਂ ਦੇ ਦਿੱਤਾ। ਉਹ ਇਸੇ ਕਰਕੇ ਦਿੱਤਾ ਵੀ ਸ਼ਸਤਰਹੀਣ ਮਨੁੱਖ ਭੇਡਦੀ ਨਹੀਂ, ਉਹਨੂੰ ਕੰਨੋਂ ਫੜ ਕੇ ਕਿਤੇ ਵੀ ਲੈ ਜਾਓ। ਸੋ ਅਸੀਂ ਤੇ ਨੌਜਵਾਨਾਂ ਨੂੰ ਕਿਹਾ ਵੀ ਤਿਆਰ-ਬਰ ਤਿਆਰ ਰਹੋ। ਦਿੱਲੀ 'ਚ ਜਿਹੜਾ ਸਾਡਾ ਕਾਂਡ ਹੋਇਆ ਉਹਦੀ ਇੱਕ ਬਹੁਤ ਵੱਡੀ ਵਜ੍ਹਾ ਇਹ ਸੀ ਵੀ ਅਸੀਂ ਮਟੀਰੀਅਲਿਸਟਿਕ ਹੋ ਕੇ, ਮਾਡਰਨਿਟੀ 'ਚ ਫਸ ਕੇ, ਧਰਮ ਤੋਂ ਦੂਰ ਹੋ ਕੇ ਸ਼ਸਤਰਹੀਣ ਹੋ ਗਏ ਸੀ, ਸ਼ਸਤਰ ਵਿੱਦਿਆ ਤੋਂ ਦੂਰ ਹੋ ਗਏ ਸੀ, ਧਾਰਮਿਕ ਵਿੱਦਿਆ ਤੋਂ ਦੂਰ ਹੋ ਗਏ ਸੀ ਤੇ ਉਹਦੇ ਨਾਲ ਹੀ ਸਾਡਾ ਨੁਕਸਾਨ ਹੋਇਆ ਬਹੁਤ ਵੱਡਾ। ਮਤਲਬ ਵੱਡੀ ਗੱਲ ਹੈ ਕਿ ਤੁਸੀਂ ਇਹ ਡਾਇਲੌਗ ਚਾਹੁੰਦੇ ਹੋ ਸਰਕਾਰਾਂ ਦੇ ਨਾਲ। ਕੀ ਤੁਸੀਂ ਇਨੀਸ਼ੀਏਟ ਕੀਤਾ ਹੈ ਅਜੇ ਤੱਕ ਜਦੋਂ ਦੇ ਤੁਸੀਂ ਦੁਬਈ ਤੋਂ ਪੰਜਾਬ ਆਏ ਹੋ ਕਿ ਕੇਂਦਰ ਸਰਕਾਰ ਦੇ ਨਾਲ, ਪੰਜਾਬ ਸਰਕਾਰ ਦੇ ਨਾਲ, ਕਿਸੇ ਨੁਮਾਇੰਦੇ ਨਾਲ, ਕਿਸੇ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਹੋਵੇ? ਕਿਉਂਕਿ ਸਪੀਚਸ ਤਾਂ ਉਹਨਾਂ ਨੇ ਵੀ ਸੁਣੀਆਂ ਹੋਣਗੀਆਂ ਕੇਂਦਰ ਸਰਕਾਰ ਦੀ, ਸੂਬਾ ਸਰਕਾਰ ਦੀ, ਬਿਲਕੁਲ ਤੁਹਾਡੇ ਤੇ ਨਜ਼ਰ ਹੋਵੇਗੀ ਕਿ ਡਾਇਲੌਗ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਇਨੀਸ਼ੀਏਟਿਵ ਹੁਣ ਤੱਕ ਹੋਇਆ? ਨਹੀਂ, ਕੁਛ ਬਿਊਰੋਕ੍ਰੇਸੀ 'ਚੋਂ ਤੇ ਆਉਂਦੇ ਹੀ ਆ, ਭਾਵੇਂ ਉਹ ਆਪਣੀ ਤੁਹਾਨੂੰ ਸਮਝਣ ਆਉਂਦੇ ਹੋਣਗੇ ਜਾਂ ਫਿਰ ਇਨਫੋਰਮੇਸ਼ਨ ਲੈਣ ਆਉਂਦੇ ਜਾਂ ਸਾਡਾ ਕੀ ਪਲਾਨ ਹੈ ਉਹ ਸੁਣਨ ਆਉਂਦੇ ਨੇ। ਅਸੀਂ ਤੇ ਕਿਹਾ ਵੀ ਖੁੱਲੀ ਕਿਤਾਬ ਹੈ, ਕੋਈ ਲਿਕਾਸ਼ ਪਾ ਕੇ ਕੰਮ ਨਹੀਂ ਹੈਗਾ। ਡਾਇਲੌਗ ਉੱਥੇ ਹੁੰਦਾ ਜਿੱਥੇ ਮਤਲਬ ਅਗਲੇ ਬੰਦੇ ਇਹ ਐਕਸੈਪਟ ਕਰਨ ਵੀ ਕੋਈ ਪ੍ਰੋਬਲਮ ਹੈਗੀ ਹੈ। ਸੈਂਟਰ ਦੀ ਇਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਹੈ ਪੰਜਾਬ ਦੀ ਗੌਰਮੈਂਟ ਦੀ ਵੀ ਉਹ ਐਕਸੈਪਟ ਹੀ ਨਹੀਂ ਕਰ ਰਿਹਾ ਵੀ ਕੋਈ ਪ੍ਰੋਬਲਮ ਹੈ। ਕੀ ਗੱਲ ਕਰਦੇ ਨੇ? ਜਿਵੇਂ ਤੁਸੀਂ ਕਿਹਾ ਕੁਝ ਅਧਿਕਾਰੀ ਆਏ ਨੇ ਤੁਹਾਡੇ ਕੋਲ। ਨਹੀਂ, ਉਹ ਤੇ ਆਪਣਾ ਸਾਡਾ ਕੀ ਪਲਾਨ ਹੈ, ਅਸੀਂ ਕੀ ਕਰਨਾ ਚਾਹੁੰਦੇ ਆ, ਉਹ ਤੇ ਆਪਣੀ ਇੱਕ ਉਹਨਾਂ ਦੀ ਇੱਕ ਡਿਊਟੀ ਲੱਗੀ ਹੈ ਇੰਟੈਲੀਜੈਂਸ ਦੇ ਰੂਪ ਦੇ ਵਿੱਚ, ਹੈ ਨਾ। ਉਹ ਉਹਨਾਂ ਦੀ ਠੀਕ ਵੀ ਆ ਔਰ ਉਹਨਾਂ ਨੇ ਕੁਛ ਨੇ ਮਤਲਬ ਜ਼ਰੂਰੀ ਵੀ ਹੁੰਦਾ। ਉਹਨਾਂ ਨੇ ਆਪਣਾ ਜਿਹੜੀ ਮੈਨੇਜਮੈਂਟ ਕਰਨੀ ਹੈ ਸਾਰੀ ਲਾਅ ਐਂਡ ਆਰਡਰ ਨੂੰ ਦੇਖ ਕੇ ਵੀ ਸਾਡਾ ਕੀ ਪਲਾਨ, ਉਹ ਤੇ ਉਹਨਾਂ ਦੀ ਡਿਊਟੀ ਹੈ। ਤੁਸੀਂ ਕੀ ਸਮਝਾਇਆ ਫਿਰ ਉਹਨਾਂ ਨੂੰ? ਉਹ ਕੀ ਸਮਝ ਕੇ ਗਏ? ਅਸੀਂ ਤਾਂ ਉਹਨਾਂ ਨੂੰ ਇਹੋ ਹੀ ਗੱਲ ਦੱਸੀ ਹੈ ਵੀ ਦੇਖੋ ਧਰਮ ਪ੍ਰਚਾਰ ਦਾ ਰਾਹ ਹੈ ਔਰ ਧਰਮ ਪ੍ਰਚਾਰ ਕਰਨਾ ਹੈ, ਨੌਜਵਾਨਾਂ ਨੂੰ ਨਸ਼ਿਆਂ ਤੋਂ ਛਡਾਉਣਾ। ਹੁਣ ਇੱਥੇ ਕਈ ਨੌਜਵਾਨ ਨੇ, ਕੋਈ 20-25 ਅੱਜ ਦੀ ਡੇਟ ਦੇ ਵਿੱਚ ਜਿਹੜਾ ਨਸ਼ਾ ਛੱਡ ਕੇ ਅੰਮ੍ਰਿਤ ਛਕਿਆ, ਹੁਣ ਉਹ ਇੱਥੇ ਰਹਿੰਦੇ ਨੇ। ਉਹਨਾਂ ਦੀ ਦਵਾ ਦਾਰੂ ਜਿਹੜੀ ਹੈ, ਉਹਨਾਂ ਦਾ ਜੋ ਵੀ ਕੁਛ ਉਹ ਵੇਖਿਆ ਜਾਂਦਾ ਹੈ ਔਰ ਇਹਨੂੰ ਅਸੀਂ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਹਾਂ। ਔਰ ਕੰਮ ਤੇ ਸਰਕਾਰਾਂ ਦਾ ਨਸ਼ਾ ਨਾ ਵਿਕਣ ਦੇਣਾ, ਨੌਜਵਾਨਾਂ ਨੂੰ ਬਚਾਉਣਾ, ਇਹ ਸਾਰਾ ਕੁਝ। ਪਰ ਉਹ ਸਰਕਾਰਾਂ ਫੇਲ ਹੋ ਰਹੀਆਂ ਔਰ ਫੇਲ ਹੋ ਕੇ ਮੰਨ ਨਹੀਂ ਰਹੀਆਂ ਵੀ ਅਸੀਂ ਫੇਲ ਹੋ ਰਹੇ ਹਾਂ। ਬੇਅਦਬੀ ਦੇ ਮੁੱਦੇ ਤੇ ਵੀ ਇੱਦਾਂ ਹੋ ਰਿਹਾ। ਹੁਣ ਹੰਗਾਮੀ ਮੀਟਿੰਗਾਂ ਸੱਦੀਆਂ ਜਾਂਦੀਆਂ ਜੇ ਕਿਸੇ ਦਾ ਕਤਲ ਹੋ ਜੇ,
7-8 ਸਾਲ ਤੋਂ ਜੇ ਕੋਈ ਸਵਾਲ ਕਰੇ ਵੀ ਬੇਅਦਬੀ ਵਰਗੇ ਸੰਗੀਨ ਆਰੋਪੀ ਨੂੰ ਜ਼ਮਾਨਤ ਕਿਉਂ ਮਿਲਦੀ ਹੈ ਔਰ ਜ਼ਮਾਨਤ ਦੇ ਉੱਤੇ ਸਿਕਿਉਰਿਟੀ ਕਿਉਂ ਦਿੱਤੀ ਜਾਂਦੀ ਹੈ। ਇਹਦਾ ਮਤਲਬ ਇਹ ਹੈ ਵੀ ਸਰਕਾਰਾਂ ਜਿੰਨਾ ਚਿਰ ਇਗਨੋਰੈਂਟ ਰਹਿਣਗੀਆਂ, ਹਕੂਮਤਾਂ ਕਿਤੇ ਵੀ ਇਗਨੋਰੈਂਟ ਰਹਿਣਗੀਆਂ, ਉਹਨਾਂ ਚਿਰ ਕੋਈ ਨਾ ਕੋਈ ਸੰਘਰਸ਼ ਤੇ ਉੱਠੂਗਾ ਔਰ ਉਹਦਾ ਰੂਪ ਕੋਈ ਵੀ ਹੋ ਸਕਦਾ, ਚਾਹੇ ਉਹ ਵਾਇਲੈਂਟ ਹੋਵੇ ਚਾਹੇ ਕੋਈ ਨਾਨ ਵਾਇਲੈਂਟ ਹੋਵੇ। ਇਹ ਤੇ ਵੱਖਰਾ ਵਿਸ਼ਾ, ਸੰਘਰਸ਼ ਹੀ ਹੁੰਦਾ ਹੈ ਔਰ ਉਹਦੀ ਸੰਘਰਸ਼ ਦੇ ਵਿੱਚ ਇੱਕ ਨਿਸ਼ਾਨਾ ਵੀ ਹੁੰਦਾ। ਸੋ ਅੱਜ ਅਸੀਂ ਹਕੂਮਤ ਨੂੰ ਇਹੋ ਗੱਲ ਕਹਿੰਦੇ ਹਾਂ ਵੀ ਸਾਡੇ ਨਾਲ ਬੇਸ਼ੱਕ ਤੁਸੀਂ ਨੈਗੋਸ਼ੀਏਟ ਕਰੋ ਜਾਂ ਨਾ ਕਰੋ, ਮੈਟਰ ਨਹੀਂ ਕਰਦਾ। ਤੁਸੀਂ ਇਸ ਚੀਜ਼ ਨੂੰ ਐਡਮਿਟ ਕਰ ਲਓ ਵੀ ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਔਰ ਸਿੱਖਾਂ ਨੂੰ ਅਸਿਮੀਲੇਟ ਨਹੀਂ ਕੀਤਾ ਜਾ ਸਕਦਾ, ਨਾ ਐਲੀਮੀਨੇਟ ਕੀਤਾ ਜਾ ਸਕਦਾ। ਔਰ ਜੇ ਦੁਨੀਆ ਦੇ ਭਰ ਦੇ ਵਿੱਚ ਸਿੱਖ ਇਹ ਰੌਲਾ ਪਾ ਰਹੇ ਨੇ ਵੀ ਸਾਨੂੰ ਆਜ਼ਾਦੀ ਚਾਹੀਦੀ ਹੈ, ਤਾਂ ਉਹਦੀ ਵਜ੍ਹਾ ਤੁਹਾਨੂੰ ਲੱਭਣ ਦੀ ਲੋੜ ਹੈ ਔਰ ਪਤਾ ਹੈ ਉਹਨਾਂ ਨੂੰ ਕਿਉਂ ਹੈ। ਅੱਜ ਦੇਖੋ ਇੱਥੇ ਪ੍ਰੈਸ ਕਾਨਫਰੰਸ ਹੁੰਦੀ ਹੈ, ਮੈਂ ਤਾਂ ਨਾਂ ਨਹੀਂ ਲੈਣਾ, ਉਹ ਫਿਰ ਉੱਠ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਵਾਇਲੈਂਸ ਕੀ ਕਰਦੇ ਨੇ ਵੀ ਸਿੱਖ ਤੇ ਹਿੰਦੂਆਂ ਨੂੰ ਅੱਡ ਨਾ ਕਹੋ ਜੀ। ਹੁਣ ਸਾਡੇ ਗੁਰੂ ਨੂੰ ਕਿਹਾ ਨਾਮ ਹਿੰਦੂ ਨਾ ਮੁਸਲਮਾਨ। ਜੇ ਕਿਸੇ ਨੂੰ ਕਿਸੇ ਦੀ ਆਇਡੈਂਟੀਟੀ ਨੂੰ ਤੁਸੀਂ ਮੰਨੋ ਨਾ, ਇਹ ਕਿੱਡੀ ਵੱਡੀ ਵਾਇਲੈਂਸ ਹੈ। ਮੈਂ ਤੁਹਾਨੂੰ ਕਹਿ ਦੇਵਾਂ ਵੀ ਤੁਸੀਂ ਵੱਖਰੇ ਨਹੀਂ ਜੀ, ਤੁਸੀਂ ਅੰਗ ਹੀ ਹੋ ਮੇਰਾ ਕੋਈ, ਇਹ ਕਿੱਡੀ ਤਗੜੀ ਵਾਇਲੈਂਸ ਹੈ। ਪਰ ਇਹਨੂੰ ਰੈਕੋਗਨਾਈਜ਼ ਨਹੀਂ ਕੀਤਾ ਜਾ ਰਿਹਾ ਹੈ। ਇਹ ਜਿਹੜੀ ਸਟੇਟ ਹੈ ਮੌਕੇ ਦੇ ਉੱਤੇ ਇੱਕ ਤੇ ਮੈਚਿਓਰ ਨਹੀਂ, ਡੈਮੋਕ੍ਰੈਟਿਕ ਲੈਵਲ ਦੇ ਉੱਤੇ, ਇੱਕ ਇੰਟੈਲੈਕਚੁਅਲ ਲੈਵਲ ਦੇ ਉੱਤੇ ਬੜੇ ਬੈਂਕਰਪਸੀ ਹੋ ਗਈ ਹੈ ਇਸ ਮੁਲਕ ਦੇ ਵਿੱਚ ਵੀ ਕੋਈ ਵੀ ਬੰਦਾ ਇੰਟੈਲੈਕਚੁਅਲ ਗੱਲ ਕਰਨ ਦੇ ਕਾਬਿਲ ਨਹੀਂ ਹੈਗਾ। ਉਹ ਬੰਦੇ ਗੱਲ ਆ ਜਾ ਕੇ ਸਿੱਧੀ ਕਰਦੇ, ਜਿਹੜੇ ਆਪਣੇ ਵੀ ਬੰਦੇ ਆ ਪੰਥਕ ਧਿਰਾਂ ਤੋਂ ਲੈ ਕੇ ਦੂਜੀਆਂ ਧਿਰਾਂ, ਉਹਨਾਂ ਦੀ ਸਿੱਧੀ ਟੇਕ ਇਹ ਲੱਗੀ ਆ ਵੀ ਫਲਾਣਾ ਪੁੱਤ ਮਰਵਾ ਦੂਗਾ, ਫਲਾਣਾ ਉਹ ਕਰ ਦੂਗਾ, ਜੇ ਕਰ ਦੂਗਾ। ਹੁਣ ਇੱਕ ਪਾਸੇ ਆਪਾਂ ਵਾਇਲੈਂਸ ਨੂੰ ਸੈਲੀਬ੍ਰੇਟ ਕਰਦੇ ਹਾਂ, ਫੌਜ ਦਾ ਜਵਾਨ ਸ਼ਹੀਦ ਹੁੰਦਾ ਸੈਲੀਬ੍ਰੇਟ ਕਰਦੇ ਹਾਂ ਵੀ ਠੀਕ ਹੈ ਜੀ ਫੌਜ ਦੀ ਰਾਖੀ ਕਰ ਲਿਆ। ਮੈਂ ਤਾਂ ਕਿਹਾ ਵੀ ਜੇ ਡਾਇਲੌਗ ਏਡੀ ਵੱਡੀ ਚੀਜ਼ ਹੈ ਤੇ ਫਿਰ ਤੁਸੀਂ ਪਾਕਿਸਤਾਨ ਨਾਲ ਚੀਨ ਨਾਲ ਡਾਇਲੌਗ ਕਰ ਲਓ। ਉੱਥੇ ਕਿਉਂ ਜਿਹੜੇ ਆਪਾਂ ਵੈਪਨ ਤੇ ਡਿਫੈਂਸ ਤੇ ਇੰਨਾ ਪੈਸਾ ਬਿਲੀਅਨਸ ਆਫ ਡਾਲਰ ਖਰਚਾ ਹੋ ਰਿਹਾ ਹੈ ਤੇ ਉਹ ਸਾਰਾ ਫੋਕਸ ਸਾਡੇ ਤੇ ਕਰੀ ਜਾਣਾ ਵੀ ਇਹਨਾਂ ਕੋਲ 4 ਹਥਿਆਰ ਨੇ, ਲਾਇਸੈਂਸੀ ਹਥਿਆਰ, ਉਹ ਵੀ ਮਤਲਬ ਕੋਈ ਇਦਾਂ ਦੇ ਤੇ ਨਹੀਂ ਹੈਗੇ ਵੀ ਜਿਹੜੇ ਮਤਲਬ ਦੁਨੀਆ ਦੀਆਂ ਫੌਜਾਂ ਨੂੰ ਹਰਾ ਦੇਣਗੇ ਸਾਰੀਆਂ ਨੂੰ ਪਰ ਕਿਉਂਕਿ ਉਹ ਨਹੀਂ ਚਾਹੁੰਦੇ ਮਾਡਰਨ ਸਟੇਟਾਂ ਦਾ ਇਹ ਫੀਨੋਮੀਨਾ ਅਮਰੀਕਾ 'ਚ ਵੀ ਵਾਪਰ ਰਿਹਾ ਹੈ। ਜਿਹੜੀ ਪ੍ਰਜਾ ਹੈ ਉਹਨੂੰ ਪਾਵਰਲੈਸ ਕਰ ਦਿਓ ਤਾਂ ਜੋ ਤੁਹਾਨੂੰ ਕੋਈ ਚੈਲੰਜ ਨਾ ਆਵੇ। ਉੱਥੇ ਵੀ ਜਿਹੜਾ ਹਥਿਆਰਾਂ ਦੇ ਖਿਲਾਫ ਇੱਕ ਬੜੀ ਵੱਡੀ ਮੁਹਿੰਮ ਚੱਲੀ ਹੈ, ਇੱਥੇ ਵੀ ਪੰਜਾਬ 'ਚ ਹੋ ਰਿਹਾ। ਹਥਿਆਰ ਸਾਡੇ ਪੀ ਰਿਹਾ, ਇਹ ਤੇ ਸਪੀਕਰ ਸਾਹਿਬ ਨੇ ਆਪਣੇ ਉਹ ਉਹਨਾਂ ਦੀ ਵੀਡੀਓ ਪਹਿਲਾਂ ਆਉਂਦੀ ਹਥਿਆਰ ਸਾਡੇ ਪੀ ਰਿਹਾ। ਹੁਣ ਉਹੀ ਬੰਦੇ, ਇਹ ਪਤਾ ਨਹੀਂ ਕੀ ਗੱਲ ਹੈ ਵੀ ਜਦੋਂ ਕੁਰਸੀ ਤੇ ਬੈਠ ਜਾਂਦੇ ਨੇ ਸਾਰੇ ਬੰਦੇ, ਇਹਨਾਂ ਦੀ ਬੋਲੀ ਬਦਲ ਜਾਂਦੀ ਜਾਂ ਤੇ ਫਿਰ ਦਿੱਲੀ ਵਾਲੇ ਬਿਠਾਉਂਦੇ ਇਸ ਕਰਕੇ ਨੇ ਸਮਝੌਤਾ ਕਰਕੇ, ਸਾਨੂੰ ਇਸ ਗੱਲ ਦਾ ਨਹੀਂ ਪਤਾ। ਪਰ ਇਹ ਗੱਲ ਪਹਿਲਾਂ ਗੌਰ ਕਰਦੇ ਨੇ, ਬਾਅਦ ਹੋਰ ਕਰ ਦਿੰਦੇ ਨੇ। ਜਿਵੇਂ ਆਇਡੈਂਟੀਟੀ ਦੀ ਲੜਾਈ ਹੈ, ਇਹ ਮੁੱਦਿਆਂ ਦੀ ਲੜਾਈ ਹੈ, ਤੁਹਾਨੂੰ ਨਹੀਂ ਲੱਗਦਾ ਕਿ ਕਮਜ਼ੋਰ ਇਸ ਲਈ ਹੋ ਜਾਂਦੀ ਹੈ ਕਿਉਂਕਿ ਇੱਕ ਜੁੱਟਤਾ ਦੀ ਕਮੀ ਰਹਿੰਦੀ ਹੈ? ਜਿਵੇਂ ਤੁਸੀਂ ਹੀ ਗੱਲ ਕਰ ਰਹੇ ਹੋ ਕਿ ਜਿਹੜੇ ਸਿੱਖ ਨੇ, ਜਥੇਬੰਦੀਆਂ ਨੇ, ਉਹ ਇੱਕ ਸੁਰ ਹੋ ਹੀ ਨਹੀਂ ਪਾਉਂਦੀਆਂ ਪੰਜਾਬ ਦੇ ਮੁੱਦਿਆਂ ਤੇ, ਨਸ਼ਿਆਂ ਦੇ ਮੁੱਦਿਆਂ ਤੇ, ਬੇਰੁਜ਼ਗਾਰੀ ਦੇ ਮੁੱਦੇ ਤੇ, ਇਹਨਾਂ ਚੀਜ਼ਾਂ ਤੇ। ਨਹੀਂ, ਉਹਦੇ 'ਚ ਨਾ ਦੇਖੋ ਜਿਹੜਾ ਇਹੋ ਜਿਹਾ ਮਾਹੌਲ ਖੜਾ ਹੁੰਦਾ ਹੈ, ਆ ਜਾ ਕੇ ਫਿਰ ਗੱਲ ਗੁਲਾਮੀ ਨਾਲ ਜੁੜ ਜਾਂਦੀ ਹੈ। ਜਦੋਂ ਘਰ ਦੇ ਵਿੱਚ ਗੁਲਾਮੀ, ਗਰੀਬੀ ਆ ਜਾਵੇ, ਉੱਥੇ ਲੜਾਈ ਵੱਧ ਜਾਂਦੀ ਹੈ। ਨਸ਼ਾ ਆ ਜਾਏ, ਉੱਥੇ ਡੋਮੈਸਟਿਕ ਵਾਇਲੈਂਸ ਵੱਧ ਜਾਂਦੀ ਹੈ। ਹੁਣ ਆਪਾਂ ਦੋਸ਼ ਦੇ ਸਕਦੇ ਹਾਂ ਵੀ ਜਿਹੜਾ ਬੰਦਾ ਇਹ ਕਰ ਰਿਹਾ ਹੈ ਡੋਮੈਸਟਿਕ ਵਾਇਲੈਂਸ, ਪਰ ਆਪਾਂ ਉਹਦੇ ਪਿੱਛੇ ਨਹੀਂ ਸਮਝ ਪਾ ਰਹੇ ਵੀ ਉਹ ਕਿਉਂ ਕਰ ਰਿਹਾ ਹੈ। ਉਹ ਸਾਈਕੋਲੋਜੀ ਦਾ ਤਾਂ ਅਰਥ ਇਹੋ ਹੀ ਹੈ ਨਾ ਵੀ ਉਹਦੇ ਡੀਪ ਪਹੁੰਚਣਾ ਰੂਟ ਤੱਕ। ਹੁਣ ਮੌਕੇ ਦੇ ਉੱਤੇ ਏਕਤਾ ਕਿਉਂ ਨਹੀਂ ਹੁੰਦੀ? ਕਿਉਂਕਿ ਏਕਤਾ ਹਕੂਮਤ ਨਹੀਂ ਚਾਹੁੰਦੀ ਹੋਵੇ। ਜਦੋਂ ਹਕੂਮਤ ਨਾ ਚਾਹੁੰਦੀ ਹੋਵੇ, ਉਹ ਮਰਿਆਦਾ ਦੇ ਮੁੱਦੇ ਖੜੇ ਕਰ ਲੈਣਗੇ, ਉਹ ਕੈਲੰਡਰਾਂ ਦੇ ਮੁੱਦੇ ਖੜੇ ਕਰ ਲੈਣਗੇ, ਉਹ ਕਹਿਣਗੇ ਵੀ ਸਿੱਖਾਂ ਨੂੰ ਮੱਸਿਆ ਮਨਾਉਣੀ ਚਾਹੀਦੀ ਕਿ ਨਹੀਂ ਮਨਾਉਣੀ ਚਾਹੀਦੀ। ਇੱਥੇ ਕਈ ਕਥਾਵਾਚਕ ਸਿੱਖਾਂ ਦੇ ਇੱਦਾਂ ਦੇ ਆ ਜਿਨ੍ਹਾਂ ਨੇ ਪਿਛਲੇ 10 ਸਾਲ 'ਚ ਇੱਕੋ ਹੀ ਕਥਾ ਕੀਤੀ, ਉਹ ਇਹ ਆ ਵੀ ਮੁਰਦੇ ਨੂੰ ਨਵਾਉਣਾ ਚਾਹੀਦਾ ਕਿ ਨਹੀਂ ਨਵਾਉਣਾ ਚਾਹੀਦਾ। ਤੁਸੀਂ ਦੱਸੋ ਵੀ ਕੌਮ ਦੀ ਗੁਲਾਮੀ ਦੂਰ ਹੋ ਜਾਊ ਜੇ ਮੁਰਦਾ ਨਾ ਨਵਾਈਏ? ਤੇ ਮਤਲਬ ਅਨਨੈਸੈਸਰੀ ਮੁੱਦੇ ਕਿਉਂ ਛੇੜੇ ਜਾਂਦੇ ਨੇ? ਉਹ ਇਸ ਕਰਕੇ। ਔਰ ਦੂਜੀ ਜਿਹੜੇ ਸੈਲਫ ਕ੍ਰਿਟਿਸਿਜ਼ਮ ਦੀ ਭਾਵਨਾ ਹੁੰਦੀ ਗੁਲਾਮਾਂ 'ਚ ਇਹ ਵੀ ਆ ਜਾਂਦੀ ਹੈ। ਸੈਲਫ ਕ੍ਰਿਟਿਸਿਜ਼ਮ ਜਿਹੜਾ ਹੁੰਦਾ ਹੈ ਉਹ ਇਹੋ ਜਿਹੀ ਚੀਜ਼ ਹੈ ਵੀ ਤੁਹਾਨੂੰ ਪਤਾ ਪ੍ਰਤੱਖ ਤੁਹਾਡਾ ਦੁਸ਼ਮਣ ਹੈ, ਬੂਹੇ ਗਾੜੀ ਖੜਾ ਤੁਹਾਨੂੰ ਵੰਗਾਰ ਰਿਹਾ, ਤੇ ਆਪਾਂ ਘਰ 'ਚ 4 ਜਣੇ ਖੜੇ ਹੋਈਏ ਤੇ ਆਪਾਂ ਇਸ ਗੱਲ ਤੋਂ ਲੜ ਪਈ ਵੀ ਘਰ 'ਚ ਸਫਾਈ ਨਹੀਂ ਹੈਗੀ ਪੂਰੀ ਜੀ, ਘਰ 'ਚ ਸਫਾਈ ਕਿਉਂ ਨਹੀਂ ਕਰਦੇ ਆਪਾਂ? ਮੌਕਾ ਵੇਖਣਾ ਚਾਹੀਦਾ, ਇਹ ਸਮਝਣਾ ਚਾਹੀਦਾ ਹੈ ਵੀ ਅਸੀਂ ਕਿਹੜੇ ਹਾਲਾਤਾਂ 'ਚ ਹਾਂ, ਕਿਹੜੇ ਹਾਲਾਤਾਂ 'ਚ ਤੁਰੇ ਫਿਰਦੇ ਹਾਂ। ਸੋ ਇਹ ਜ਼ਰੂਰੀ ਹੈ ਵੀ ਕੌਮ ਇੱਕ ਸਮੇਂ ਦੇ ਉੱਤੇ ਸੈਲਫ ਸੈਂਟਰਡ ਹੋ ਕੇ ਇਹ ਭੁੱਲ ਜਾਵੇ ਵੀ ਸਾਡੇ 'ਚ ਕੀ ਕਮੀਆਂ ਨੇ। ਬਹੁਤ ਕਮੀਆਂ ਹੋ ਸਕਦੀਆਂ ਕੌਮਾਂ ਦੇ ਵਿੱਚ, ਪਰ ਸਾਡੀਆਂ ਕਮੀਆਂ ਦੇ ਦੋਸ਼ੀ ਅਸੀਂ ਆਪ ਨਹੀਂ ਹੈਗੇ। ਹੁਣ ਇੱਥੇ ਜਾਤ ਪਾਤੀ ਮਸਲਾ ਹੈ, ਪੰਜਾਬ ਦੇ ਵਿੱਚ ਡਾਟਾ ਦੇ ਬਹੁਤ ਘੱਟ ਹੈ, ਜਾਤ ਪਾਤੀ ਬਹੁਤ ਘੱਟ ਕ੍ਰਾਈਮਸ ਹੁੰਦੇ ਆ ਅਗੇਂਸਟ, ਬਹੁਤ ਹੁੰਦੇ ਨੇ। ਮਾਝਾ ਏਰੀਆ ਦੀ ਗੱਲ ਕਰਾਂ, ਤਰਨ ਤਾਰਨ 'ਚ ਜਾਤ ਪਾਤ ਨੂੰ ਲੈ ਕੇ ਇੰਟਰਕਾਸਟ ਮੈਰਿਜ ਤੇ ਤੁਹਾਡਾ ਕੀ ਵਿਚਾਰ ਹੈ ਇਸ? ਨਹੀਂ ਦੇਖੋ, ਮੇਰਾ ਵਿਚਾਰ ਇਹ ਆ ਵੀ ਮੈਂ ਤੇ ਚਾਹੁੰਦਾ ਵੀ ਅਰੇਂਜ ਮੈਰਿਜਸ ਹੋਣੀ ਚਾਹੀਦੀਆਂ ਔਰ ਕਾਸਟ ਦੇ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ, ਪਰ ਆਇਡੈਂਟੀਟੀ ਨੂੰ ਡਿਸੋਲਵ ਕਰਨ ਦੇ ਹੱਕ 'ਚ ਮੈਂ ਵੀ ਨਹੀਂ ਹੈਗਾ। ਹੁਣ ਇਹ ਜਿੱਦ ਆ, ਅੱਜ ਤੇ ਤੁਸੀਂ ਕੋ ਪਿੰਡ ਦੇ ਵਿੱਚ ਧੀ ਭੈਣ ਹੁੰਦੀ ਸੀ, ਅੱਜ ਪਿੰਡ ਦੇ ਵਿੱਚ ਵਿਆਹ ਕਰਾਵੇ ਤੇ ਕਾਨੂੰਨ ਉਹਨੂੰ ਪ੍ਰੋਟੈਕਟ ਕਰਦਾ। ਕੋਈ ਚਾਚੇ ਦੀ ਕੁੜੀ ਨਾਲ ਕਰਾਉਣ ਤੁਰ ਪਵੇ ਤੇ ਕਾਨੂੰਨ ਕਹਿੰਦਾ ਵੀ ਠੀਕ ਹੈ ਸਾਰਾ ਕੁਝ। ਹਜ਼ਾਰਾਂ ਸਾਲਾਂ ਤੋਂ ਇੱਕ ਸਮਾਜਿਕ ਢਾਂਚਾ ਰਿਹਾ ਹੈ,
ਉਸ ਢਾਂਚੇ ਨੂੰ ਇੱਕੋ ਦਮ ਡਿਸਮੈਂਟਲ ਕਰਕੇ ਇੱਕ ਲਾਅ ਐਂਡ ਆਰਡਰ ਖੜਾ ਕਰ ਦੇਣਾ, ਜਿਹੜਾ ਹੁਣ ਜੱਜ ਹੈ ਜਿਹੜਾ ਬੈਠਾ ਕੁਰਸੀ ਤੇ, ਉਹਨੂੰ ਕੋਈ ਪਤਾ ਨਹੀਂ ਪਿੰਡ 'ਚ ਕੀ ਵਾਪਰਿਆ, ਉਹਦੇ ਸਾਹਮਣੇ 4 ਬੰਦੇ ਆਣ ਕੇ ਸਬੂਤ ਰੱਖ ਦਿੰਦੇ, ਗਵਾਹੀ ਦੇ ਦਿੰਦੇ, ਉਹ ਤੇ ਫੈਸਲਾ ਸੁਣਾਉਂਦਾ। ਸਮਾਜ ਸਾਡਾ ਪਹਿਲਾਂ ਵੀ ਚੱਲਦਾ ਰਿਹਾ ਔਰ ਜਦੋਂ ਕੋਈ ਸਮਾਜਿਕ ਢਾਂਚੇ ਦੇ ਵਿੱਚ ਸਮਾਜਿਕ ਇੱਕ ਕਾਨੂੰਨ ਹੁੰਦਾ ਸਮਾਜ ਦਾ, ਔਰ ਇੱਕ ਹੁੰਦਾ ਲਾਅ ਆਫ ਲੈਂਡ ਜਿਹੜਾ ਉੱਥੇ ਇੰਪੋਜ਼ ਹੋ ਜਾਂਦਾ ਬਾਈ ਫੋਰਸ। ਜਦੋਂ ਉਹ ਤੇ ਸਮਾਜਿਕ ਕਾਨੂੰਨ ਕਾਇਦਾ ਆਪਸ 'ਚ ਕਲੈਸ਼ 'ਚ ਆ ਜਾਂਦੇ ਨੇ, ਕੌਨਫਲਿਕਟ 'ਚ ਆ ਜਾਂਦੇ ਨੇ, ਉਦੋਂ ਸੁਸਾਇਟੀ ਡਿਸਮੈਂਟਲ ਹੋ ਜਾਂਦੀ, ਉਦੋਂ ਉੱਥੇ ਕੁਝ ਨਹੀਂ ਬਚਦਾ। ਹੁਣ ਜਿਹੜੇ ਬੰਦੇ ਕਹਿੰਦੇ ਨੇ ਵੀ ਇੰਟਰਕਾਸਟ, ਮੈਂ ਕਹਿੰਦਾ ਵੀ ਭੱਜ ਕੇ ਵਿਆਹ ਕਰਾਉਣ ਵਾਲੇ ਦੇ ਮੈਂ ਤੇ ਹੱਕ 'ਚ ਨਹੀਂ ਹੈਗਾ, ਭਾਵੇਂ ਉਹ ਸੇਮ ਕਾਸਟ 'ਚ ਹੀ ਹੋਣ, ਮਸਲਾ ਹੀ ਨਹੀਂ ਬਣਦਾ ਇਹ ਗੱਲ ਦਾ। ਇਹ ਕਿਉਂ ਹੋ ਰਿਹਾ? ਕਿਉਂਕਿ ਅਸੀਂ ਇਸ ਆਪਾਂ ਨਿੱਜੀ ਬਣ ਗਏ ਬਹੁਤ ਜ਼ਿਆਦਾ। ਨਿੱਜਤਾ ਹੈ ਨਾ, ਇੰਡੀਵਿਜੂਅਲਿਜ਼ਮ ਹੈ, ਹੋਰ ਕੁਝ ਨਹੀਂ ਹੈਗਾ। ਔਰ ਇੰਡੀਵਿਜੂਅਲ ਦੀ ਆਜ਼ਾਦੀ ਤੇ ਸਿੱਖੀ ਵੀ ਨਹੀਂ ਦਿੰਦੀ। ਸਿੱਖੀ ਤਾਂ ਕਹਿੰਦੇ ਵੀ ਗੁਰੂ ਦੀ ਮੱਤ ਨਾਲ ਚੱਲਣਾ, ਜੋ ਗੁਰੂ ਦਾ ਹੁਕਮ ਹੈ। ਮੇਰਾ ਨਿੱਜੀ ਵਿਚਾਰ ਕਰੇ ਵੀ ਮੈਂ ਆਹ ਕੰਮ ਕਰਨਾ ਹੈ, ਪਰ ਮੈਂ ਵੇਖਣਾ ਵੀ ਗੁਰੂ ਇਸ ਕੰਮ ਦੀ ਇਜਾਜ਼ਤ ਦਿੰਦੇ ਕਿ ਨਹੀਂ ਦਿੰਦੇ ਹੈ। ਇਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਇੱਕ ਕਾਨੂੰਨ ਹੈ, ਕਾਇਦਾ, ਉਹਦੀ ਰਿਸਪੈਕਟ ਹੋਣੀ ਚਾਹੀਦੀ ਹੈ। ਹੁਣ ਨਿੱਜੀ ਆਜ਼ਾਦੀ ਦੇ ਚੱਕਰ 'ਚ ਤਾਂ ਕਈ ਕੁਛ ਬਰਬਾਦ ਹੋ ਗਿਆ। ਜਿਹੜੀ ਇੰਟਰਕਾਸਟ ਜਿਹੜਾ ਹੈਗਾ, ਵੈਸੇ ਤਾਂ ਸਿੱਖੀ ਦੇ ਵਿੱਚ ਪ੍ਰੋਹਿਬਿਸ਼ਨ ਨਹੀਂ ਹੈਗੀ, ਜਿਹੜੇ ਕੋਈ 2 ਅੰਮ੍ਰਿਤਧਾਰੀ ਸਿੱਖ ਹੈ। ਤੇ ਹੁਣ ਆਪਾਂ ਅੰਮ੍ਰਿਤਧਾਰੀ ਵੀ ਨਹੀਂ ਹੋਣਾ, ਫਿਰ ਵੀ ਕਹੀ ਜਾਣਾ ਵੀ ਸਾਡੇ 'ਚ ਜੇ ਅੰਮ੍ਰਿਤਧਾਰੀ ਉਹਨਾਂ ਦਾ ਮਤਲਬ ਆਪਣੇ ਕਾਸਟ 'ਚ ਹੈਗੀ ਆ ਅਜੇ, ਹੈ ਨਾ, ਆਪਾਂ ਕਾਸਟ ਨੂੰ ਮੰਨ ਰਹੇ ਹਾਂ। ਤੇ ਜੇ ਆਪਾਂ ਅੰਮ੍ਰਿਤਧਾਰੀ ਹੋ ਗਏ ਫਿਰ ਤੇ 2 ਅੰਮ੍ਰਿਤਧਾਰੀ ਸਿੱਖ ਆਪਸ 'ਚ ਜਿਹੜਾ ਵਾ ਵਿਆਹ ਕਰਾ ਸਕਦੇ ਗੁਰੂ ਦੀ ਹਜ਼ੂਰੀ 'ਚ, ਉਹਨਾਂ ਨੂੰ ਕੋਈ ਨਹੀਂ ਰੋਕਦਾ। ਜਿਹੜੇ ਅੰਮ੍ਰਿਤਧਾਰੀ ਨਹੀਂ ਨੇ ਉਹਨਾਂ 'ਚ ਦੇਖੋ ਸਮਾਜਿਕ ਕਾਨੂੰਨ ਤੇ ਫਿਰ ਉਦਾਂ ਦਾ ਹੀ ਹੈ ਨਾ। ਸਿੱਖੀ ਦੇ ਵਿੱਚ ਦਾਖਲਾ ਨਹੀਂ, ਸਿੱਖ ਦੇ ਵਿੱਚ ਦਾਖਲਾ ਲੈ ਕੇ ਤੁਹਾਨੂੰ ਗੁਰੂ ਦਾ, ਜੇ ਤੁਸੀਂ ਪੂਰਨ ਸਿੱਖ ਬਣਨਾ ਹੈ, ਪ੍ਰਵਾਨ ਚੜ੍ਹਨਾ ਹੈ ਗੁਰੂ ਨੂੰ, ਫਿਰ ਤੁਹਾਨੂੰ ਗੁਰੂ ਦਾ ਹੁਕਮ ਤੇ ਮੰਨਣਾ ਪਏਗਾ। ਤੇ ਜਾਤ ਕੁਲ ਨਾਸ ਕਦੋਂ ਕੀਤੀ ਗੁਰੂ ਨੇ? ਗੁਰੂ ਨੇ ਜਦੋਂ ਅੰਮ੍ਰਿਤ ਛਕਾਇਆ ਉਦੋਂ ਹੀ ਕਿਹਾ ਜਾਂਦਾ ਜਾਤ ਨਾਸ ਹੈ, ਪਹਿਲਾਂ ਤਾਂ ਨਾਸ ਨਹੀਂ ਹੁੰਦੀ ਜਾਤ। ਸੋ ਪਹਿਲਾਂ ਕੀ ਆ ਵੀ ਅਸੀਂ ਖੁਦ ਵਿਕਾਰੀ ਹਾਂ, ਔਰ ਅਸੀਂ ਉਮੀਦ ਇਹ ਕਰਦੇ ਹਾਂ ਵੀ ਜਿਹੜੀ ਚੀਜ਼ ਸਾਡੇ ਫੇਵਰ 'ਚ ਜਾਂਦੀ ਉਹ ਤੇ ਅਪਲਾਈ ਹੋ ਜੇ, ਜਿਹੜੀ ਨਹੀਂ ਜਾਂਦੀ ਉਹਨੂੰ ਤੁਸੀਂ ਦੂਰ ਰੱਖੋ। ਧਰਮ ਨੂੰ ਪਿਕ ਐਂਡ ਚੂਜ਼ ਦਾ ਮਸਲਾ ਬਣਾਉਣਾ ਇਹ ਹੈ ਨਹੀਂ ਗਾ ਮਸਲਾ। ਇਸੇ ਤਰੀਕੇ ਦੇ ਨਾਲ ਜਿਹੜਾ ਰਿਸ਼ਤਾ ਸਮਾਜਿਕ ਸਿੱਖੀ 'ਚ ਤਾਂ ਸੰਯੋਗ ਦਾ ਰਿਸ਼ਤਾ ਹੈ। ਵੀ ਸੰਯੋਗ ਕੀ ਹੈ? ਹੁਣ ਹੋ ਕੀ ਰਿਹਾ ਵੀ ਬਹੁਤ ਐਸੇ ਨੇ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ, ਨੌਜਵਾਨਾਂ ਦੇ, ਕੁੜੀਆਂ ਦੇ, ਮੁੰਡਿਆਂ ਦੇ, ਔਰ ਬਹੁਤ ਐਸੇ ਨੇ ਜਿਹੜੇ 2-2 ਕਰਾਈ ਜਾਂਦੇ ਨੇ, 3-3 ਛੱਡ ਕੇ ਹੈ। ਉਹ ਕਿਉਂ ਹੋ ਰਿਹਾ? ਕਿਉਂਕਿ ਅਸੀਂ ਭਾਣੇ 'ਚ ਜੀਣਾ ਭੁੱਲ ਗਏ, ਔਰ ਅਸੀਂ ਆਪਣੀ ਨਿੱਜੀ ਮਨਸ਼ਾ ਨੂੰ ਪੂਰੇ ਕਰਨ ਲਈ ਉਹਦੀ ਪੂਰਤੀ ਵਾਸਤੇ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਾਂ। ਸਾਡਾ ਮਨ ਭਰ ਜਾਂਦਾ ਕਿਸੇ ਤੋਂ, ਅਸੀਂ 10 ਦਿਨਾਂ 'ਚ ਤੋੜ ਵਿਛੋੜਾ ਕਰ ਲੈਂਦੇ ਹਾਂ। ਸੋ ਇੱਦਾਂ ਨਹੀਂ ਹੋਣਾ ਚਾਹੀਦਾ। ਸਿੱਖੀ ਦੇ ਵਿੱਚ ਜਾਤ ਪਾਤ ਨਹੀਂ ਹੈਗੀ ਹੈ, ਔਰ ਇਹ ਐਸਟੈਬਲਿਸ਼ਡ ਗੱਲ ਹੈ, ਕੋਈ ਇਹ ਨਹੀਂ ਗੱਲ ਹਵਾ 'ਚ ਕਰ ਰਹੇ ਅਸੀਂ ਵੀ ਆਪਣੀ ਤਾਰੀਫ ਕਰਨ ਨੂੰ। ਹੁਣ ਗੁਰਦੁਆਰੇ ਦਾ ਸਟਰਕਚਰ ਹੈ। ਹੁਣ ਕਈ ਬੰਦੇ ਕਹਿੰਦੇ ਗੁਰਦੁਆਰਿਆਂ 'ਚ, ਪਹਿਲੀ ਗੱਲ ਤਾਂ ਮੈਨੂੰ ਨਹੀਂ ਅਜੇ ਤੱਕ ਕੋਈ ਗੁਰਦੁਆਰਾ ਦੇਖਿਆ ਜਿੱਥੇ ਕਿਸੇ ਨੇ ਮੇਰੀ ਜਾਤ ਪੁੱਛੀ ਹੋਵੇ ਜਾਂ ਕਿਸੇ ਦੀ ਹੋਰ ਦੀ ਪੁੱਛੀ ਹੋਵੇ। ਕੋਈ ਡੇਰਾ ਹੋਊਗਾ, ਹੁਣ ਤੁਸੀਂ ਆਮ ਤੌਰ ਤੇ ਵੇਖਿਓ ਵੀ ਉਸ ਡੇਰੇ ਨੂੰ ਪ੍ਰੋਟੈਕਸ਼ਨ ਸਟੇਟ ਦੇ ਰਹੀ ਹੁੰਦੀ ਹੈ। ਸਿੱਖ ਉਹਦਾ ਵਿਰੋਧ ਕਰ ਰਹੇ ਹੁੰਦੇ ਤੇ ਸਿੱਖਾਂ ਨੂੰ ਉਹਦਾ ਵਿਰੋਧ ਕਰਨ ਤੇ ਗੋਲੀਆਂ ਮਾਰੀਆਂ ਜਾਂਦੀਆਂ। ਇਹ ਹੋਇਆ ਹਿਸਟੋਰੀਕਲੀ ਪੰਜਾਬ 'ਚ ਵਾਪਰਿਆ। ਸੋ ਜਾਤ ਪਾਤ ਜੇ ਆਈ ਹੈ, ਕਨਸਟੀਟਿਊਸ਼ਨ 'ਚ ਵੀ ਆਈ ਹੈ, ਕਿਉਂ ਉਹਨਾਂ ਨੇ ਵੱਖਰੇ ਵੱਖਰੇ ਰੈਕੋਗਨਾਈਜ਼ ਕੀਤਾ? ਜੇ ਆਪਾਂ ਕਹਿੰਦੇ ਆ ਵੀ ਜਾਤ ਪਾਤ ਹੋਣੀ ਨਹੀਂ ਚਾਹੀਦੀ, ਰੈਕੋਗਨਾਈਜੇਸ਼ਨ ਹੀ ਕਿਉਂ ਕੀਤੀ ਜਾਤ ਦੀ? ਉਹਨੂੰ ਰੈਕੋਗਨਾਈਜ਼ ਕਿਉਂ ਕੀਤਾ? ਨੀਵਾਂ ਕਿਸੇ ਨੂੰ ਕਿਉਂ ਕਿਹਾ, ਕਿਸੇ ਨੂੰ ਉੱਚਾ ਕਿਉਂ ਕਿਹਾ? ਭਾਵੇਂ ਨੀਵਾਂ ਕਹਿ ਕੇ ਕਿਸੇ ਨੂੰ ਸਹੂਲਤ ਦੇ ਦਿੱਤੀ, ਕਿਹਾ ਤੇ ਹੈਗਾ ਨੀਵਾਂ ਨਾ। ਸੋ ਇਹ ਜਿਹੜੀ ਬ੍ਰਾਹਮਣ ਦੀ ਬਣਾਈ ਹਾਇਰਾਰਕੀ ਹੈ ਵੀ ਉੱਪਰ ਆਪ ਬੈਠਾ, ਥੱਲੇ 3-4 ਹੋਰ ਰੱਖ ਲੈਣੇ ਹੈ, ਉਹਨੂੰ ਤੋੜਿਆ ਤੇ ਗੁਰੂ ਸਾਹਿਬ ਨੇ। ਹੁਣ ਉਹਦੇ 'ਚ ਅਸੀਂ ਤਾਂ ਕਨਸਟੀਟਿਊਸ਼ਨ ਨਹੀਂ ਲਿਖਿਆ, ਅਸੀਂ ਤਾਂ ਕਿਸੇ ਨੂੰ ਨਹੀਂ ਕਿਹਾ ਵੀ ਤੁਸੀਂ ਆਜ਼ਾਦ ਦੇ ਉੱਤੇ ਰਿਜ਼ਰਵੇਸ਼ਨ ਲਓ ਜਾਂ ਨਾ ਲਓ। ਅਸੀਂ ਇਹ ਕਹਿੰਦੇ ਹਾਂ ਵੀ ਜਿਹੜਾ ਸਾਡਾ ਸਮਾਜ ਹੈ, ਜਿਹੜਾ ਅਸੀਂ ਰਾਜ ਸਿਰਜਣਾ ਹੈ, ਉਹਦੇ ਵਿੱਚ ਤੇ ਸਾਰਾ ਕੁਝ ਖਤਮ ਕਰ ਸਕਦੇ ਹਾਂ। ਹੁਣ ਅਸੀਂ ਕਿਉਂ ਇਸ ਚੀਜ਼ ਦੀ ਗਿਲਟ ਲਈ ਜਾਈਏ ਜਦੋਂ ਸਾਡੇ ਕੋਲ ਕੰਟਰੋਲ ਨਹੀਂ ਕੋਈ? ਸਾਡਾ 2-2.5 ਲੱਖ ਨੌਜਵਾਨ ਇੱਥੇ ਮਾਰਿਆ ਜਾਵੇ ਔਰ ਸਾਨੂੰ ਕੋਈ ਇਹ ਸਵਾਲ ਕਰੇ ਤੁਹਾਡੇ ਜਾਤ ਪਾਤ ਬੜੀ ਹੈ। ਕਾਲਿਆਂ ਦੇ ਵਿੱਚ ਨਾ ਡੋਮੈਸਟਿਕ ਵਾਇਲੈਂਸ ਹਾਈਐਸਟ ਹੈ, ਸਿੱਖਾਂ ਦੇ ਵਿੱਚ ਲੋਐਸਟ ਤੇ ਪੁਆਇੰਟ ਤੇ ਹੈ, ਕਾਲਿਆਂ 'ਚ ਹਾਈਐਸਟ ਹੈ। ਪਰ ਤੁਸੀਂ ਕਦੀ ਉਹਨਾਂ ਨੂੰ ਇਹ ਸਵਾਲ ਨਹੀਂ ਕਰ ਸਕਦੇ ਬਲੈਕਸ ਨੂੰ ਵੀ ਤੁਹਾਡੇ 'ਚ ਡੋਮੈਸਟਿਕ ਵਾਇਲੈਂਸ ਬਹੁਤ ਹੈ। ਉਹ ਕਹਿਣਗੇ ਵੀ ਇਹ ਸਾਡਾ ਡੋਮੈਸਟਿਕ ਇਸ਼ੂ ਹੈ। ਜਦੋਂ ਲਾਰਜਰ ਪ੍ਰੋਬਲਮ ਨਾਲ ਡੀਲ ਕਰਦੇ ਹੋਈ ਇਹ ਗੱਲਾਂ ਨਹੀਂ ਕਰੀਦੀ। ਔਰ ਦੂਜੀ ਗੱਲ ਇਹ ਹੈ ਵੀ ਇਹ ਫੈਨੋਮੇਨੇ ਵਾਪਰਦੇ ਨੇ ਜਦੋਂ ਇੱਕ ਬੰਦਾ ਬਾਹਰ ਬਹੁਤ ਵੱਡੀ ਵਾਇਲੈਂਸ ਫੇਸ ਕਰ ਰਿਹਾ। ਆਮ ਤੌਰ ਤੇ ਗੱਲ ਹੈ ਵੀ ਬੰਦਾ ਬਾਹਰੋਂ ਜਲੀਲ ਹੋ ਕੇ ਆਵੇ, ਉਹ ਜਾਂ ਤੇ ਆਪਣੇ ਬੱਚਿਆਂ ਤੇ ਕੱਢੂਗਾ ਆਣ ਕੇ ਗੁੱਸਾ, ਜਾਂ ਆਪਣੇ ਘਰ ਵਾਲਿਆਂ ਤੇ ਕੱਢੂਗਾ ਕਿਸੇ ਨਾ ਕਿਸੇ ਤੇ, ਔਰ ਉੱਤੋਂ ਜੇ ਡਰੱਗ ਸ਼ਾਮਲ ਹੋ ਜੇ, ਜੇ ਇਹ ਸ਼ਾਮਲ ਹੋ ਜੇ ਹੈ ਨਾ, ਉਹ ਹੋ ਜਾਊਗਾ। ਔਰ ਜਿਹੜੀ ਦੂਜੀ ਗੱਲ ਹੈ ਵੀ ਜਿਹੜੇ ਆਪਾਂ ਗੱਲ ਕੀਤੀ ਸੀ ਜਾਤ ਪਾਤੀ ਵਿਤਕਰੇ ਦੀ, ਉਹ ਜਾਤ ਪਾਤੀ ਵਿਤਕਰਾ ਵੀ ਉੱਥੇ ਹੁੰਦਾ ਹੈ ਜਿੱਥੇ ਇਹਦੀ ਰੈਕੋਗਨਾਈਜੇਸ਼ਨ ਹੋਵੇ ਵੱਡੇ ਪੱਧਰ ਦੇ ਉੱਤੇ, ਔਰ ਜੇ ਇਹਦੀ ਊਚ ਨੀਚ ਹੋਵੇ। ਹੁਣ ਸਿੱਖੀ ਨੇ ਮਹਾਰਾਜ ਨੇ ਤਾਂ ਕਿਹਾ ਵੀ ਇਹਨ ਗਰੀਬ ਸਿੱਖ ਨੂੰ ਕੋਈ ਦੇਊ ਪਾਤਸ਼ਾਹੀ, ਤੇ ਉਹਦੇ 'ਚ ਇਹ ਥੋੜ੍ਹੀ ਕਿਹਾ ਵੀ ਜੱਟ ਨੂੰ ਦੇਣੀ ਇਕੱਲੇ ਨੂੰ। ਉਹਦੇ 'ਚ ਗਰੀਬਾਂ ਨੂੰ, ਸਿੱਖਾਂ ਨੂੰ ਸਾਰੇ ਗਰੀਬ ਸੀ, ਸਾਰੇ। ਮਤਲਬ ਹੁਣ ਜਿਹੜੇ ਜੱਟ ਇਹ ਗੱਲ ਕਹਿਣ ਉੱਠ ਕੇ ਵੀ ਨਹੀਂ ਜੀ ਅਸੀਂ ਉੱਚੇ ਹਾਂ, ਇਹ ਗੱਲ ਉਹਨਾਂ ਵਾਸਤੇ ਮਾੜੀ ਹੈ। ਤੇ ਜੇ ਕੋਈ ਰੰਗੇਟੇ ਸਿੱਖ ਕਹਿਣਾ ਅਸੀਂ ਨੀਵੇਂ ਹਾਂ ਤੇ ਮਾੜੀ, ਹੀਣਤਾ ਵੀ ਮਾੜੀ ਹੈ ਨਾ। ਜੇ ਅਹੰਕਾਰ ਮਾੜਾ ਜਾਤ ਦਾ ਤੇ ਹੀਣਤਾ ਕਿਵੇਂ ਚੰਗੀ ਹੋ ਸਕਦੀ? ਇਹ ਬਰਾਬਰ ਹੋਣਾ ਚਾਹੀਦਾ ਸਾਰਾ ਕੁਝ, ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਖਾਲਿਸਤਾਨ ਦੀ ਤੁਹਾਡੀ ਕੀ ਡੈਫੀਨੇਸ਼ਨ ਹੈ?
ਦੇਖੋ ਖਾਲਿਸਤਾਨ ਦੀ ਡੈਫੀਨੇਸ਼ਨ ਸਾਡੀ ਤੇ ਖਾਲਸੇ ਰਾਜ ਤੋਂ ਹੀ ਹੈ। ਜਿਹੜਾ ਰਾਜ ਜਦੋਂ ਕਲੋਨੀਜ਼ ਉੱਠੀਆਂ ਨੇ ਇੱਥੋਂ ਅੰਗਰੇਜ਼ਾਂ ਨੇ ਚੱਕੀਆਂ ਨੇ, ਉਹਨਾਂ ਸਾਰਿਆਂ ਨੂੰ ਆਪਣੇ ਰਾਜ ਵਾਪਸ ਕੀਤੇ ਨੇ। ਅਰਬ ਦੇ ਵਿੱਚ ਡੈਮੋਕ੍ਰੇਸੀ ਵੀ ਨਹੀਂ ਆਈ ਉੱਥੇ, ਤੇ ਉਹ ਜਿੱਦਾਂ ਡਿਕਟੇਟਰਸ਼ਿਪ ਸੀ ਉੱਦਾਂ ਹੀ ਦੇ ਕੇ ਚਲੇ ਗਏ, ਰਾਜਾਸ਼ਾਹੀ ਜਿਹੜਾ ਤੰਤਰ ਸੀ। ਇੱਥੇ ਸਾਡਾ ਰਾਜ ਉਹਨਾਂ ਦਾ ਪਿਆ, ਸਾਡਾ ਮਹਾਰਾਜਾ ਉਹਨਾਂ ਨੇ ਉੱਥੇ ਖੜ ਕੇ ਸਾਈ ਬਣਾਇਆ, ਜਿਹਨੂੰ ਉਹਨੇ ਪ੍ਰੋਮਿਸ ਕੀਤਾ ਵੀ ਜਦੋਂ ਇਹ ਜਵਾਨ ਹੋਊਗਾ ਇਹਨੂੰ ਰਾਜ ਵਾਪਸ ਕਰ ਦੇਣਗੇ। ਉਹੋ ਹੀ ਰਾਜ ਅਸੀਂ ਵਾਪਸ ਮੰਗਦੇ ਹਾਂ, ਸਾਡਾ ਰਾਈਟ ਹੈ। ਜੇ ਮਾਡਰਨਿਟੀ ਦੇ ਵਿੱਚ ਆਣ ਕੇ ਨੇਸ਼ਨ ਦੇ ਕਨਸੈਪਟ ਬਣੇ, ਸਾਰਾ ਕੁਝ ਹੋ ਗਿਆ, ਪਰ ਉਹ ਮਾਡਰਨਿਟੀ ਤੋਂ ਪਹਿਲਾਂ, ਬਿਲਕੁਲ ਪਹਿਲਾਂ ਜਿਹੜੇ ਰਾਜ ਸੀ ਉਹਨਾਂ ਦੇ ਉੱਤੇ ਹੀ ਚੇਂਜਸ ਆਏ ਨਾ। ਹਿੰਦੁਸਤਾਨ ਦੀ ਤਾਂ ਕੋਈ ਐਸਟੈਬਲਿਸ਼ਮੈਂਟ ਹੈ ਨਹੀਂ ਸੀ। ਸੋ ਅਸੀਂ ਤਾਂ ਉਹੋ ਹੀ ਰਾਜ ਮੰਗਦੇ ਹਾਂ ਜਿਹੜਾ ਰਾਜ ਪੰਜਾਬ 'ਤੇ ਸੀਗਾ, ਔਰ ਉਸ ਰਾਜ ਦੇ ਵਿੱਚ ਨਾ ਹਿੰਦੂ ਔਖਾ ਸੀ ਨਾ ਮੁਸਲਮਾਨ ਔਖਾ ਸੀ। ਇਹ ਆਪਣੇ ਜਦੋਂ ਗਵਰਨਮੈਂਟ ਬਾਡੀਜ਼ ਆਫੀਸ਼ੀਅਲਸ ਆਪ ਸੈਲੀਬ੍ਰੇਟ ਕਰਦੇ ਆ ਸਾਰੇ ਹੀ, ਪ੍ਰਧਾਨ ਮੰਤਰੀ ਤੱਕ ਮਹਾਰਾਜਾ ਰਣਜੀਤ ਸਿੰਘ ਨੂੰ ਸੈਲੀਬ੍ਰੇਟ ਕਰਦਾ ਹੈ। ਫਿਰ ਮੇਰਾ ਸਵਾਲ ਤੇ ਆ ਵੀ ਜੇ ਉਹਨੂੰ ਸੈਲੀਬ੍ਰੇਟ ਕੀਤਾ ਜਾ ਸਕਦਾ ਉਹਦੇ ਰਾਜ ਨੂੰ, ਔਰ ਦੁਨੀਆ ਭਰ ਦੇ ਜਿਹੜੇ ਵੱਡੇ ਅਦਾਰੇ ਨੇ, ਜਿਹੜੇ 5-5 ਹਜ਼ਾਰ ਸਕਾਲਰਸ ਇਕੱਠੇ ਹੋ ਕੇ ਕਹਿ ਦੇਣ ਵੀ ਜਿਹੜੇ ਆ ਇੰਟੈਲੈਕਚੁਅਲਸ ਵੀ ਇਹ ਰਾਜ ਦੁਨੀਆ ਸਭ ਤੋਂ ਵਧੀਆ ਰਾਜ ਹੈ, ਫਿਰ ਉਹਨੂੰ ਵਾਪਸ ਮੰਗਣ ਨੂੰ ਐਡਾ ਟੈਬੂ ਬਣਾਉਣਾ ਕਿਉਂ ਜਾਂਦਾ? ਔਰ ਦੁਨੀਆ ਦੇ ਉੱਤੇ ਕੋਈ ਮੁਲਕ ਸੀਕ੍ਰੇਟ ਹੁੰਦਾ? ਕੋਈ ਮੁਲਕ ਸੀਕ੍ਰੇਟ ਨਹੀਂ ਹੈਗਾ। ਈਵਨ ਦੋ ਖਾਲਿਸਤਾਨ ਵੀ ਸੀਕ੍ਰੇਟ ਨਹੀਂ। ਕੰਟਰੀ ਆਪਾਂ ਇੱਕ ਲੈਂਡ ਦੇ ਬਾਰਡਰਸ ਡਿਫਾਈਨ ਕੀਤੇ, ਇਹਦੀ ਸੀਕ੍ਰੇਟਨੈਸ ਕਾਹਦੀ ਹੈ? ਜੇ ਸੀਕ੍ਰੇਟ ਸੀ ਤੇ ਜਿੱਦਣ ਚੀਨ ਨੇ ਇਲਾਕਾ ਦੱਬਿਆ ਤਾਂ ਆਪਾਂ ਨੂੰ ਸਾਰਿਆਂ ਨੂੰ ਮਰ ਜਾਣਾ ਚਾਹੀਦਾ ਉਹਦੇ ਨਾਲ। ਸੀਕ੍ਰੇਟਨੈਸ ਤੇ ਇਦਾਂ ਡਿਫੈਂਡ ਹੁੰਦੀ ਹੈ ਨਾ। ਇਹ ਤੇ ਫਿਰ ਚੱਲਦਾ ਪਾਵਰ ਦੇ ਉੱਤੇ, ਜਿੰਨੀ ਆ ਗਈ ਛੱਡਿਆ ਗਿਆ। ਸਿੱਖਾਂ ਨੇ ਵੀ ਰਾਜ ਇਦਾਂ ਹੀ ਕੀਤਾ, ਪਹਿਲਾਂ ਲਾਹੌਰ ਤੇ ਕੀਤਾ, ਫਿਰ ਐਕਸਪੈਂਡ ਕਰਤੇ ਗਏ, ਫਿਰ ਕਿਸੇ ਇਲਾਕੇ 'ਚੋਂ ਛੱਡਿਆ ਵੀ ਹੋਊ, ਕਿਸੇ 'ਚ ਐਕਸਪੈਂਡ ਕੀਤਾ। ਰਾਜ ਦੁਨੀਆ ਦੇ ਉੱਤੇ ਦੁਨਿਆਵੀ ਚੀਜ਼ ਹੈ, ਇਹਨੂੰ ਮੰਗਣ ਦੇ ਉੱਤੇ ਐਡਾ ਵੱਡਾ ਮਸਲਾ ਨਹੀਂ ਬਣਾਉਣਾ ਚਾਹੀਦਾ ਵੀ ਕੋਈ ਕਿਤੇ ਰੱਬ ਨੂੰ ਸਵਾਲ ਕਰ ਦਿੱਤਾ ਹੈ। ਇਹ ਹੋਣਾ ਚਾਹੀਦਾ, ਇਹਦੀ ਡਿਸਕਸ਼ਨ ਹੋਣੀ ਚਾਹੀਦੀ। ਪੰਜਾਬ 'ਚ, ਭਾਰਤ 'ਚ ਇਹ ਕਿੰਨਾ ਵੱਡਾ ਮਸਲਾ ਹੈ ਖਾਲਿਸਤਾਨ? ਕਦੋਂ ਦੀ ਗੱਲ ਚੱਲਦੀ ਰਹੀ? ਪੰਜਾਬ ਦੇ ਵਿੱਚ 1934 ਦੇ ਵਿੱਚ ਮਤਾ ਆਇਆ ਸੀ ਖਾਲਿਸਤਾਨ ਦਾ ਪਹਿਲਾਂ, ਫਿਰ 1949 ਦੇ ਵਿੱਚ ਵੀ ਗੱਲ ਚੱਲੀ ਹੈ ਸਿੱਖ ਹੋਮਲੈਂਡ ਦੀ, ਨਹੀਂ ਖਾਲਿਸਤਾਨ ਸ਼ਬਦ ਦੀ ਗੱਲ ਚੱਲੀ ਹੈ। ਫਿਰ 1984 ਦੇ ਵਿੱਚ ਤੇ ਚਲੋ ਲਕੀਰ ਹੀ ਖਿੱਚੀ ਗਈ ਸਾਰੇ ਪਾਸਿਓਂ। ਹੁਣ ਇਹ ਮਸਲਾ ਹੈ ਵੀ ਇਹ ਵੀ ਦੇਖੋ ਸਿੱਖਾਂ ਨਾਲ ਵਾਪਰਦਾ ਹੈ। ਇੱਕ ਪਾਸੇ ਹਿੰਦੂ ਰਾਸ਼ਟਰ ਦੀ ਗੱਲ ਚੱਲਦੀ ਹੈ, ਤੁਸੀਂ ਮੈਨੂੰ ਇੱਕ ਦਿਖਾ ਦਿਓ ਵੀ ਇੱਕ ਬੰਦੇ ਤੇ ਕੋਈ ਜਵਾਬਾ ਟਾਡਾ ਲੱਗ ਗਿਆ ਵੀ ਹਿੰਦੂ ਰਾਸ਼ਟਰ ਦੀ ਗੱਲ ਕਰਨ ਦੇ, ਰੈਲੀ ਕੱਢਣ ਲੱਗਿਆ ਹੈ, ਸਿੱਖਾਂ ਦੇ ਉੱਤੇ ਕੋਈ ਗੱਲ ਚੱਲਦੀ ਹੈ? ਜਿਹੜੇ ਕਾਮਰੇਡ ਨੇ ਉਹ ਕਹਿੰਦੇ ਨੇ ਇਨਕਲਾਬ ਲਿਆਉਣਾ, ਨਾਰਾ ਦੇ ਇਨਕਲਾਬ ਦਾ ਮਾਰਕਸਿਸਟ ਰੂਲ ਖੜਾ ਕਰਨ ਨੂੰ ਹੀ ਹੈ ਨਾ। ਉਹ ਵੀ ਤੇ ਇੱਕ ਰਾਜ ਦੀ ਗੱਲ ਕਰ ਰਹੇ ਨੇ ਵੀ ਅਸੀਂ ਇਹ ਸਮਰਾਜਵਾਦ ਲੈ ਕੇ ਆਉਣਾ ਹੈ। ਉਹਨਾਂ ਦੇ ਉੱਤੇ ਕਿਉਂ ਨਹੀਂ ਇਹ ਸਵਾਲ ਚੁੱਕਿਆ ਜਾਂਦਾ? ਜਿਹੜੇ ਲੱਗਦਾ ਹੈ ਕਿ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਉਸ ਦਾ ਸਿੱਟਾ ਤੁਹਾਨੂੰ ਵੀ ਭੁਗਤਣਾ ਪੈ ਸਕਦਾ? ਨਹੀਂ, ਉਹ ਤਾਂ ਅਸੀਂ ਭੁਗਤ ਰਹੇ ਹਾਂ। ਜਦੋਂ ਸਾਡੇ 2-4 ਲੱਖ ਨੌਜਵਾਨ ਪਹਿਲਾਂ ਹੀ ਮਰਦੇ ਤੇ ਇੱਕ ਅੱਧਾ ਹੋਰ ਹੋ ਜਾਊਗਾ, ਉੱਥੇ ਕਿਹੜੀ ਮੱਸਿਆ ਲੱਗਣੋਂ ਹਟ ਚੱਲੇ? ਕੁਛ ਨਹੀਂ ਹੁੰਦਾ। ਜੀਵਨ ਜਿਹੜਾ ਵਾ ਸਰੀਰ ਰੂਪੀ, ਜਿਹੜਾ ਪਦਾਰਥ ਰੂਪੀ ਜੀਵਨ ਹੈ, ਇਹ 'ਚੋਂ ਮਰਨਾ ਤੇ ਸਾਰਿਆਂ ਨੇ। ਕੋਈ ਬੰਦਾ ਹੈਗਾ ਜਿਹੜਾ ਲੋਕ ਕੇ ਬਚ ਗਿਆ ਹੋਵੇ ਕਿਤੇ? ਅਸੀਂ ਇਹ ਗੱਲ ਕਹਿੰਦੇ ਹਾਂ ਵੀ ਜਿਹੜੀ ਗੱਲ ਅਸੀਂ ਕਹਿਣੀ ਉਹ ਕਹਿਣੀ ਹੈ, ਕਿਉਂਕਿ ਸਿੱਟੇ ਦੇ ਭੁਗਤਨੇ ਅਸੀਂ ਵੈਸੇ ਵੀ ਭੁਗਤ ਰਹੇ ਹਾਂ। ਜਾਂ ਤੇ ਅਸੀਂ ਮੇਰੇ ਬੋਲਣ ਕਰਕੇ ਭੁਗਤੀਏ। ਇੱਥੇ ਹੁਣ ਮੇਰੇ ਬੋਲਣ ਕਰਕੇ, ਚਲੋ ਮੈਂ ਨਹੀਂ ਕਹਿੰਦਾ, ਮਹਾਰਾਜ ਨੇ ਸੇਵਾ ਲਈ ਹੈ। ਆ ਜਿਹੜੇ ਨੌਜਵਾਨ ਸੀ 5-5 ਟੀਕੇ ਲਾਉਂਦੇ ਸੀ ਦਿਹਾੜੀ ਦੇ ਨਾਲ, ਮਰ ਜਾਣਾ ਸੀ ਹੋਰ 2-4 ਮਹੀਨਿਆਂ ਨੂੰ, ਕਿਉਂਕਿ ਟੀਕਾ ਜਿਹੜਾ ਇੰਜੈਕਸ਼ਨ ਦੀ ਜਿਹੜੀ ਗੱਲ ਹੈ ਉਹ ਆਪਣੇ ਕੰਟਰੋਲ 'ਚ ਨਹੀਂ। ਬੰਦਾ ਅਨਕੌਂਸ਼ੀਅਸ ਡਿੱਗ ਪੈਂਦਾ ਔਰ ਉਸ ਤੋਂ ਬਾਅਦ 'ਚ ਉਹਨੂੰ ਪਤਾ ਨਹੀਂ ਉਹ ਮਰ ਜਾਂਦਾ। ਹੁਣ ਇਹ ਨੌਜਵਾਨ ਤੇ ਮੋੜ ਆਏ ਨੇ। ਹੁਣ ਮੈਂ ਇਹ ਨਹੀਂ ਕਹਿੰਦਾ ਵੀ ਇਹ ਨੌਜਵਾਨ ਮੋੜ ਆਏ ਨੇ ਤੇ ਦੇਖੋ ਜੀ ਇਹਨਾਂ ਨੂੰ ਕੋਈ ਨੋਰਮਲ ਲਾਈਫ ਜੀਣੀ ਚਾਹੀਦੀ ਹੈ, ਜਿਹਨੇ ਜੀਣੀ ਚਾਹੀਦੀ ਇੱਥੇ ਬੰਨ੍ਹ ਕੇ ਤੇ ਰੱਖਿਆ ਨਹੀਂ ਕਿਸੇ ਨੂੰ। ਪਰ ਮੈਂ ਇਹ ਗੱਲ ਕਹਿਣਾ ਵੀ ਆਪਾਂ ਜਿੰਨੇ ਮਰਜ਼ੀ ਰਿਸੋਰਸਸ ਖੜੇ ਕਰ ਲਈਏ, ਜਿੰਨਾ ਚਿਰ ਆਪਾਂ ਸਟੈਬਲਿਸ਼ਮੈਂਟ ਨਹੀਂ ਖੜੀ ਕਰਦੇ ਰਾਜ ਦੇ ਰੂਪ 'ਚ, ਉਹਨਾਂ ਚਿਰ ਇਹ ਪ੍ਰੋਬਲਮ ਨੂੰ ਲਾਰਜਰ ਰੂਪ 'ਚ ਐਡਰੈਸ ਨਹੀਂ ਕੀਤਾ ਜਾ ਸਕਦਾ। ਮਾਸ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ, ਮਾਸਸ ਨੂੰ। ਇਸ ਕਰਕੇ ਇਹ ਜਿਹੜੇ ਸਿੱਟੇ ਭੁਗਤਣੇ ਆਪਾਂ ਨੂੰ ਪੈਣੇ ਨੇ, ਆਪਾਂ ਭੁਗਤ ਰਹੇ ਹਾਂ ਆਲਰੇਡੀ। ਹੁਣ ਪੰਜਾਬ ਸਾਰਾ ਬੰਜਰ ਹੋ ਗਿਆ, ਪੰਜਾਬ ਦੀ ਨੌਜਵਾਨੀ ਇੰਨੀ ਮਾਰੀ ਗਈ, ਬਾਹਰ ਚਲ ਗਈ, ਉਹ ਮੇਰਾ ਕਰਕੇ ਥੋੜ੍ਹੀ ਹੈ। ਉਹ ਤੇ ਇੱਕ ਲਾਰਜਰ ਪ੍ਰੋਬਲਮ ਦੇ ਸਿੰਪਟਮਸ ਨੇ ਸਾਰੇ। ਕਈ ਲੋਕ ਕਹਿੰਦੇ ਨੇ ਜਿਵੇਂ ਦੇ ਤੁਸੀਂ ਬਿਆਨ ਦਿੰਦੇ ਹੋ, ਮੁੱਦਿਆਂ ਦੀ ਤੁਸੀਂ ਗੱਲ ਕਰਦੇ ਹੋ, ਪਰ ਕਈ ਵਾਰੀ ਗੱਲ ਕਰਦੇ ਤੁਸੀਂ ਬਹੁਤ ਤੱਤੇ ਹੋ ਜਾਂਦੇ ਹੋ। ਤੁਹਾਡੇ ਬਿਆਨ ਜੋ ਨੇ ਕਿਸੇ ਹੋਰ ਦਿਸ਼ਾ 'ਚ ਚਲੇ ਜਾਂਦੇ ਨੇ। ਪੰਜਾਬ 'ਚ ਮਾਹੌਲ ਕੁਝ ਹੋਰ ਹੈ। ਇੱਥੇ ਸਿੱਖ ਹਿੰਦੂ ਭਾਈਚਾਰਾ ਤਾਂ ਹੈ, ਪਰ ਦੂਜੇ ਸੂਬਿਆਂ 'ਚ ਸਿੱਖਾਂ ਦੇ ਲਈ ਇੱਕ ਇਨਸਿਕਿਉਰਿਟੀ ਪੈਦਾ ਹੁੰਦੀ ਹੈ। ਦੇਖੋ ਇਹ ਕਿੱਡਾ ਵੱਡਾ ਥ੍ਰੈਟ ਹੈ ਵੀ ਸਿੱਖਾਂ ਨੂੰ ਚਾਰੇ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਪੰਜਾਬ ਦੇ ਵਿੱਚ ਹਿੰਦੂ ਨੂੰ ਚਾਰੇ ਦੀ ਤਰ੍ਹਾਂ ਵਰਤਿਆ ਜਾਂਦਾ, ਪੰਜਾਬ ਤੋਂ ਬਾਹਰ ਸਿੱਖਾਂ ਨੂੰ ਚਾਰੇ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਮੈਂ ਕਹਿੰਦਾ ਵੀ ਅਸੀਂ ਬਿਲਕੁਲ ਗਲਤ ਵੀ ਹੋਈਏ, ਚਲੋ ਮੈਂ ਗਲਤ ਵੀ ਹੋਵਾਂ ਇੱਕ ਟਾਈਮ ਦੇ ਉੱਤੇ। ਫਿਰ ਇਹਦਾ ਅਰਥ ਇਹ ਹੀ ਹੈ ਵੀ ਜੇ ਪੰਜਾਬ ਦੇ ਵਿੱਚ ਕੋਈ ਸੰਘਰਸ਼ ਉੱਠਦਾ ਹੈ ਤੇ ਉਹਦਾ ਬਦਲਾ ਬਾਹਰ ਦੇ ਸਿੱਖਾਂ ਕੋਲ ਲੈ ਜਾਂਦੇ, ਇਹ ਸੱਚਾਈ ਹੈ ਨਾ। ਔਰ ਜੇ ਬਾਹਰ ਦੇ ਸਿੱਖਾਂ ਦੀ ਇਹੋ ਹੀ ਪੋਜੀਸ਼ਨ ਹੈ ਵੀ ਪੰਜਾਬ ਦੇ ਵਿੱਚ ਹੋਈ ਕਿਸੇ ਵੀ ਹਲਚਲ ਦੇ ਨਾਲ ਉਹਨਾਂ ਦਾ ਸ਼ਿਕਾਰ ਖੇਡਿਆ ਜਾਣਾ ਹੈ, ਤੇ ਫਿਰ ਆਪਾਂ ਆਪਣੇ ਨੂੰ ਆਜ਼ਾਦ ਕਿਹੜੇ ਹਿਸਾਬ ਨਾਲ ਕਹੀਏ? ਫਿਰ ਆਜ਼ਾਦੀ ਤਾਂ ਨਹੀਂ ਹੈਗੀ ਇਹ। ਤੇ ਮੈਨੂੰ ਤੇ ਹੈਰਾਨੀ ਹੁੰਦੀ ਹੈ ਜਦੋਂ ਬੰਦੇ ਇਹ ਸਵਾਲ ਕਰਦੇ ਨੇ, ਔਰ ਪੜ੍ਹੇ ਲਿਖੇ ਬੰਦੇ ਕਰੀ ਜਾਂਦੇ ਨੇ। ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਖੁਦ ਨੂੰ ਵੀ ਇਸ ਲੈਵਲ 'ਤੇ ਇੱਥੇ ਜਿੱਥੇ ਆਪਾਂ ਆਪਣੇ ਆਪ ਨੂੰ ਬਰਾਬਰ ਕਹਿ ਰਹੇ ਹਾਂ, ਉੱਥੇ ਜੇ ਇੰਦਰਾ ਗਾਂਧੀ ਦੀ ਮੌਤ 'ਤੇ ਪੰਜਾਬ 'ਚ ਹਿੰਦੂਆਂ ਦਾ ਸ਼ਿਕਾਰ ਨਹੀਂ ਖੇਡਿਆ ਜਾਂਦਾ ਹੈ, ਤੇ ਬਾਹਰ ਸਿੱਖਾਂ ਦਾ ਕੋਈ ਖੇਡਿਆ ਜਾਂਦਾ? ਇਹਦਾ ਸ਼ਿਕਾਰ ਔਰ ਐਵੇਂ ਨਹੀਂ ਖੇਡਿਆ ਜਾ ਸਕਦਾ ਜਿੰਨਾ ਚਿਰ ਕਿਸੇ ਦੇ ਅੰਦਰ ਤੁਹਾਡਾ ਜੈਨੋਸਾਈਡ ਕਰਨ ਦੀ ਭਾਵਨਾ ਨਹੀਂ, ਕਿਸੇ ਨੂੰ ਕੋਈ ਪ੍ਰਵੋਕ ਨਹੀਂ ਕਰ ਸਕਦਾ ਹੈ।
ਇਹ ਪਈ ਹੈ। ਔਰ ਮੈਂ ਇਹੋ ਹੀ ਕਹਿਣਾ, ਜਿੱਦਾਂ ਸੂਰੀ ਦੇ ਕਤਲ ਤੋਂ ਬਾਅਦ ਇੱਕ ਨੇ ਕਹਿਣਾ ਵੀ ਸਰਦਾਰਾਂ ਨੂੰ ਮਾਰੂੰਗਾ ਮੈਂ ਕੱਢ ਕੇ ਇਕੱਲੇ ਨੂੰ, ਉਹਨੂੰ ਕਈ ਕਹਿੰਦੇ ਵੀ ਗੁੱਸੇ 'ਚ। ਔਰ ਮੈਂ ਇਹ ਗੱਲ ਸਮਝਦਾ ਸਾਈਕੋਲੋਜੀ ਦੇ ਪੱਖ ਤੋਂ ਵੀ ਗੁੱਸੇ 'ਚ ਹੀ ਬੰਦਾ ਸਬਕੌਂਸ਼ੀਅਸ ਸਟੇਟ 'ਚ ਜਾ ਕੇ ਬੋਲਦਾ। ਔਰ ਉੱਥੇ ਇਹ ਗੱਲ ਪਈ ਹੈ ਵੀ ਸਿੱਖਾਂ ਨੂੰ ਮਾਰਨਾ, ਸਿੱਖਾਂ ਨੂੰ ਖਤਮ ਕਰਨਾ। ਔਰ ਜੇ ਸਿੱਖ ਨਹੀਂ ਪਛਾਣਦੇ ਔਰ ਬਾਹਰ ਦੇ ਸਿੱਖ ਇਸ ਗੱਲ ਤੇ ਰੰਜ ਕਰੀ ਜਾਣ ਵੀ ਗੱਲ ਇਹ ਕਰਦੇ ਮਾਰ ਸਾਨੂੰ ਪੈਂਦੀ ਹੈ, ਮਾਰ ਇਕੱਠਿਆਂ ਨੂੰ ਪੈਂਦੀ ਹੈ, ਉਹ ਸਮਝਦੇ ਵੀ ਸਿੱਖ ਇੱਕੋ ਹੀ ਨੇ, ਤਾਂ ਹੀ ਉਹ ਬਾਹਰ ਦੇ ਨੂੰ ਮਾਰਦੇ। ਜੇ ਉਹ ਸਿੱਖਾਂ 'ਚ ਫਰਕ ਸਮਝਦੇ ਹੋਣ ਤੇ ਪੰਜਾਬ ਦੇ ਵਿੱਚ ਹੋਈ ਕਿਸੇ ਹਲਚਲ ਦਾ ਦਿੱਲੀ ਦੇ ਸਿੱਖਾਂ ਤੋਂ ਬਦਲਾ ਕਿਉਂ ਲੈਣੋ? ਉਹ ਸਾਨੂੰ ਇੱਕ ਸਮਝਦੇ ਨੇ, ਅਸੀਂ ਇੱਕ ਨਹੀਂ ਸਮਝਦੇ ਆਪਣੇ ਆਪ ਨੂੰ, ਅਸੀਂ ਵਖਰੇਵਾਂ ਪਾਉਂਦੇ ਹਾਂ। ਸਾਨੂੰ ਇਹ ਸਮਝਣਾ ਚਾਹੀਦਾ ਵੀ ਜਿੱਦਣ ਸਾਡਾ ਘਰ ਤਗੜਾ ਹੋਊਗਾ ਪੰਜਾਬ, ਜਿੱਦਣ ਸਾਡਾ ਘਰ ਸੋਵਰਨ ਰੂਲ ਹੋਊਗਾ, ਅਮਰੀਕਾ ਦਾ ਕੋਈ ਨਾਗਰਿਕ ਕਿਤੇ ਵੀ ਤੁਰਿਆ ਫਿਰੇ ਉਹਨੂੰ ਹੱਥ ਨਹੀਂ ਪਾਉਂਦਾ, ਉਹਨੂੰ ਪਤਾ ਇਹਦੇ ਪਿੱਛੇ ਇੱਕ ਮੁਲਕ ਖੜਾ ਹੈ। ਅੱਜ ਸਿੱਖਾਂ ਨੂੰ ਪੰਜਾਬ 'ਚ ਵੀ ਮਾਰ ਪੈ ਰਹੀ, ਬਾਹਰ ਵੀ ਪੈ ਰਹੀ। ਕਿਉਂ ਪੈ ਰਹੀ ਹੈ? ਕਿਉਂਕਿ ਸਾਡੇ ਕੋਲ ਕੋਈ ਸਟੈਬਲਿਸ਼ਮੈਂਟ ਨਹੀਂ ਹੈਗੀ। ਜਿੰਨਾ ਚਿਰ ਖੜੀ ਨਹੀਂ ਕਰਦੇ ਉਹਨਾਂ ਚਿਰ ਰਿਸਕੀ ਰਹੂਗਾ ਵੀ ਕਦੀ ਕੋਈ ਸ਼ਿਕਾਰ ਖੇਡ ਲੂ ਆਣ ਕੇ ਸਿੱਖਾਂ ਦਾ। ਤੇ ਕਿੰਨਾ ਬੱਕਰੀ ਦੀ ਮਾਂ ਕਿੰਨਾ ਚਿਰ ਖੈਰ ਮਨਾਊਗੀ? ਬੱਕਰੀ ਦੀ ਮਾਂ ਇਹ ਸੋਚੇ ਵੀ ਅੱਜ ਨਹੀਂ ਤੇ ਅੱਜ ਨਹੀਂ, ਤੇ ਉਹਨੇ ਤੇ ਚੜ੍ਹਨਾ ਹੀ ਹੁੰਦਾ ਪਤੀਲੇ ਦੇ ਵਿੱਚ। ਸੋ ਇਹ ਸਿੱਖਾਂ ਦੀ ਹਾਲਤ ਇਹੋ ਹੀ ਹੈ ਕਿ ਜੇ ਤੇ ਇਹ ਸੋਚਣਾ ਵੀ ਸ਼ਿਕਾਰ ਨਹੀਂ ਹੋਣਾ, ਉਹ ਹੋ ਜਾਣਾ। ਉਹ ਜਦੋਂ ਉਹਨਾਂ ਦਾ ਮੂਡ, ਜਦੋਂ ਮੋਦੀ ਦੀ ਗੱਡੀ ਰੋਕੀ ਉਦੋਂ ਸਿੱਖਾਂ ਨੇ ਕੀ ਕੀਤਾ ਸੀ? ਗੱਡੀ ਕਿਸੇ ਵਜ੍ਹਾ ਨਾਲ ਰੁਕੀ ਹੈ। ਸਿੱਖਾਂ ਨੇ ਕੀ ਇਹ ਦੋਸ਼ ਕਿ ਵੀ 84 ਦੀ ਧਮਕੀ, ਦਿੱਲੀ 'ਚ ਕਿਸੇ ਆਮ ਲੜਾਈ ਦੇ ਵਿੱਚ ਸਿੱਖਾਂ ਨੂੰ 84 ਜੇ ਤੱਕ ਕਰਾਉਣ ਦੀ ਧਮਕੀ ਦਿੱਤੀ। ਜੈਨੋਸਾਈਡਲ ਥ੍ਰੈਟ ਨੂੰ ਹਿੰਦੁਸਤਾਨ ਦੇ ਵਿੱਚ ਤੇ ਕੋਈ ਸੀਰੀਅਸ ਲੈਂਦਾ ਹੀ ਨਹੀਂ। ਤੇ ਉਹ ਜੇ ਤੁਸੀਂ ਹਿੰਦੂਆਂ ਨੂੰ ਦੇ ਕੇ ਵੇਖ ਲਿਓ ਇੱਕ ਦਿਨ ਜੈਨੋਸਾਈਡਲ ਥ੍ਰੈਟ, ਵੇਖੋ ਕੀ ਬਣਦਾ ਅਗਲੇ ਦਿਨ। ਤੁਹਾਡੇ ਪਰਿਵਾਰਾਂ ਦੇ ਪਰਿਵਾਰ ਚੱਕ ਕੇ ਅੰਦਰ ਕਰ ਦੇਣਗੇ। ਇਹ ਆਪਾਂ ਨੂੰ ਸਮਝਣ ਦੀ ਲੋੜ ਹੈ ਵੀ ਗੁਲਾਮੀ ਹੋਰ ਕੀ ਹੈ, ਹੋਰ ਪ੍ਰਤੱਖ ਉਦਾਹਰਨ ਕੀ ਹੋ ਸਕਦੀ ਗੁਲਾਮੀ ਦੀ। ਇਹ ਸਾਨੂੰ ਜਿੰਨਾ ਚਿਰ ਅਸੀਂ ਇਹ ਨਹੀਂ ਸਮਝਦੇ ਉਹਨਾਂ ਚਿਰ ਐਵੇਂ ਗੱਲਾਂ ਕਰੀ ਜਾਈਏ ਵੀ ਰਾਜ ਜ਼ਰੂਰੀ ਨਹੀਂ ਹੈਗਾ। ਜਿਹਨੂੰ ਨਹੀਂ ਲੱਗਦਾ ਨਾ ਜ਼ਰੂਰੀ ਨਾ ਰਵੇ ਪੰਜਾਬ ਦੇ ਵਿੱਚ, ਉਹ ਜਿਹਨੂੰ ਹਿੰਦੁਸਤਾਨ ਦਾ ਰਾਜ ਵਧੀਆ ਲੱਗਦਾ ਉੱਥੇ ਰਹੀ ਜਾਣ, ਕੋਈ ਗੱਲ ਨਹੀਂ। ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਪਰ ਅਜੇ ਪੰਜਾਬ ਨੂੰ ਤੁਸੀਂ ਭਾਰਤ ਤੋਂ ਵੱਖ ਸਮਝਦੇ ਹੋ? ਪੰਜਾਬ ਹਮੇਸ਼ਾ ਤੋਂ ਭਾਰਤ ਤੋਂ ਵੱਖ ਰਿਹਾ ਹੈ, ਕਲਚਰਲ ਤੌਰ 'ਤੇ ਵੀ, ਧਾਰਮਿਕ ਤੌਰ ਦੇ ਉੱਤੇ ਵੀ, ਬੋਲੀ ਤੋਂ ਲੈ ਕੇ ਪਹਿਰਾਵੇ ਤੋਂ ਲੈ ਕੇ। ਇਹ ਬੈਲਟ ਹੀ ਭਾਰਤ ਨੂੰ ਵੱਖ ਰਹੀ ਹੈ। ਹਾਂ ਇਹ ਹੈ ਵੀ ਮੌਕੇ ਦੇ ਉੱਤੇ ਚਾਹੇ ਮੁਗਲ ਸੀ, ਉਹਨਾਂ ਨੇ ਇਹਨੂੰ ਰਲਾਉਣ ਦੀ ਕੋਸ਼ਿਸ਼ ਕੀਤੀ। ਔਰ ਰਲਾਉਣ ਦੀ ਕੋਸ਼ਿਸ਼ ਇਹ ਨਹੀਂ ਵੀ ਕੋਈ ਅਖੰਡ ਭਾਰਤ ਦਾ ਸੁਪਨਾ ਸੀ ਉਹਨਾਂ ਦਾ। ਜਿਹੜਾ ਵੀ ਬੰਦਾ ਹੁਕਮਰਾਨ ਬੈਠਾ ਹੈ ਉਹ ਆਪਣੇ ਆਪ ਨੂੰ ਐਕਸਪੈਂਡ ਕਰਨਾ ਚਾਹੁੰਦਾ ਹੈ। ਔਰ ਐਕਸਪੈਂਸ਼ਨ ਦੇ ਵਿੱਚੋਂ ਹੀ ਇਹ ਇੱਕ ਇਲਾਕਾ ਬੜਾ ਕਰੂਸ਼ਲ ਇਲਾਕਾ ਹੈ। ਇਹ ਇੱਕ ਜਿਹੜਾ ਵਾ ਚੈਨਲ ਵੀ ਹੈ ਦੂਜੇ ਮੁਲਕਾਂ ਦੇ ਨਾਲ ਜੁੜਨ ਦਾ। ਔਰ ਤਾਂ ਕਰਕੇ ਵੀ ਉਹ ਇਹਨੂੰ ਵਰਤਣਾ ਚਾਹੁੰਦੇ ਨੇ ਇਸ ਇਲਾਕੇ ਨੂੰ। ਪਰ ਉਹਦੀ ਚੱਕਰ ਦੇ ਵਿੱਚ ਉਹਨਾਂ ਦੇ ਬੈਨੀਫਿਟ ਵਾਸਤੇ, ਦਿੱਲੀ ਦੀ ਰਾਜਨੀਤੀ ਵਾਸਤੇ ਅਸੀਂ ਕੋਈ ਭੇਟ ਚੜੀਏ? ਅਸੀਂ ਤੇ ਆਪਣਾ ਵੇਖਣਾ ਨਾ। ਸਾਡੇ ਘਰ ਨੂੰ ਕੋਈ ਆਪਣਾ ਜੰਗ ਦਾ ਮੈਦਾਨ ਬਣਾ ਕੇ ਬੈਠਾ ਰਹੇ, ਇਹ ਸਾਡੇ ਵਾਸਤੇ ਚੰਗੀ ਗੱਲ ਥੋੜੀ ਹੈ। ਤੁਹਾਡਾ ਬਲੂਪ੍ਰਿੰਟ ਕੀ ਹੈ? ਬਲੂਪ੍ਰਿੰਟ ਦੇਖੋ ਸਾਡਾ ਤੇ ਇਹੋ ਹੀ ਹੈ, ਖਾਲਸੇ ਦਾ ਰਾਜ ਉਦੋਂ ਹੋਣਾ ਜਿੱਦਣ ਅਸੀਂ ਖਾਲਸੇ ਬਣ ਗਏ। ਵੈਸੇ ਤੇ ਦੋਵੇਂ ਚੀਜ਼ਾਂ ਇੱਕ ਦੂਜੇ ਦੀਆਂ ਪੂਰਕ ਨੇ। ਰਾਜ ਤੋਂ ਬਾਅਦ ਸਿੱਖੀ ਦਾ ਪ੍ਰਚਾਰ ਪ੍ਰਸਾਰ ਬਹੁਤ ਸੌਖਾ ਹੋ ਜਾਂਦਾ ਹੈ, ਰਾਜ ਤੋਂ ਪਹਿਲਾਂ ਓਨਾ ਹੀ ਔਖਾ ਹੈ। ਜਿਹੜੇ ਸਕੂਲ ਅੱਜ ਸਿੱਖੀ ਦਾ ਪ੍ਰਚਾਰ ਕਰ ਸਕਦੇ ਸੀ, ਅੱਜ ਉਹ ਸਿੱਖੀ ਦੇ ਉਲਟ ਪ੍ਰਚਾਰ ਕਰ ਰਹੇ ਨੇ, ਨੈਸ਼ਨਲਿਜ਼ਮ ਪੜ੍ਹਾ ਰਹੇ ਨੇ, ਬੱਚਿਆਂ ਨੂੰ ਤਰਕਵਾਦ ਸਿਖਾ ਕੇ ਗੁਰੂ ਨਾਲੋਂ ਗੁਰਬਾਣੀ ਨਾਲ ਤੋੜ ਰਹੇ ਨੇ। ਔਰ ਟੀਵੀ ਜਿਹੜਾ ਰਾਜ ਦੇ ਵਿੱਚ ਸਾਰਾ ਕੁਝ ਹੀ ਤੁਹਾਡੇ ਹੱਕ 'ਚ ਭੁਗਤਣ ਲੱਗ ਪੈਂਦਾ ਹੈ। ਰਾਜ ਤੋਂ ਪਹਿਲਾਂ ਤੁਹਾਨੂੰ ਬਹੁਤ ਐਫਰਟ ਕਰਨਾ ਪੈਂਦਾ ਔਰ ਤੁਹਾਨੂੰ ਸਿਰ ਵੀ ਕੁਰਬਾਨੀ ਵੀ ਤਾਂ ਹੀ ਦੇਣੀ ਪੈਂਦੀ ਹੈ। ਕੁਰਬਾਨੀ ਕੀ ਹੈ? ਗਵਾਹੀ ਹੈ ਨਾ। ਮੈਂ ਇੱਕ ਗੱਲ ਕਰਦਾ, ਮੇਰੀ ਗੱਲ ਝੂਠੀ ਹੈ ਕਿ ਸੱਚੀ ਹੈ, ਜਿੰਨਾ ਚਿਰ ਮੈਂ ਸਿਰ ਦੇਣ ਨੂੰ ਤਿਆਰ ਨਹੀਂ ਆਪਣੀ ਗੱਲ ਦੇ ਉੱਤੇ ਕਿੰਨਾ ਮੰਨੂਗਾ? ਵੈਸੇ ਤਾਂ ਸੱਚ ਝੂਠ ਦਾ ਕੋਈ ਪੈਮਾਨਾ ਨਹੀਂ ਹੈਗਾ। ਹੁਣ ਜਿੱਦਾਂ ਤੁਸੀਂ ਕਾਲੇ ਰੰਗ ਨੂੰ ਬਚਪਨ ਤੋਂ ਚਿੱਟਾ ਕਹਿਣਾ ਸ਼ੁਰੂ ਕਰ ਦਿਓ, ਤੁਹਾਨੂੰ ਕੋਈ ਲੱਖ ਸਮਝਾਉਂਦਾ ਰਹੇ, ਇਹਦੇ ਲਈ ਗਵਾਹੀ ਦੇਣੀ ਪੈਂਦੀ ਹੈ। ਸ਼ਹਾਦਤ ਦਾ ਸ਼ਬਦੀ ਅਰਥ ਹੀ ਗਵਾਹੀ ਹੈ। ਸੋ ਗੁਰੂ ਸਾਹਿਬ ਨੇ ਇੱਕ ਮੌਕੇ ਦੇ ਉੱਤੇ ਜਦੋਂ ਪੰਜਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੈ ਤਾਂ ਉਹਨਾਂ ਸਿੱਖੀ ਦੀ ਜਿਹੜੀ ਨੀਂਹ ਉਹ ਡੂੰਘੀ ਕਰ ਦਿੱਤੀ। 10ਵੇਂ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਜਿਹੜਾ ਸ਼ਹੀਦ ਕਰਵਾ ਕੇ ਇਹ ਸਭ ਤੋਂ ਡੂੰਘੀ ਕਰ ਦਿੱਤੀ। ਦੁਨੀਆ ਦੇ ਉੱਤੇ ਕਿਸੇ ਪੀਰ ਪੈਗੰਬਰ ਕੋਲ ਇਹ ਕੰਮ ਨਹੀਂ ਸੀ ਹੋਇਆ। ਸੋ ਇਸ ਕਰਕੇ ਸਿੱਖਾਂ ਨੇ ਮੌਕੇ ਦੇ ਉੱਤੇ ਸ਼ਹਾਦਤ ਦੇ ਕੇ ਤੇ ਆਪਣੀ ਜਿਹੜੀ ਪ੍ਰਤੱਖ ਧਰਮ ਹੈ, ਸੱਚਾ ਧਰਮ ਹੈ, ਉਹਨੂੰ ਦੁਨੀਆ ਨੂੰ ਦੱਸਿਆ ਵੀ ਇਹ ਸੱਚਾ ਹੈ। ਨਹੀਂ ਤਾਂ ਦੁਨੀਆ ਦੇ ਸੱਚੇ ਨੂੰ ਝੂਠੇ ਨੂੰ ਸੱਚਾ ਬਣਾ ਦਿੰਦੀ ਹੈ। ਇਸੇ ਕਰਕੇ ਸਿਰ ਦੇਣ ਦੀ ਲੋੜ ਹੈ। ਔਰ ਜਿੰਨਾ ਚਿਰ ਮਨੁੱਖ ਮੌਤ ਦਾ ਭੈ ਨਹੀਂ ਖਤਮ ਕਰਦਾ ਉਹਨਾਂ ਚਿਰ ਕੁਛ ਨਹੀਂ ਪ੍ਰਾਪਤੀ ਹੁੰਦੀ। ਤੁਹਾਨੂੰ ਲੱਗਦਾ ਹੈ ਕਿ ਜੋ ਸਿੱਖ ਨੇ ਇੱਥੇ ਪੰਜਾਬ 'ਚ ਵਸਦੇ ਨੇ, ਹੋਰ ਬਾਹਰਲੇ ਸੂਬਿਆਂ 'ਚ ਵਸਦੇ ਨੇ, ਉਹਨਾਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ? ਸਾਰਿਆਂ ਨੂੰ ਅੰਮ੍ਰਿਤ ਛਕਣਾ ਚਾਹੀਦਾ। ਸਿੱਖਾਂ ਨੂੰ ਦੇਖੋ, ਮਤਲਬ ਇਹ ਤੁਹਾਨੂੰ ਲੱਗਦਾ ਇਹ ਪਹਿਲਾ ਸਟੈਪ ਹੈ ਜਿਸ ਦਾ ਆਖਿਰ ਤੱਕ ਜਿੱਧਰ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ? ਦੇਖੋ ਆਪਾਂ ਅੰਮ੍ਰਿਤ ਛਕ ਲੈਂਦੇ ਹਾਂ, ਉਹਦੇ ਤੋਂ ਬਾਅਦ 'ਚ ਹੁੰਦਾ ਕੀ ਹੈ? ਪਹਿਲਾਂ ਤਾਂ ਗੁਰੂ ਦੇ ਹੁਕਮ 'ਚ ਜੀਣਾ ਸਿੱਖਦੇ ਹਾਂ। ਦੁਨੀਆ ਦੇ ਵਿੱਚ ਮੈਨੂੰ ਕੋਈ ਬੰਦਾ ਅੱਜ ਤੱਕ ਨਹੀਂ ਮਿਲਿਆ ਵੀ ਜਿਹੜਾ ਮੈਨੂੰ ਦੱਸੇ ਵੀ ਅੰਮ੍ਰਿਤ ਨਾ ਛਕਣ ਦੀ ਵਜ੍ਹਾ ਕੀ ਹੈ। ਇੱਕ ਤੇ ਇਹ ਹੁੰਦਾ ਨਾ ਵੀ ਦੇਖੋ ਆਪਾਂ ਮਟੀਰੀਅਲਿਸਟਿਕ ਲਾਈਫ 'ਚ ਫਸੇ ਹਾਂ ਔਰ ਮਟੀਰੀਅਲਿਸਟਿਕ ਲਾਈਫ ਦੇ ਵਿੱਚ ਉਹਨੂੰ ਆਪਣੇ ਆਪ ਨੂੰ ਜਸਟੀਫਾਈ ਕਰੀ ਜਾਣਾ ਵੀ ਸਾਡੀ ਆਹ ਮਜਬੂਰੀ ਹੈ ਜੀ। ਇਹ ਸਿਰਫ ਜਸਟੀਫਿਕੇਸ਼ਨਸ ਆ। ਸੋ ਇੱਕ ਆਪਣਾ ਮਨ ਜਿਹੜਾ ਹੈ ਵਕਾਰ ਹੈ। ਪੰਜਾਂ 'ਚ ਕੋਈ ਹੋਊਗਾ ਕਾਮ ਹੋ, ਕ੍ਰੋਧ ਹੋ, ਲੋਭ ਹੋ, ਮੋਹ, ਅਹੰਕਾਰ। ਇਹ ਪੰਜਾਂ ਦੇ ਵਿੱਚੋਂ ਕੋਈ ਨਾ ਕੋਈ ਸਾਨੂੰ ਰੋਕਦਾ ਇਸ ਪਾਸੇ ਜਾਣ ਨੂੰ। ਜਦੋਂ ਆਪਾਂ ਐਡਾ ਵੱਡਾ ਸਟੈਪ ਚੱਕਦੇ ਹਾਂ ਵੀ ਜਿੱਥੇ ਆਪਾਂ ਸਾਰਾ ਕੁਝ ਗੁਰੂ ਨੂੰ ਸਮਰਪਣ ਕਰਦੇ, ਆਪਣਾ ਸ਼ੀਸ਼ ਗੁਰੂ ਨੂੰ ਭੇਟ ਕਰ ਦਿੰਦੇ ਹਾਂ, ਉਸ ਤੋਂ ਬਾਅਦ 'ਚ ਸਾਡੇ ਜੀਵਨ ਜੀਣ ਦਾ ਤਰੀਕਾ ਬਦਲ ਜਾਂਦਾ ਹੈ।
ਔਰ ਉਹਦੇ ਨਾਲ ਸਾਡੀ ਇੱਕ ਆਇਡੈਂਟੀਟੀ ਜਿਹੜੀ ਹੈ, ਜਿਹੜੀ ਜੇ ਰੋਜ਼ਾਨਾ ਦਾ ਖਤਰਾ ਹੈ ਉਹ ਹੋ ਜਾਂਦਾ, ਖਤਮ ਹੋ ਜਾਂਦਾ ਖਤਰਾ। ਫਿਰ ਅਸੀਂ ਕੌਮੀ ਰੂਪ 'ਚ ਗੁਰ ਭਾਈ ਬਣਦੇ ਹਾਂ, ਇੱਕ ਦੂਜੇ ਦੇ ਭੈਣ ਭਰਾ ਬਣ ਜਾਂਦੇ ਹਾਂ। ਉਹਦੇ ਨਾਲ ਕੀ ਫਰਕ ਪੈਂਦਾ ਵੀ ਅਸੀਂ ਜਦੋਂ ਇੱਕ ਸਿੱਖ ਦੇ ਉੱਤੇ ਭੀੜ ਪੈਂਦੀ ਆ ਤੇ ਅਸੀਂ ਲਾਗੋ ਚੁੱਪ ਚੁਪੀ ਤੇ ਲੰਘਦੇ ਨਹੀਂ, ਫਿਰ ਅਸੀਂ ਸ਼ਸਤਰਧਾਰੀ ਵੀ ਹੁੰਦੇ ਹਾਂ। ਸ਼ਸਤਰਧਾਰੀ ਹੋਣ ਦੇ ਨਾਲ ਇਹ ਨਹੀਂ ਵੀ ਕੋਈ ਸਾਡੀ ਆ ਕੇ ਪੱਗ ਲਾ ਜੂਗਾ ਜਾਂ ਸਾਡੀ ਧੀ ਭੈਣ ਦੇ ਨਾਲ ਕੋਈ ਬੇਪਤੀ ਕਰ ਜੂ ਜਾਂ ਸਾਡੇ ਗੁਰੂ ਦੀ ਬੇਅਦਬੀ ਕਰ ਜੂ ਕੋਈ। ਸੋ ਇੱਕ ਕਿਸੇ ਹੋਰ ਦੇ ਰਾਜ 'ਚ ਰਹਿੰਦਿਆਂ ਵੀ ਇੱਕ ਜਿੰਨੀ ਮੈਕਸਿਮਮ ਕਪੈਸਿਟੀ ਤੱਕ ਤੁਸੀਂ ਆਪਣੀ ਪਾਵਰ ਨੂੰ ਵਧਾ ਸਕੋ, ਵਧਾਉਣਾ ਚਾਹੀਦਾ ਹੈ। ਔਰ ਅੰਮ੍ਰਿਤ ਛਕਣਾ ਸਰੈਂਡਰ ਤੋਂ ਵੀ ਇੱਕ ਵੱਡਾ ਭਾਵਨਾ ਸਿਰ ਦੇਣ ਦੀ, ਔਰ ਸਿਰ ਦੇਣ ਤੋਂ ਬਿਨਾਂ ਕੋਈ ਗੱਲ ਨਹੀਂ ਹੋ ਸਕਦੀ। ਇਸ ਕਰਕੇ ਮੈਂ ਸਾਰੇ ਸਿੱਖਾਂ ਨੂੰ ਇਹ ਅਪੀਲ ਕਰਦਾ ਵੀ ਆਪਾਂ ਧਰਮ ਜਿਹੜਾ ਹੈ ਨਾ, ਧਰਮ ਦਾ ਤੇ ਦੁਨੀਆਦਾਰੀ ਦਾ ਇੱਕ ਕਲੈਸ਼ ਰਿਹਾ ਹਮੇਸ਼ਾ ਤੋਂ। ਆਪਣਾ ਧਰਮ ਅਕਾਲ ਦਾ ਧਰਮ ਹੈ ਔਰ ਸਮਾਂ ਬਦਲ ਰਿਹਾ, ਇਹ ਮੈਨੂੰ ਪਤਾ ਹੈ, ਪਰ ਸਮੇਂ ਦੇ ਨਾਲ ਐਵੇਂ ਬਦਲੀ ਜਾਣਾ ਉਹ ਚੰਗੀ ਗੱਲ ਨਹੀਂ। ਹੁਣ ਜਿੱਦਾਂ ਅੱਜ ਆਪਾਂ ਕਹਿੰਦੇ ਹਾਂ ਵੀ ਦੇਖੋ ਜੀ 200 ਸਾਲ ਪਹਿਲਾਂ ਦੇ ਬਹੁਤ ਮਾੜਾ ਹਾਲ ਸੀ, ਹੁਣ ਚੰਗਾ ਹੈ। ਪਰ ਮੈਂ ਜੇ ਸਵਾਲ ਕਰਾਂ ਵੀ 200 ਸਾਲ ਪਹਿਲਾਂ ਜਿਹੜਾ এনवायरमेंट ਸੀ ਉਹ ਚੰਗਾ ਸੀ ਕਿ ਮਾੜਾ ਸੀ? ਇੰਡਸਟਰੀ ਨੇ ਕੀ ਕੁਛ ਕਰ ਦਿੱਤਾ ਹੈ। 200 ਸਾਲ ਪਹਿਲਾਂ ਜਿਹੜੀ ਔਰਤ ਦੀ ਜ਼ਿੰਦਗੀ ਸੌਖੀ ਸੀ ਕਿ ਔਖੀ ਸੀ? ਅੱਜ ਔਰਤ ਤੇ ਇੱਕ ਬਹੁਤ ਵੱਡਾ ਪ੍ਰੈਸ਼ਰ ਹੈ ਵੀ ਤੂੰ ਇੱਦਾਂ ਦੀ ਲੱਗਣਾ ਹੈ, ਇੱਦਾਂ ਦਾ ਚਿਹਰਾ। ਯੂਰਪੀਅਨ ਬਿਊਟੀ ਸਟੈਂਡਰਡਸ ਜਿਹੜੇ ਸੀ ਕਿੰਨੇ ਡਿਫਾਈਨ ਕੀਤੇ? ਸਾਡੇ ਬਿਊਟੀ ਸਟੈਂਡਰਡਸ ਹੈ ਹੀ ਵੱਖਰੇ ਸੀ ਸਾਰੇ, ਹੈ ਯੂਰਪ ਨੇ ਇੰਪੋਜ਼ ਕਰਤਾ ਸਾਰੀ ਦੁਨੀਆ ਦੇ ਉੱਤੇ। ਉਹਦੇ ਲਈ ਕਿਹੜੀਆਂ ਸਰਜਰੀਜ਼ ਆ ਗਈਆਂ ਜਿਹੜੀਆਂ ਔਰਤਾਂ ਨੂੰ ਜਿਹਦੇ 'ਚੋਂ ਲੰਘਣਾ ਪੈਂਦਾ। ਉਹਨੂੰ ਔਰਤਾਂ ਨੂੰ ਜਿਹੜੀ ਔਰਤ ਘਰ ਬੈਠਣਾ ਚਾਹੁੰਦੀ ਆ ਉਹਦੇ ਤੇ ਇੱਕ ਮੈਂਟਲ ਪ੍ਰੈਸ਼ਰ ਹੈ ਵੀ ਤੂੰ ਕੁਛ ਨਹੀਂ ਕਰ ਰਹੀ। ਜਿੰਨਾ ਚਿਰ ਤੂੰ ਕੁਛ ਕਰਦੀ ਨਹੀਂ ਉਹਨਾਂ ਚਿਰ ਤੂੰ, ਹੈ ਨਾ, ਉਸ ਦੇ ਨਾਲ ਫੈਮਿਲੀ ਸਟਰਕਚਰ ਟੁੱਟਿਆ, ਬੱਚਿਆਂ ਦੀ ਦੇਖ ਰੇਖ ਕਰਨ ਦਾ ਕੋਈ ਜ਼ਿੰਮੇਵਾਰੀ ਨਹੀਂ ਸਾਂਭ ਰਿਹਾ। ਇਹ ਸਾਰਾ ਕੁਝ ਜਿਹੜਾ ਵਾ ਇਹਨੂੰ ਖਤਮ ਕਰਨ ਲਈ ਧਰਮ ਹੀ ਇੱਕ ਰਾਹ ਬਣਦਾ ਹੈ। ਤੇ ਇਕੱਲੇ ਅੰਮ੍ਰਿਤਪਾਲ ਸਿੰਘ ਕਿਵੇਂ ਕਰਨਗੇ? ਨਹੀਂ, ਮੈਂ ਨਹੀਂ ਕਰ ਸਕਦਾ ਇਕੱਲਾ, ਮਹਾਰਾਜ ਸੱਚੇ ਪਾਤਸ਼ਾਹ ਸੇਵਾ ਲੈਣਗੇ। ਦੇਖੋ ਆਪਾਂ ਤੇ ਜਿੰਨੀ ਕੁ ਸੇਵਾ ਸਤਿਗੁਰੂ ਸੱਚੇ ਪਾਤਸ਼ਾਹ ਲੈਣਗੇ ਉਨੀ ਕੁ ਕਰ ਲਾਂਗੇ। ਤੇ ਜੇ ਇਹ ਹਕੂਮਤ ਵੀ ਇਹ ਭੁਲੇਖਾ ਕੱਢ ਦੇ ਵੀ ਨਾ ਤੇ ਮੈਂ ਕੋਈ ਇਕੱਲਾ ਹੈ ਤੇ ਨਾ ਮੇਰੇ ਜਾਣ ਤੋਂ ਬਾਅਦ 'ਚ, ਮੇਰੇ ਆਉਣ ਤੋਂ ਪਹਿਲਾਂ ਵੀ ਸੰਘਰਸ਼ ਚੱਲਦਾ ਸੀ, ਮੇਰੇ ਜਾਣ ਤੋਂ ਬਾਅਦ 'ਚ ਵੀ ਚੱਲੀ ਜਾਣਾ। ਇਹ ਇਸ ਦੀ ਵੀ ਅਕਾਲ ਤੱਕ ਚੱਲਦੇ ਰਹਿਣਾ। ਅਕਾਲ ਤੇ ਅਕਾਲ ਦੀ ਲੜਾਈ ਹੈ। ਪਰ ਤੁਹਾਨੂੰ ਨਹੀਂ ਲੱਗਦਾ ਤੁਹਾਡੇ ਆਉਣ ਦੇ ਨਾਲ, ਤੁਸੀਂ ਪਹਿਲਾਂ ਵੀ ਪੰਜਾਬ ਦਾ ਮਾਹੌਲ ਦੇਖਿਆ, ਤੁਹਾਡੇ ਆਉਣ ਦੇ ਨਾਲ ਮਾਹੌਲ ਇੱਕਦਮ ਬਦਲ ਗਿਆ ਹੈ? ਹਰ ਪਾਸੇ ਅੰਮ੍ਰਿਤਪਾਲ ਦੀ ਚਰਚਾ ਹੋ ਰਹੀ ਹੈ ਤੇ ਹਰ ਪਾਸੇ ਕਈਆਂ ਦੇ ਵਿੱਚ ਇੱਕ ਭੈ ਵੀ ਦੇਖਣ ਨੂੰ ਮਿਲ ਰਿਹਾ ਕਿ ਪਤਾ ਨਹੀਂ ਅੱਗੇ ਪੰਜਾਬ ਦਾ ਮਾਹੌਲ ਕਿਵੇਂ ਹੋਵੇਗਾ, ਮਾਹੌਲ ਵਿਗਾੜ ਦੇਵੇਗਾ ਅੰਮ੍ਰਿਤਪਾਲ ਸਿੰਘ। ਪਹਿਲਾਂ ਹੀ ਮਾਹੌਲ ਮਾੜਾ ਸੀ, ਮੇਰੇ ਆਉਣ ਨਾਲ ਸਿਰਫ ਮਾਹੌਲ ਸ਼ਰੇਆਮ ਹੋ ਗਿਆ, ਪ੍ਰਤੱਖ। ਪਰਦੇ ਦੇ ਪਿੱਛੇ ਕੋਈ ਗੱਲ ਹੁੰਦੀ ਹੈ ਤੇ ਪਰਦਾ ਚੱਕਿਆ ਜਾਂਦਾ ਹੈ। ਮੈਂ ਸਿਰਫ ਆਣ ਕੇ ਪਰਦਾ ਚੱਕਿਆ, ਮੈਂ ਹੋਰ ਕੁਝ ਨਹੀਂ ਕੀਤਾ। ਮੈਂ ਆਣ ਕੇ ਇਹ ਗੱਲ ਕਹੀ ਆ ਵੀ ਉਹ ਕਹਿੰਦੇ ਵੀ ਨੌਜਵਾਨਾਂ ਨੂੰ ਮਰਾ ਦਿਓ, ਤੇ ਮੈਂ ਸਵਾਲ ਇਹੋ ਹੀ ਪੁੱਛਿਆ ਉਹਨੇ ਵੀ ਜਿਹੜੇ ਹੁਣ ਮਰ ਰਹੇ ਨੇ ਉਹਨਾਂ ਨੂੰ ਕੌਣ ਮਰਾ ਰਿਹਾ? ਬਗੈਰਤੀ ਦੀ ਮੌਤ ਮਾਰ ਰਹੇ ਨੇ, ਘਰਦਿਆਂ ਨੂੰ ਕੁੱਟਦੇ ਨੇ, ਮਾਰਦੇ ਨੇ, ਹੋ ਕੇ ਟੀਕੇ ਲਾਉਂਦੇ ਨੇ। ਸਰਕਾਰਾਂ ਨਹੀਂ ਬੰਦ ਕਰ ਸਕਦੀਆਂ ਨਸ਼ਾ, ਸਰਕਾਰਾਂ ਬੇਅਦਬੀ ਨਹੀਂ ਰੋਕ ਸਕਦੀਆਂ। ਜੇ ਸਰਕਾਰਾਂ ਨੇ 24 ਘੰਟਿਆਂ 'ਚ ਬੇਅਦਬੀ ਵਾਲੇ ਨੂੰ ਸੋਧਣ ਵਾਲੇ ਬੰਦੇ ਫੜ ਲਏ, ਕੱਲ੍ਹ 24 ਘੰਟੇ ਲੱਗੇ, ਤੇ 7 ਸਾਲਾਂ 'ਚ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਜਾ ਸਕਦਾ। ਇੱਕ ਤੇ ਹਕੂਮਤ ਦੀ ਇੱਕ ਸਭ ਤੋਂ ਵੱਡੀ ਜਿਹੜੀ ਨਾ, ਉਹਨੇ ਆਪਣੀ ਡੋਮੀਨੈਂਸ ਇਸ ਤਰੀਕੇ ਨਾਲ ਖੜੀ ਕਰ ਲਈ ਵੀ ਅਸੀਂ ਤੁਹਾਨੂੰ 30 ਸਾਲ ਤੱਕ ਕੋਰਟਾਂ 'ਚ ਰੋਲ ਦਈਏ, ਤੁਸੀਂ ਫਿਰ ਵੀ ਜਸਟਿਸ ਸਿਸਟਮ ਤੇ ਬਿਲੀਵ ਕਰਨਾ। ਇਹ ਕਿਉਂ ਭਾਈ? ਕੋਈ ਸੇਕਰਡ ਵਰਡ ਹੈ ਜਸਟਿਸ ਸਿਸਟਮ ਦੇ ਕੋਲ? ਨਹੀਂ। ਇਸ ਕਰਕੇ ਹਰ ਕੌਮ ਕੋ ਅਧਿਕਾਰ ਹੈ, ਜਦੋਂ ਉਹਨੂੰ ਫਿਰ ਇੱਦਾਂ ਲਤਾੜਿਆ ਜਾਂਦਾ ਹੈ ਉਹ ਆਪਣਾ ਹੱਕ ਲੈਣਾ ਜਾਣਦੀ ਹੈ। ਇਹ ਮਨੁੱਖੀ ਅਧਿਕਾਰ ਹੈ। ਤੁਸੀਂ ਅਚਾਨਕ ਜਿਵੇਂ ਆਏ ਹੋ, ਇਹ 3 ਮਹੀਨਿਆਂ ਦੇ ਅੰਦਰ ਅੰਮ੍ਰਿਤਪਾਲ ਦੀ ਗੱਲ ਹੋ ਰਹੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਕਿੱਥੇ ਸੀ ਕਿਸੇ ਨੂੰ, ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਸੀ। ਸਾਡੇ ਵਰਗੇ ਹੋਰ ਤੁਹਾਡੇ ਫੇਸਬੁੱਕ ਤੇ ਪੇਜ ਦੇਖ ਰਹੇ ਨੇ, ਤੁਹਾਡਾ ਟਵਿੱਟਰ ਬਲੌਕ ਕੀਤਾ ਗਿਆ ਹੈ। ਅਸੀਂ ਹੁਣ ਤੁਹਾਡੇ ਪੁਰਾਣੇ ਲਾਈਵ ਦੇਖ ਰਹੇ, ਅਸੀਂ ਹੁਣ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਹਾਨੂੰ ਲੱਗਦਾ ਤੁਸੀਂ ਕਈ ਲੋਕਾਂ ਦੇ ਲਈ ਇੱਕ ਚੈਲੰਜ ਬਣ ਕੇ ਉੱਭਰੇ ਹੋ ਕਿ ਕੌਣ ਹੋ ਤੁਸੀਂ? ਮਤਲਬ ਅਚਾਨਕ 3 ਮਹੀਨਿਆਂ 'ਚ ਕਿੱਥੋਂ ਆਏ ਹੋ? ਤੇ ਅਚਾਨਕ 3 ਮਹੀਨਿਆਂ 'ਚ ਹਰ ਪੰਜਾਬੀ ਦੀ ਜ਼ੁਬਾਨ ਤੇ, ਜਾਂ ਉਹ ਲੋਕ ਜਿਹੜੇ ਪੰਜਾਬ ਹਿਤੈਸ਼ੀ ਨੇ, ਉਹ ਲੋਕ ਜਿਹੜੇ ਪੰਜਾਬ ਨੂੰ ਜਾਣਨਾ ਸਮਝਣਾ ਚਾਹੁੰਦੇ ਨੇ, ਉਹਨਾਂ ਦੇ ਮਤਲਬ ਮੂੰਹ ਤੇ ਅੰਮ੍ਰਿਤਪਾਲ ਸਿੰਘ ਦਾ ਨਾਮ ਹੈ। ਦੇਖੋ, ਮੈਂ ਕੋਈ ਨਵੀਂ ਗੱਲ ਨਹੀਂ ਕੀਤੀ, ਮੈਂ ਗੱਲਾਂ ਉਹੀ ਕੀਤੀਆਂ ਜਿਹੜੇ ਸਾਰੇ ਕਰਦੇ ਸੀ। ਪਰ ਕਿਸੇ ਨੇ ਇਹ ਗੱਲ ਬਲੰਟਲੀ ਨਹੀਂ ਸੀ ਕੀਤੀ, ਕਿਸੇ ਨੇ ਦੋਸ਼ੀ ਨੂੰ ਦੋਸ਼ੀ ਨਹੀਂ ਸੀ ਕਿਹਾ, ਬਾਬਰ ਨੂੰ ਜਾਬਰ ਨਹੀਂ ਸੀ ਕਹਿੰਦੇ ਸੀ ਲੋਕ ਇੱਥੇ। ਸੋ ਇਹ ਆ ਵੀ ਬਹੁਤ ਲੋਕਾਂ ਨੇ ਮੇਰੇ ਆਉਣ ਤੋਂ ਪਹਿਲਾਂ ਬੁਨਿਆਦ ਧਰੀ ਹੈ, ਪਰ ਮੈਂ ਤੇ ਪੈਰ ਰੱਖ ਲਿਆ ਕਿ ਮੇਰੀ ਪ੍ਰਾਪਤੀ ਨਹੀਂ ਹੈਗੀ। ਜਿਨ੍ਹਾਂ ਲੋਕਾਂ ਨੇ ਪਿਛਲੇ 20-25 ਸਾਲ ਤੋਂ ਸੰਘਰਸ਼ ਨੂੰ ਜਾਰੀ ਰੱਖਿਆ, ਜਿਉਂਦੇ ਰੱਖਿਆ, ਉਹਨਾਂ ਦੀ ਪ੍ਰਾਪਤੀ ਹੈ। ਮੈਨੂੰ ਤੇ ਪਲੇਟਫਾਰਮ ਮਿਲ ਗਿਆ। ਉਹ ਕਹਿੰਦੇ ਨਾ, ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ, ਉਹਦੇ ਹੱਥ 'ਚ ਵਡਿਆਈ ਕਿਹਨੂੰ ਬਖਸ਼ਣੀ ਹੈ, ਉਹਨੇ ਕਿਹਨੂੰ ਜਿਹੜਾ ਤਿਲਕ ਲਾ ਦੇਣਾ, ਕਿਹਨੂੰ ਨਹੀਂ ਲਾਉਣਾ, ਇਹ ਉਹਦੇ ਹੱਥ ਵਿੱਚ ਸਾਰਾ ਕੁਝ। ਤੁਹਾਨੂੰ ਸਰਕਾਰਾਂ ਦੇ ਏਜੰਟ ਵੀ ਕਿਹਾ ਜਾਂਦਾ ਹੈ, ਇਹ ਕਿਹਾ ਜਾਂਦਾ ਹੈ ਅੰਮ੍ਰਿਤਪਾਲ ਸਿੰਘ ਏਜੰਸੀਆਂ ਦਾ ਬੰਦਾ ਹੈ, ਇਹ ਕਿਉਂ? ਨਹੀਂ, ਉਹ ਨਾ ਇੱਕ ਹਿਊਮਨ ਨੇਚਰ ਹੈ। ਜਦੋਂ ਕੋਈ ਚੀਜ਼ ਆਪਾਂ ਨੂੰ ਪਹਿਲਾਂ ਨਾ ਜਿੱਦਾਂ ਭੂਤਾਂ ਪ੍ਰੇਤਾਂ ਦੀ ਗੱਲ ਹੁੰਦੀ ਹੈ,
ਜਦੋਂ ਕੋਈ ਚੀਜ਼ ਸਮਝਣ ਤੋਂ ਬਾਹਰ ਹੋ ਜਾਂਦੀ ਆਪਾਂ ਸਮਝਦੇ ਵੀ ਕੋਈ ਈਸਾਈਅਤ ਨੇ ਸ਼ੈਤਾਨ ਖੜਾ ਕਰ ਲਿਆ ਵੀ ਪਾਪ ਕਿਉਂ ਹੁੰਦੇ, ਉਹ ਕਹਿੰਦੇ ਸ਼ੈਤਾਨ ਕਰਾਉਂਦਾ, ਕਿਉਂਕਿ ਸਮਝਣ ਦਾ ਵਿਸ਼ਾ ਨਹੀਂ ਸੀ ਹੈਗਾ। ਇੱਦਾਂ ਹੀ ਸਾਡੇ ਲੋਕਾਂ ਦੇ ਵਿੱਚ ਇੱਕ ਆਦਤ ਬਣ ਗਈ ਹੈ ਵੀ ਜਿਹੜਾ ਬੰਦਾ ਇੰਨੀ ਨਿਡਰਤਾ ਤੇ ਇੰਨੀ ਮਤਲਬ ਵਿਦਆਊਟ ਐਨੀ ਫਿਲਟਰ ਬੋਲ ਰਿਹਾ, ਜਿਹੜਾ ਕੌਨਸੀਕੁਐਂਸਸ ਦੀ ਪਰਵਾਹ ਨਹੀਂ ਕਰਦਾ, ਉਹ ਬੰਦਾ ਆਪਣੇ ਸਿਰ ਬਸਿਰ ਨਹੀਂ ਕੁਝ ਕਰ ਸਕਦਾ। ਦੀਪ ਨਾਲ ਵੀ ਇਹ ਗੱਲ ਵਾਪਰੀ ਹੈ, ਸੰਤ ਭਿੰਡਰਾਣਿਆਂ ਨੇ ਕਿੰਨਾ ਚਿਰ ਲੰਮਾ ਸਮਾਂ ਇਹ ਗੱਲ ਵਾਪਰਦੀ ਬਾਅਦ 'ਚ ਉਹਨਾਂ ਬਾਰੇ ਕਿਹਾ ਗਿਆ ਕਿ ਉਹ ਵੀ ਸਰਕਾਰਾਂ ਦੇ ਹੱਥ ਖੇਡ ਗਏ। ਹਾਂ, ਹੁਣ ਕਹਿੰਦੇ ਰਹੇ ਵੀ ਉਹ ਵੀ ਸਰਕਾਰਾਂ ਦੇ ਹੱਥ, ਅਜੇ ਤੱਕ ਕਹੀ ਜਾਂਦੇ ਕਈ ਲੋਕ ਹੈ। ਈਵਨ ਤੋਂ ਮੌਕੇ ਦੇ ਉੱਤੇ ਅਕਾਲੀ ਦਲ ਨੇ ਵੀ ਉਹਨਾਂ ਦੇ ਕਾਂਗਰਸੀ ਹੋਣ ਦਾ ਦੋਸ਼ ਲਾਇਆ ਸੀ। ਤੇ ਇਹ ਦੋਸ਼ ਕਿਉਂ ਇਹ ਗੱਲਾਂ ਵੀ ਅਜੇ ਲੋਕਾਂ ਦੇ ਜ਼ਿਹਨ 'ਚ ਨੇ। ਹਾਂ, ਉਹ ਜ਼ਿਹਨ 'ਚ ਪਤਾ ਕਿਉਂ ਰਹਿੰਦੀਆਂ ਨੇ? ਐਕਸਟ੍ਰੀਮ ਚੇਂਜਸ ਜਿਹੜਾ ਹੈ ਨਾ, ਉਹਦੀ ਐਕਸਪਲੇਨੇਸ਼ਨ ਬਹੁਤੀ ਕੋਈ ਸੌਖੀ ਨਹੀਂ ਹੁੰਦੀ। ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਆਇਆ ਨਾ, ਔਰ ਜਿਹੜੀ ਫੋਰਸ ਨਾਲ ਉਹ ਆਇਆ, ਪੰਜਾਬ 'ਚ ਬੈਠੇ ਸਿੱਖਾਂ ਨੂੰ ਇਨਸਿਕਿਉਰਿਟੀ ਹੋ ਗਈ ਸੀ ਕਿ ਅਸੀਂ ਤਾਂ ਮੁਗਲਾਂ ਨਾਲ ਮਾੜਾ ਮੋਟਾ ਸਮਝੌਤਾ ਕਰੀ ਬੈਠੇ, ਸਾਨੂੰ ਮਰਾ ਦੂ ਆਣ ਕੇ। ਔਰ ਐਕਸਟ੍ਰੀਮ ਚੇਂਜਸ ਜਿਹੜੇ ਓਵਰਨਾਈਟ ਹੁੰਦੇ ਨੇ ਵਾਪਰਦੇ ਕੋਈ ਵਰਤਾਰੇ, ਉਹਨਾਂ ਦੇ ਉੱਤੇ ਬਹੁਤੇ ਬੰਦੇ ਜਾਂ ਤੇ ਇਗਨੋਰੈਂਟ ਬਣ ਜਾਂਦੇ ਨੇ ਜਾਂ ਉਹਨਾਂ ਬੰਦਿਆਂ ਨੂੰ ਸਮਝ ਲੈਂਦੇ ਨੇ ਵੀ ਇਹ ਪ੍ਰੋਪਰ ਪਲੈਨਿੰਗ ਨਾ ਹੋ ਰਿਹਾ। ਹੁਣ ਗੱਲ ਤੇ ਇਹ ਉਹਨਾਂ ਦੀ ਲੱਗਦੀ ਆ ਵੀ ਦੇਖੋ ਜੀ ਇਹ ਰਾਤੋਂ ਰਾਤ ਇਹਨੂੰ ਕਿਉਂ ਮਤਲਬ ਪ੍ਰਮੋਟ ਕੀਤਾ ਜਾ ਰਿਹਾ। ਪ੍ਰਮੋਟ ਕਦਾ ਕੀਤਾ ਜਾ ਰਿਹਾ? ਮੇਰੇ ਖਿਲਾਫ ਬਿਆਨ ਹੋਏ, ਮੈਨੂੰ ਇਨਕੁਆਇਰੀ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ, ਹੈ ਸਾਰਾ ਕੁਝ ਕੀਤਾ ਗਿਆ। ਹੁਣ ਮੇਰੇ ਖਿਲਾਫ ਕੁਛ ਨਿਊਜ਼ ਚੈਨਲਸ ਨੇ ਘੰਟੇ 'ਚ 48 ਖਬਰਾਂ ਚਲਾਤੀਆਂ ਸਰ ਮੇਰੇ ਖਿਲਾਫ, ਟਾਈਟਲ ਇੰਨੇ ਡੇਂਜਰਸ ਦਿੱਤੇ। ਹੁਣ ਮੈਂ ਤੇ ਨਹੀਂ ਉਹਨਾਂ ਨੂੰ ਕਿਹਾ ਵੀ ਇਹ ਕੰਮ ਕਰੋ ਤੁਸੀਂ। ਤਾਂ ਇਹ ਕਿਉਂ ਵਾਪਰਦਾ? ਕਈ ਵਾਰ ਜਦੋਂ ਤੁਸੀਂ ਕਿਸੇ ਬੰਦੇ ਦਾ ਲੋੜ ਤੋਂ ਜ਼ਿਆਦਾ ਵਿਰੋਧ ਕਰਦੇ ਜੋ, ਉਹ ਵਿਰੋਧ ਵੀ ਜਿਹੜਾ ਨਾ ਉਹ ਵੀ ਇੱਕ ਬੰਦੇ ਨੂੰ ਸਟੈਬਲਿਸ਼ ਤੇ ਕਰਦਾ ਹੀ ਹੈ ਨਾ। ਹਾਂ, ਇਹ ਗੱਲ ਹੋਈ ਹੈ। ਔਰ ਦੂਜੀ ਗੱਲ ਇਹ ਹੈ ਵੀ ਵੈਕਿਊਮ ਬਹੁਤ ਹੈ ਪੰਜਾਬ ਦੇ ਵਿੱਚ। ਉਸ ਵੈਕਿਊਮ ਨੂੰ ਤੁਸੀਂ ਆ ਕੇ ਭਰਿਆ, ਜਿਵੇਂ ਅਕਾਲੀ ਦਲ, ਐਸਜੀਪੀਸੀਆਂ, ਹੋਰ ਸਿੱਖ ਜਥੇਬੰਦੀਆਂ ਨੇ, ਸਿੱਖ ਸੰਸਥਾਵਾਂ ਨੇ, ਉਹ ਇੱਕ ਲੀਡਰ ਨਹੀਂ ਦੇ ਪਾਈਆਂ, ਉਹ ਸਿੱਖਾਂ ਨੂੰ ਨਾਲ ਨਹੀਂ ਲੈ ਕੇ ਜਾ ਪਾਈਆਂ। ਸਿੱਖ ਲੀਡਰਸ਼ਿਪ ਡਿਸਕੁਆਲੀਫਾਈਡ ਹੋ ਗਈ ਸੀ ਬਹੁਤ ਲੰਮੇ ਸਮੇਂ ਤੋਂ, ਬਰਗਾੜੀ ਮੋਰਚਿਆਂ ਤੋਂ ਬਾਅਦ 'ਚ ਹੈ। ਔਰ ਕਿਸਾਨੀ ਮੋਰਚੇ ਦੇ ਵਿੱਚ ਸਿੱਖ ਲੀਡਰਸ਼ਿਪ ਨਹੀਂ ਸੀ ਅੱਗੇ ਆਈ। ਜਿਹੜੇ ਨੌਜਵਾਨ ਅੱਗੇ ਆਏ ਸੀ ਉਹਨਾਂ ਨੂੰ ਐਜ਼ ਅ ਸਿੱਖ ਐਕਸੈਪਟ ਨਹੀਂ ਸੀ ਕੀਤਾ। ਚਲੋ ਆਪਾਂ ਇਹ ਬਹਾਨਾ ਕੱਢਦੇ ਸੀ ਵੀ ਦੀਪ ਨੇ ਕੇਸ ਨਹੀਂ ਸੀ ਰੱਖਿਆ, ਅੰਮ੍ਰਿਤ ਨਹੀਂ ਸੀ ਛਕਿਆ, ਹੈ ਨਾ, ਉਹ ਸਿੱਖਾਂ ਦਾ ਲੀਡਰ ਨਹੀਂ ਬਣ ਸਕਦਾ। ਹੁਣ ਮੇਰੇ ਵਾਰੀ ਤੋਂ ਬਹਾਨਾ ਨਹੀਂ ਚੱਲਦਾ, ਪਰ ਉਹਨਾਂ ਨੇ ਫਿਰ ਨਵਾਂ ਬਹਾਨਾ ਕੱਢ ਲੈਣਾ ਕੋਈ ਨਾ ਕੋਈ। ਔਰ ਇੱਕ ਸੈਗਮੈਂਟ ਰਹੂਗਾ ਸੁਸਾਇਟੀ ਦੇ ਵਿੱਚ, ਜਿਹੜਾ ਸੈਗਮੈਂਟ ਹਮੇਸ਼ਾ ਹੀ ਇਸ ਗੱਲ ਨੂੰ ਕਨਸਪੀਰੇਸੀ ਦੇ ਵਿੱਚ ਵੇਖੂਗਾ। ਕਨਸਪੀਰੇਸੀ ਥਿਓਰਿਸਟ ਹੁੰਦੇ ਨਾ ਜਿਹੜੇ, ਇਹਨਾਂ ਦਾ ਹਰ ਮਸਲੇ 'ਚ ਕਨਸਪੀਰੇਸੀ ਲੱਭਣੀ ਹੈ, ਉਹ ਬੰਦਿਆਂ ਨੇ ਰਹਿਣਾ ਹੀ ਰਹਿਣਾ। ਉਹਨਾਂ ਨੇ ਕੋਈ ਨਵੀਂ ਕਨਸਪੀਰੇਸੀ ਲੱਭ ਲੈਣੀ ਹੈ। ਮੈਂ ਪਰਸੋਂ ਛੱਤ ਤੇ ਕੀਰਤਨ ਸੁਣਦਾ ਸੀ, ਉਹ ਲਾਈਵ ਕਰ ਦਿੱਤਾ ਸੀ ਕਿ ਚਲੋ ਸੰਗਤਾਂ ਵੀ ਸਰਵਣ ਕਰਨ, ਤੇ ਉਹਨਾਂ ਨੇ ਕਹਿਤਾ ਵੀ ਇਹ ਹੁਣ ਦਿਖਾਵਾ ਕਰਦੇ ਨੇ, ਹੱਥ ਧੋਂਦੇ ਆਪਾਂ ਪ੍ਰਸ਼ਾਦ। ਹੁਣ ਸਾਰੀ ਦੁਨੀਆ ਸੈਨੀਟਾਈਜ਼ਰ ਵਰਤ ਰਹੀ ਹੈ 4 ਵਾਰੀ 5 ਵਾਰੀ, ਤੇ ਸਿੱਖ ਤੇ ਬੜੇ ਚਿਰ ਦੇ ਹੱਥ ਹੁੰਦੇ ਆਏ ਆ ਵੀ ਰਹਿਤ ਦਾ ਖਿਆਲ ਕਰਦੇ ਆਏ ਆ, ਤੇ ਉਹ ਉਹਨਾਂ ਨੇ ਕਹਿਤਾ ਵੀ ਜਿਹੜੀ ਸਾਦਾ ਵਾਂਗੂ ਪਖੰਡ ਕਰਨ ਲੱਗ ਪਏ ਨੇ। ਮਤਲਬ ਇਹ ਹੈ ਵੀ ਆਪਣੇ ਕੋਲ ਦੋ ਚੀਜ਼ਾਂ ਨੇ, ਔਰ ਉਹਨੂੰ ਆਪਾਂ ਕਿਵੇਂ ਇੰਟਰਪ੍ਰੀਟ ਕਰਨਾ ਹੈ, ਕਿਵੇਂ ਸਮਝਣਾ ਹੈ, ਉਹ ਆਪਣੇ ਬੰਦੇ ਦੇ ਹੱਥ ਵਸ ਹੁੰਦਾ। ਜਿਹੜੇ ਮੇਰੇ ਵਿਰੋਧੀ ਨੇ, ਮਾਲਕ ਉਹਨਾਂ ਦੇ। ਤੁਹਾਡੇ ਵਿਰੋਧੀ ਤੁਸੀਂ ਆਈਡੈਂਟੀਫਾਈ ਕੀਤਾ ਉਹਨਾਂ ਨੂੰ? ਮੈਂ ਆਈਡੈਂਟੀਫਾਈ ਕੀਤਾ ਵੀ ਜਿਨ੍ਹਾਂ ਦਾ ਲੈਫਟ ਵੱਲ ਥੋੜਾ ਝੁਕਾਅ ਹੈ, ਜਿਹੜੇ ਲਿਬਰਲ ਮਾਈਂਡ ਸੈਟ ਨੂੰ ਲੈ ਕੇ ਬੈਠੇ ਨੇ। ਔਰ ਲਿਬਰਲ ਆਈਡੀਓਲੋਜੀ ਕੋਈ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਆਈਡੀਓਲੋਜੀ ਤੇ ਹੈ ਨਹੀਂ। ਉਹ ਆਈਡੀਓਲੋਜੀ ਦੇ ਪਿੱਛੇ ਵੀ ਸੰਸਾਰ ਪੱਧਰ ਦੀਆਂ ਬਹੁਤ ਵੱਡੀਆਂ ਤਾਕਤਾਂ ਕੰਮ ਕਰਦੀਆਂ ਵੀ ਲਿਬਰਲ ਹੋਣਾ ਕੀ ਹੁੰਦਾ, ਸੈਕੂਲਰਿਜ਼ਮ ਕੀ ਹੈ। ਸੈਕੂਲਰਿਜ਼ਮ ਦੀ ਡੈਫੀਨੇਸ਼ਨ ਹਰ ਮੁਲਕ 'ਚ ਵੱਖ-ਵੱਖ ਹੈ। ਉਹ ਜਿਹੜੇ ਵੀ ਬੰਦੇ ਡਿਸਪਲਿਨ ਨਹੀਂ ਚਾਹੁੰਦੇ ਆਪਣੀ ਲਾਈਫ ਦੇ ਵਿੱਚ, ਜਿਹੜੇ ਬੰਦੇ ਆਪ ਭਗੌੜੇ ਨੇ ਸਿਧਾਂਤ ਤੋਂ, ਉਹਨਾਂ ਨੂੰ ਐਂ ਲੱਗਦਾ ਵੀ ਕੋਈ ਬੰਦਾ ਸਾਨੂੰ ਕੁਐਸਚਨ ਕਿਉਂ ਕਰ ਰਿਹਾ, ਆ ਕੇ ਸਾਨੂੰ ਪੋਜੀਸ਼ਨ 'ਚ ਕਿਉਂ ਪਾ ਰਿਹਾ। ਇਸ ਕਰਕੇ ਇਹ ਸਾਰਾ ਕੁਝ ਵਾਪਰਦਾ। ਉਹਨਾਂ ਨੇ ਰਹਿਣਾ ਹੀ ਮੇਰੇ ਵਿਰੋਧ। ਕੋਈ ਇਹ ਨਹੀਂ, ਨਾਂ ਦਾ ਇੰਪੋਰਟੈਂਟ ਨਹੀਂ ਹੁੰਦਾ, ਉਹਦੇ ਫਿਰ ਚਿਹਰੇ ਬਣ ਜਾਂਦੇ ਨਾ। ਹੁਣ ਮੇਰੇ ਵਿਰੋਧ 'ਚ ਬੰਦਾ ਜਿਹੜਾ ਵਾ ਉਹਨੂੰ ਕਿਸੇ ਨੇ ਪਲਾਨ ਨਹੀਂ ਕੀਤਾ। ਮੈਂ ਇਹ ਗੱਲ ਨਾਲ ਸਹਿਮਤ ਹਾਂ। ਮੈਂ ਨਹੀਂ ਕਹਿੰਦਾ ਉਹ ਏਜੰਸੀਆਂ ਦੇ ਬੰਦੇ ਆ। ਮੈਂ ਇਹ ਗੱਲ ਕਹਿਣਾ ਵੀ ਇੱਕ ਮਾਹੌਲ ਹੈ ਜਿਹਦੇ ਵਿੱਚ ਦੋ ਤਰ੍ਹਾਂ ਖੜਦੀਆਂ ਹੁੰਦੀਆਂ, ਇੱਕ ਸਾਹਮਣੇ ਇੱਕ ਉਹਦੇ ਵਿਰੋਧ 'ਚ ਖੜ ਜਾਂਦੀ ਹੁੰਦੀ ਹੈ। ਤੇ ਇੱਥੇ ਤੇ ਗੁਰੂ ਸਾਹਿਬ ਨੂੰ ਨਹੀਂ ਉਹਨਾਂ ਨੇ ਬਖਸ਼ਿਆ ਵੀ ਗੁਰੂ ਨੂੰ ਭੂਤਨਾ ਦਾ ਬਤਾਲਾ ਤਾਂ ਕਹਿੰਦਾ ਮੈਂ ਕਿਹੜੇ ਖੇਤ ਦੀ ਮੂਲੀ ਹਾਂ, ਮੇਰੇ ਕੋਲ ਕੀ ਔਕਾਤ ਹੈ ਮੇਰੀ। ਇੱਕ ਹੋਰ ਵਿਰੋਧ ਵਾਲੀ ਚੀਜ਼ ਹੈ ਕਿ ਤੁਹਾਨੂੰ ਬਾਹਰੋਂ ਪੈਸਾ ਆ ਰਿਹਾ, ਫੰਡਿੰਗ ਕਿੱਥੋਂ ਹੋ ਰਹੀ ਹੈ, ਸ਼ਸਤਰ ਕਿੱਥੋਂ ਆਏ, ਇਹ ਜੋ ਤਾਮਝਾਮ ਹੈ, ਜੋ ਪੂਰੀ ਸਿਕਿਉਰਿਟੀ ਹੈ, ਜਿਹੜੀ ਫੌਜ ਤੁਹਾਡੀ ਤਿਆਰ ਹੋ ਰਹੀ ਹੈ, ਇਹ ਪੈਸਾ ਕਿੱਥੋਂ ਆ ਰਿਹਾ? ਤੁਸੀਂ ਇੱਥੇ ਅੱਜ ਵੇਖ ਹੀ ਲਿਓ ਕਿ ਜਿਹੜੀ ਸੰਗਤ ਆਉਂਦੀ ਹੈ, ਕੋਈ ਭੇਟਾ ਕਰ ਜਾਂਦਾ, ਕੋਈ ਪੈਸੇ ਦੇਈ ਜਾਂਦਾ, ਤੇ ਜਿਹੜੇ ਵੀ ਆਉਂਦੇ ਨੇ ਸ਼ਰਧਾ ਦੇ ਰੂਪ 'ਚ ਆਪ ਦੇਈ ਜਾਂਦੇ ਨੇ ਪੈਸੇ। ਅਸੀਂ ਇਹ ਝੂਠ ਨਹੀਂ ਬੋਲਦੇ ਵੀ ਕੋਲੋਂ ਲਾ ਰਹੇ। ਤੇ ਸ਼ਸਤਰ ਕਿੱਥੋਂ ਆਏ? ਇਹ ਸ਼ਸਤਰ ਤੇ ਜਿਹੜੇ ਸਿੰਘ ਆਏ ਨੇ ਲਾਇਸੈਂਸੀ, ਉਹਨਾਂ ਦੇ ਆਪਣੇ ਸ਼ਸਤਰ ਨੇ, ਉਹ ਆਪ ਸੇਵਾ 'ਚ ਆਏ ਨੇ ਇੱਥੇ। ਤੁਸੀਂ ਆਪਣੇ ਵੀ ਲਾਇਸੈਂਸੀ ਸ਼ਸਤਰ ਰੱਖੇ ਨੇ? ਨਹੀਂ, ਰੱਖਾਂਗੇ, ਅਜੇ ਰੱਖੇ ਨਹੀਂ। ਮੈਂ ਤਾਂ ਹੁਣ ਆਇਆ, ਮੇਰਾ ਆਧਾਰ ਕਾਰਡ ਹੀ ਨਹੀਂ ਸੀ ਹੈਗਾ ਮੇਰੇ ਕੋਲ। ਮੇਰਾ ਤਾਂ ਆਧਾਰ ਕਾਰਡ ਵੀ ਹੁਣ ਬਣਿਆ ਆ ਕੇ।
ਤੇ ਇੱਥੇ ਵਸਣਾ ਹੈ ਹੁਣ ਤੁਸੀਂ? ਹਾਂ, ਤੇ ਇੱਥੇ ਹੀ ਹੁਣ ਕਿੱਥੇ ਜਾਣਾ ਹੈ ਹੁਣ, ਨਾ ਜਾਣਾ ਹੈ ਨਾ ਜਾਣ ਦੀ ਕੋਈ ਇੱਛਾ ਹੈ ਮੇਰੀ। ਪਹਿਲਾਂ ਵੀ ਕੋਈ ਇੱਛਾ ਨਹੀਂ ਸੀ ਕਿਤੇ ਹੋਰ ਵਸਣ ਦੀ, ਕਿਉਂਕਿ ਮੈਂ ਅੱਗੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਸੀ ਕਿ ਮੁਸ਼ਕਲ ਹਾਲਾਤ ਆਉਂਦੇ ਨੇ, ਆਪਣੀ ਧਰਤੀ ਨਹੀਂ ਛੱਡਣੀ ਚਾਹੀਦੀ। ਇਸ ਧਰਤੀ ਤੇ ਸਾਡੇ ਪੁਰਖਿਆਂ ਨੇ ਬਹੁਤ ਕੁਛ ਕੀਤਾ, ਬਹੁਤ ਲਹੂ ਡੋਲਿਆ, ਤੇ ਇਹਨੂੰ ਇਦਾਂ ਦਾਵਾ ਲਿਖ ਕੇ ਦੇ ਕੇ ਜਾਣਾ ਚੰਗੀ ਗੱਲ ਨਹੀਂ। ਇੱਥੇ ਰਹਿਣਾ ਚਾਹੀਦਾ। ਕੋਈ ਨਹੀਂ, ਸਮਾਂ ਆਊਗਾ, ਮਰਾਂਗੇ ਸਹੀ ਤੇ ਇੱਥੇ ਮਰਾਂਗੇ, ਘੱਟੋ ਘੱਟ ਇਹ ਨਹੀਂ ਸੰਤੁਸ਼ਟੀ ਹੋਊਗੀ। ਬਿਲਕੁਲ। ਅੰਮ੍ਰਿਤਸਰ ਜ਼ਿਲ੍ਹੇ ਦੇ ਜੱਲੂਖੇੜਾ ਪਿੰਡ ਚ ਅਸੀਂ ਹਾਂ ਤੇ ਇਹੀ ਅੰਮ੍ਰਿਤਪਾਲ ਸਿੰਘ ਜੀ ਦਾ ਪਿੰਡ ਹੈ ਤੇ ਇਸੇ ਗੁਰਦੁਆਰਾ, ਹਾਂ, ਜੱਲੂਪੁਰ ਖੇੜਾ, ਤੇ ਗੁਰਦੁਆਰਾ ਸਾਹਿਬ ਚ ਅਸੀਂ ਮੌਜੂਦ ਹਾਂ। ਤੇ ਇਸੇ ਗੁਰਦੁਆਰਾ ਸਾਹਿਬ ਚ ਹੁਣ ਤੁਸੀਂ ਇੱਥੇ ਰਹਿਣ ਦਾ ਪ੍ਰਬੰਧ ਕਰ ਰਹੇ ਹੋ? ਹਾਂਜੀ, ਅਸੀਂ ਕਿਉਂਕਿ ਘਰ ਦੇ ਵਿੱਚ ਛੋਟੀ ਪੈ ਗਈ ਜਗ੍ਹਾ, ਸੰਗਤ ਆਉਂਦੀ ਹੈ ਬਹੁਤ, ਤੇ ਉਹ ਫਿਰ ਘਰ ਘਰ ਹੀ ਹੁੰਦਾ ਹੈ, ਤੇ ਅਸੀਂ ਗੁਰੂ ਦੀ ਹਾਜ਼ਰੀ 'ਚ, ਹਜ਼ੂਰੀ 'ਚ ਜਿਹੜਾ ਵਾ ਸੰਗਤਾਂ ਨੂੰ ਮਿਲਣਾ ਚਾਹੁੰਦੇ ਹਾਂ। ਤੇ ਇਸ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ, ਇਹ ਪਿੰਡ ਤੋਂ ਬਾਹਰ ਗੁਰਦੁਆਰਾ ਸਾਹਿਬ, ਇੱਥੇ ਜ਼ਮੀਨ ਖੁੱਲੀ ਹੈ, ਇੱਥੇ ਪ੍ਰਬੰਧ ਕਰ ਰਹੇ ਹਾਂ। ਜਿਹੜੀ ਕੰਸਟਰਕਸ਼ਨ ਥੋੜੀ ਬਹੁਤੀ ਹੋ ਰਹੀ ਹੈ। ਤੇ ਕਿੰਨੇ ਕੁ ਨੌਜਵਾਨ ਤੁਹਾਡੇ ਨਾਲ ਇੱਥੇ ਰਹਿ ਰਹੇ ਨੇ? 50-100 ਦੇ ਕਰੀਬ ਹੋ ਜਾਂਦੇ ਨੇ ਨੌਜਵਾਨ, ਜਿਹੜੇ ਮੌਕੇ ਇੱਕ ਪੱਕੇ ਨੇ, ਜਿਹੜੇ 100 ਦੇ ਕਰੀਬ। ਬਾਕੀ ਜਿਹੜੇ ਆਉਂਦੀ ਜਾਂਦੀ ਸੰਗਤ ਹੈ, ਉਹ ਕਈ ਵੇਲੇ 500-700 ਹਜ਼ਾਰ ਬੰਦਾ ਆ ਹੀ ਜਾਂਦਾ ਰੋਜ਼। ਤੇ ਅਜੇ ਅਸੀਂ ਪਬਲਿਕਲੀ ਨਹੀਂ ਦੱਸਿਆ ਵੀ ਇੱਥੇ ਆ, ਕਿਉਂਕਿ ਫਿਰ ਜ਼ਿਆਦਾ ਸੰਗਤਾਂ ਆਉਂਦੀਆਂ ਨੇ, ਫਿਰ ਉਹ ਹਰ ਇੱਕ ਨੂੰ ਮਿਲਿਆ ਨਹੀਂ ਜਾਂਦਾ। ਅਸੀਂ ਨਹੀਂ ਚਾਹੁੰਦੇ ਕੋਈ ਖੱਜਲ ਖਵਾਰੀ ਹੋਵੇ। ਆਪਣੀ ਵਹੀਰ ਸ਼ੁਰੂ ਹੋ ਜਾਣੀ ਹੈ 20 ਤਰੀਕ ਤੋਂ, ਉਸ ਤੋਂ ਬਾਅਦ 'ਚ ਅਸੀਂ ਸਾਰੇ ਪੰਜਾਬ ਦੇ ਵਿੱਚ ਜਾਣਾ ਹੈ। ਉਹ ਬਾਹਰਲੇ ਸੂਬਿਆਂ 'ਚ ਵੀ ਜਾਓਗੇ? ਉਹ ਬਾਅਦ 'ਚ ਜਾਵਾਂਗੇ। ਉਹ ਬਾਅਦ 'ਚ ਜਾਓਗੇ, ਪਹਿਲਾਂ ਤੁਸੀਂ ਪੰਜਾਬ? ਪਹਿਲਾਂ ਪੰਜਾਬ ਨੂੰ ਕਵਰ ਕਰਾਂਗੇ, ਫਿਰ ਬਾਅਦ ਜਾਵਾਂਗੇ। ਮੈਂ ਆਖਰੀ ਸਵਾਲ ਫਿਰ ਉਸੇ ਤੇ ਆਉਣਾ ਚਾਹਾਂਗੀ। ਸਰਕਾਰਾਂ ਦਾ ਕਿਸੇ ਤਰ੍ਹਾਂ ਦੀ ਕੋਈ ਗੱਲ, ਤੁਸੀਂ ਇੱਕ ਕਦਮ ਅੱਗੇ ਵਧਾਵੋਗੇ, ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਵੇਗੀ ਤੁਹਾਡੀ, ਤੁਸੀਂ ਇਨੀਸ਼ੀਏਟਿਵ ਲਵੋਗੇ? ਨਹੀਂ, ਅਸੀਂ ਤਾਂ ਦੇਖੋ ਇਨੀਸ਼ੀਏਟਿਵ ਆਪ ਨਹੀਂ ਲੈਣਾ। ਇਹ ਸਰਕਾਰਾਂ ਆਉਣ ਸਾਡੇ ਨਾਲ ਗੱਲ ਕਰ ਲੈਣ, ਵੱਖਰੀ ਗੱਲ ਹੈ। ਕਿਉਂਕਿ ਆਪ ਕਿਉਂ ਨਹੀਂ ਲੈਣਾ? ਅਸੀਂ ਸਰਕਾਰਾਂ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ ਅਜੇ ਤੱਕ। ਸਾਡੇ ਤੇ ਸਰਕਾਰਾਂ ਨੇ ਹਮਲੇ ਕੀਤੇ ਨੇ। ਸਾਨੂੰ ਜਸਟਿਸ ਸਰਕਾਰਾਂ ਨੇ ਨਹੀਂ ਦਿੱਤਾ, ਜਿਹੜੀ ਉਹਨਾਂ ਕੋਲ ਜਿਹੜੀ ਡਿਊਟੀ ਸੀ ਉਹਨਾਂ ਦੀ, ਉਹਨਾਂ ਨਹੀਂ ਨਿਭਾਈ। ਸੋ ਹੁਣ ਅਸੀਂ ਤੇ ਆਪਣਾ ਧਰਮ ਪ੍ਰਚਾਰ ਦਾ ਕੰਮ ਕਰ ਰਹੇ ਹਾਂ। ਇੱਥੇ ਤੇ ਕੋਈ ਨਹੀਂ ਹੈਗਾ ਵੀ ਮਤਲਬ ਇਹ ਸਰਕਾਰਾਂ ਨੂੰ ਮਤਲਬ ਇਹ ਕਈ ਵੇਲੇ ਇਨਸਿਕਿਉਰਿਟੀ ਹੋ ਜਾਂਦੀ ਵੀ ਇਹ ਪਤਾ ਨਹੀਂ ਕੀ ਕਰ ਰਹੇ ਨੇ। ਖੁੱਲੀ ਕਿਤਾਬ ਹੈ, ਕਿਸੇ ਦੀ ਕੋਈ ਚੈਕਿੰਗ ਕਰਕੇ ਨਹੀਂ ਲਗਾਉਣੇ। ਇੱਥੇ ਸਾਰੇ ਆਉਂਦੇ ਨੇ, ਜਿਹੜਾ ਮਰਜ਼ੀ ਆ ਸਕਦਾ, ਜਿਹੜਾ ਮਰਜ਼ੀ ਗੱਲ ਕਰ ਸਕਦਾ, ਪਰ ਗੱਲ ਸਮਝੌਤਾ ਨਹੀਂ ਕਰਨਾ, ਸਮਝੌਤਾਵਾਦੀ ਨਹੀਂ। ਤੁਸੀਂ ਪੰਜਾਬ ਦਾ ਮਾਹੌਲ ਠੀਕ ਕਰਨ ਆਏ ਹੋ ਦੁਬਈ ਤੋਂ ਇੱਥੇ ਪੰਜਾਬ? ਉਹ ਤੇ ਦੇਖੋ ਬੰਦੇ ਦਾ ਨਜ਼ਰੀਆ ਹੈ। ਜੇ ਕੋਈ ਨੌਜਵਾਨ ਨਸ਼ਾ ਛੱਡ ਕੇ ਸੰਘਰਸ਼ ਦੇ ਰਾਹ ਤੇ ਤੁਰ ਕੇ ਸ਼ਹੀਦੀ ਪਾ ਲੈਂਦਾ, ਕੋਈ ਤੇ ਸ਼ਹੀਦੀ ਨੂੰ ਚੜ੍ਹਦੀ ਕਲਾ 'ਚ ਲੈਂਦਾ, ਕੋਈ ਸ਼ਹੀਦੀ ਨੂੰ ਇੱਕ ਨੁਕਸਾਨ ਦੇ ਵਜੋਂ ਵੀ ਲੈ ਸਕਦਾ। ਸੋ ਇਹ ਤੇ ਬੰਦੇ ਦੀ ਆਪਣੀ ਸਮਝਣ ਦੀ ਕਪੈਸਿਟੀ ਡਿਪੈਂਡ ਕਰਦਾ। ਪਰ ਮੈਨੂੰ ਐਂ ਲੱਗਦਾ, ਮੈਂ ਤੁਸੀਂ ਕਹਿ ਰਹੇ ਹੋ ਬਿਨਾਂ ਸ਼ਹੀਦੀ ਤੋਂ ਪੰਜਾਬ ਦਾ ਮਾਹੌਲ ਠੀਕ ਨਹੀਂ ਹੋ ਸਕਦਾ। ਬਿਨਾਂ ਸ਼ਹਾਦਤ ਤੋਂ ਵਹਿਣ ਨਹੀਂ ਉਲਟੇ ਪੈਂਦੇ ਹੁੰਦੇ। ਸ਼ਹਾਦਤ ਇੱਕੋ ਇੱਕ ਐਸਾ ਜ਼ਰੀਆ ਹੈ ਸੰਸਾਰ ਦੇ ਉੱਤੇ ਜਿਹੜਾ ਵਹਿਣ ਮੋੜ ਸਕਦਾ। ਜੋ ਤੁਹਾਡੇ ਨਾਲ ਨੌਜਵਾਨ ਜੁੜੇ ਨੇ, ਪਰਪੱਖ ਨੇ ਇਸ ਨੂੰ ਲੈ ਕੇ? ਦੇਖੋ ਉਹ ਤਾਂ ਸਮੇਂ ਨੇ ਪਤਾ ਕਰਨਾ, ਪਰ ਨੌਜਵਾਨ ਨਾਮ ਬਾਣੀ ਨਾਲ ਜੁੜੇ ਨੇ। ਜਿਹੜੇ ਘਰ ਛੱਡ ਕੇ ਆਏ ਨੇ ਤੇ ਪਰਪੱਖੀ ਨੇ ਤੇ ਆਏ ਨੇ, ਕਿਉਂਕਿ ਇਹਨਾਂ ਨੂੰ ਵੀ ਦਿਖਦਾ ਹੈ ਵੀ ਇੱਥੇ ਕੋਈ ਐਸਾ ਤਾਂ ਨਹੀਂ ਹੈਗੇ ਵੀ ਕਿਸੇ ਸਾਧ ਦੇ ਡੇਰੇ ਜਾ ਕੇ ਬੈਠ ਕੇ ਤਾਂ ਕੋਈ ਮਸਤੀਆਂ ਕਰਨੀਆਂ ਨੇ। ਇੱਥੇ ਸੇਵਾ ਬੜੀ ਕਰੜੀ ਹੈ। ਸੋ ਚੰਗੀ ਗੱਲ ਹੈ, ਮਹਾਰਾਜ ਕਿਰਪਾ ਕਰਨ। ਮੈਂ ਤਾਂ ਕਹਿੰਦਾ ਵੀ ਜਿਹੜੇ ਵੀ ਨੌਜਵਾਨ ਨੇ, ਨੌਜਵਾਨਾਂ ਦੇ ਵਿੱਚ ਹਮੇਸ਼ਾ ਨੌਜਵਾਨਾਂ ਨੂੰ ਪਿੱਠ ਵਿਖਾਉਂਦੇ ਕਦੇ ਵੀ। ਪਿੱਠ ਹਮੇਸ਼ਾ ਹੀ ਜਾਂ ਤੇ ਆਗੂ ਵਿਖਾ ਜਾਂਦਾ, ਤੇ ਨੌਜਵਾਨ ਤੇ ਜਿਹੜਾ ਵਾ ਉਹਨਾਂ ਨੇ ਹਮੇਸ਼ਾ ਸਿਰ ਦਿੱਤੇ ਹੀ ਆ। ਹਮੇਸ਼ਾ ਜਿੰਨੀ ਵਾਰ ਵੀ ਆਵਾਜ਼ ਦਿੱਤੀ, ਉਹਨਾਂ ਨੇ ਆ ਕੇ ਆਪਣਾ ਸਿਰ ਦੇਣ ਤੋਂ ਪਿੱਛੇ ਨਹੀਂ ਹਟੇ। ਇਹ ਆ ਵੀ ਜਿਹੜੇ ਆਗੂ ਹੁੰਦੇ ਕਿਸੇ ਵੇਲੇ ਭੜਕ ਜਾਂਦੇ। ਮਹਾਰਾਜ ਸਾਡੇ ਕੋਲ ਸਾਨੂੰ ਬਖਸ਼ਾਉਣ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰਾਂ ਤੇ। ਹੋਰ ਅਰਦਾਸ ਬੇਨਤੀ ਹੈ ਵੀ ਸਾਨੂੰ ਉਹ ਡੋਲਣ ਤੋਂ ਬਚਾਉਣ, ਆਪਣੇ ਜਿਹੜੀ ਆ ਭਾਣੇ ਦੇ ਵਿੱਚ ਹੀ ਜੀਵਨ ਜਿਹੜਾ ਬਤੀਤ ਹੋਵੇ। ਜਰਨੈਲ ਸਿੰਘ ਭਿੰਡਰਾਂਵਾਲੇ ਵਰਗਾ ਤੁਹਾਡਾ ਰੂਪ ਕਿਹਾ ਜਾਂਦਾ, ਭਿੰਡਰਾਂਵਾਲੇ 2.0 ਤੁਹਾਨੂੰ ਕਿਹਾ ਜਾਂਦਾ ਹੈ, ਤੇ ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਕਈ ਕਹਿੰਦੇ ਨੇ ਤੁਸੀਂ ਜਾਣ ਬੁੱਝ ਕੇ ਉਸ ਤਰ੍ਹਾਂ ਦਾ ਜੋ ਲੁੱਕ ਹੈ ਰੱਖ ਰਹੇ ਹੋ। ਨਹੀਂ, ਮੇਰਾ ਤਾਂ ਸਵਾਲ ਉਹਨਾਂ ਲੋਕਾਂ ਨੂੰ ਹੈ, ਜੇ ਮੈਂ ਕੋਈ ਵਿਦੇਸ਼ੀ ਪਹਿਰਾਵਾ ਪਾ ਲਿਆ ਹੋਵੇ ਤੇ ਮੈਨੂੰ ਕਿਹਾ ਜਾ ਸਕਦਾ ਤੂੰ ਕਿਸੇ ਦੀ ਨਕਲ ਕਰ ਰਿਹਾ। ਮੈਂ ਉਹ ਪਹਿਰਾਵਾ ਪਾਇਆ ਜਿਹੜਾ ਸਾਡਾ ਹੈ। ਮੈਂ ਕਿਸੇ ਨੂੰ ਸਵਾਲ ਕਰ ਸਕਦਾ ਜਿਹੜਾ ਪੈਂਟ ਕਮੀਜ਼ ਪਾਈ ਫਿਰਦਾ ਵੀ ਤੂੰ ਇਹ ਕਿਉਂ ਪਾਇਆ। ਹੁਣ ਇਹ ਪਹਿਰਾਵਾ ਟਕਸਾਲ ਦਾ ਹਰ ਮੁਖੀ ਪਾਉਂਦਾ ਹੈ, ਪਰ ਉਹ ਕਹਿੰਦੇ ਅਚਾਨਕ ਤੁਸੀਂ ਇਹ ਪਹਿਰਾਵਾ ਪਾਉਣਾ ਸ਼ੁਰੂ ਕਰ ਦਿੱਤਾ। ਨਹੀਂ, ਅਚਾਨਕ ਨਹੀਂ, ਮੈਂ ਪਾਉਂਦਾ ਸੀ। ਅੰਮ੍ਰਿਤ ਛਕ ਲਿਆ ਨਾ। ਅੰਮ੍ਰਿਤ ਛਕਣ ਤੋਂ ਬਾਅਦ 'ਚ ਮੈਂ ਇਹ ਫੈਸਲਾ ਕੀਤਾ ਵੀ ਮੈਂ ਉਹ ਨਹੀਂ ਹੈਗਾ ਵੀ ਅੱਜ ਕੁਛ ਤੇ ਕੱਲ ਕੁਛ। ਇੱਕ ਜਦੋਂ ਜੀਵਨ ਦੇ ਵਿੱਚ ਕੋਈ ਧਿਰ ਧਾਰ ਲਈਏ ਤੇ ਫਿਰ ਉਹ ਤੇ ਚੱਲਣਾ ਚਾਹੀਦਾ ਨਾ। ਕੋਈ ਵਚਨ ਕਰ ਲਈਏ ਤੇ ਫਿਰ ਉਹਨੂੰ ਨਿਭਾਉਣਾ ਚਾਹੀਦਾ। ਤੇ ਫਿਰ ਜਿਹੜਾ ਪਹਿਰਾਵਾ, ਜੇ ਹੁਣ ਆਪਾਂ ਗੱਲ ਕਰੀਏ ਵੀ ਉੱਦਾਂ ਅਸੀਂ ਇਹ ਰੌਲਾ ਪਾਉਂਦੇ ਫਿਰੀਏ ਵੀ ਸਾਡੇ ਤੇ ਗੁਲਾਮੀ ਹੈ, ਤੇ ਫਿਰ ਉਹ ਉੱਠ ਕੇ ਪੈਂਟ ਕੋਟ ਪਾ ਲੈਣਾ ਕਦੀ। ਜਿਨ੍ਹਾਂ ਨੇ ਗੁਲਾਮੀ ਸਾਡੇ ਤੇ ਪਾਈ ਉਹਨਾਂ ਦਾ ਪਹਿਰਾਵਾ ਹੈ, ਔਰ ਉਹਨਾਂ ਦਾ ਪਹਿਰਾਵੇ ਦੇ ਉੱਤੇ ਕਈ ਦਾਗ ਨੇ ਖੂਨ ਦੇ, ਸਾਡੇ ਤੇ ਨਹੀਂ ਹੈਗੇ। ਇਸ ਪਹਿਰਾਵੇ ਨੇ ਧੀਆਂ ਭੈਣਾਂ ਦੀ ਇੱਜ਼ਤ ਤੇ ਬਚਾਈ ਹੈ। ਇਸ ਪਹਿਰਾਵੇ ਨੇ ਮੁਗਰਾਂ ਤੋਂ ਧੀਆਂ ਭੈਣਾਂ ਛੁਡਾ ਕੇ ਤੇ ਲੈਂਦੀਆਂ। ਇਹਨਾਂ ਪਹਿਰਾਵਿਆਂ ਨੇ ਕਿਸੇ ਦਾ ਜ਼ੁਲਮ ਨਹੀਂ ਕੀਤਾ। ਤੇ ਜਿਹੜੇ ਪੈਂਟ ਕੋਟ ਨੇ, ਜਿਹੜੇ ਦੂਜੇ ਪਹਿਰਾਵੇ ਨੇ,
ਇਹਨਾਂ ਨੇ ਤਾਂ ਦੁਨੀਆ ਦੇ ਕਈ ਕੌਮਾਂ ਨੂੰ ਖਤਮ ਕਰ ਦਿੱਤਾ। ਅਸੀਂ ਕਿਉਂ ਆਪਣੇ ਤੇ ਲੋਕ ਦੇ ਛਿੱਟੇ ਪਵਾਈਏ? ਅਸੀਂ ਆਪਣਾ ਪਹਿਰਾਵਾ ਮਾਣ ਨਾ ਪਾਇਆ, ਇਹ ਨਹੀਂ ਕਿਸੇ ਪ੍ਰਾਪੋਗੰਡੇ ਚੋਂ ਮਾਣ ਨਾਲ। ਔਰ ਦੂਜੀ ਗੱਲ ਇਹ ਹੈ, ਹੁਣ ਮੈਂ ਇਹ ਤਾਂ ਨਹੀਂ ਹੈਗਾ ਵੀ ਮੈਂ ਕੋਈ ਮਤਲਬ ਬਚਪਨ ਦੇ ਵਿੱਚ ਕੋਈ ਦਵਾਈ ਖਾ ਲਈ ਸੀ ਵੀ ਮੇਰਾ ਕੱਦ ਉੱਡਾ ਹੋ ਜੇ, ਮੇਰਾ ਸਰੀਰ ਇਦਾਂ ਦਾ ਹੋ ਜੇ, ਇਹ ਤਾਂ ਗੱਲਾਂ ਹੁੰਦੀਆਂ। ਕਹਿੰਦੇ ਚਾਲ ਢਾਲ ਤੁਸੀਂ ਬਿਲਕੁਲ ਉਸ ਤਰ੍ਹਾਂ ਪਹਿਲਾਂ ਦੀ ਵੀ ਇਦਾਂ ਹੀ, ਪਹਿਲਾਂ ਦੀ ਵੀ ਮੇਰੀ ਚਾਲ ਢਾਲ ਇਦਾਂ ਦੀ ਹੈ। ਔਰ ਕਾਫਲੇ 'ਚ ਚੱਲਣਾ, ਨਾਲ ਸਿੰਘ ਹੋਣੇ ਬਾਣੇ ਵਾਲੇ, ਇਹ ਗੱਲਾਂ ਮੈਨੂੰ ਲੱਗਦਾ ਵੀ ਤੁਹਾਡੀਆਂ ਕੁਝ ਤਸਵੀਰਾਂ ਆਉਂਦੀਆਂ ਨੇ, ਉਸ ਨੂੰ ਫਿਰ ਕੰਪੇਅਰ ਕਰਕੇ ਦਿਖਾਇਆ ਚੰਗੀ ਗੱਲ ਹੈ, ਚੰਗੀ ਗੱਲ ਨਹੀਂ। ਮੈਂ ਇਸ ਗੱਲ ਦਾ ਅੱਗੇ ਵੀ ਕਿਹਾ, ਮਾਣ ਮਹਿਸੂਸ ਕਰਦੇ? ਨਹੀਂ, ਮਾਣ ਨਹੀਂ ਮੈਂ ਮਹਿਸੂਸ ਕਰਦਾ। ਮੈਂ ਇਹ ਗੱਲ ਸਮਝਦਾ ਵੀ ਆਪਾਂ ਨੂੰ ਮਹਾਂਪੁਰਖਾਂ ਦੇ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ, ਕਿਉਂਕਿ ਤੁਲਨਾ ਜਿਹੜੀ ਚੀਜ਼ ਹੈ ਨਾ, ਉਹ ਫਿਰ ਮੇਰੇ ਮਨ ਤੇ ਬੜਾ ਬੋਝ ਪਾਉਂਦੀ ਹੈ ਇੱਕ ਮੌਕੇ ਦੇ ਉੱਤੇ ਆ ਕੇ, ਵੀ ਕਿਉਂਕਿ ਅਸੀਂ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਉਹਨਾਂ ਦੇ ਨਾਲ ਮੇਲ ਨਹੀਂ ਖਾ ਸਕਦੇ। ਸਾਡੇ ਜੀਵਨ 'ਚ ਸਾਡੇ ਕੋਲ ਆਪਣੇ ਗੁਣ ਹੋ ਸਕਦੇ, ਪਰ ਮਹਾਂਪੁਰਖ ਹੋ ਜਾਣਾ, ਬ੍ਰਹਮ ਗਿਆਨੀ ਹੋ ਜਾਣਾ ਸਾਡੇ ਵੱਸ ਦੀ ਗੱਲ ਨਹੀਂ। ਸੋ ਇਹ ਕਰਕੇ ਬੋਝ ਪਾਉਂਦੀ ਹੈ ਮਨ ਤੇ ਗੱਲ। ਮੈਂ ਸੰਗਤਾਂ ਨੂੰ ਅਪੀਲ ਕੀਤੀ ਹੈ ਵੀ ਠੀਕ ਹੈ, ਤੁਹਾਡੇ ਮਨ ਦੀ ਭਾਵਨਾ ਹੋ ਸਕਦੀ ਹੈ, ਪਰ ਆਪਾਂ ਇਹਨਾਂ ਗੱਲਾਂ ਤੋਂ ਗਰੇਜ ਕਰੀਏ। ਕਿਤੇ ਵਿਰੋਧੀ ਇਸ ਗੱਲ ਦਾ ਮੌਕਾ ਬਣਾਉਂਦੇ ਨੇ, ਉਹ ਬੰਦੇ ਜਿਹੜੇ ਸੰਤਾਂ ਦੇ ਆਪ ਵਿਰੋਧੀ ਨੇ, ਹੋਰ ਉਹਨਾਂ ਨੂੰ ਇਹ ਲੱਗਦਾ ਵੀ ਸੰਤਾਂ ਦੇ ਨਾਲ ਨਾ ਮੁਕਾਬਲਾ ਕਰੋ ਜੀ, ਮੁਲਾਂਕਣ ਕਰੋ। ਤੇ ਉਹ ਬੰਦੇ ਪਹਿਲਾਂ ਦੀਪ ਤੇ ਇਹ ਗੱਲਾਂ ਕਰਦੇ ਸੀ। ਹੁਣ ਕਹਿਣ ਨੂੰ ਤਾਂ ਦੇਖੋ ਬਹੁਤ ਕੁਛ ਐਸਾ ਹੈਗਾ ਜਿਹੜਾ ਅਸੀਂ ਹੁਣ ਪਿੱਛੇ ਜਿਹੇ ਨਾ ਮੈਨੂੰ ਤੀਰ ਭੇਟ ਕੀਤਾ ਸੀ ਕਿਸੇ ਨੇ, ਉਹ ਵੀ ਟਕਸਾਲ ਦੇ ਮੁਖੀ ਨੇ ਕੀਤਾ, ਹਾਂ ਬਾਬਾ ਰਾਮ ਸਿੰਘ ਉਹਨਾਂ ਨੇ। ਔਰ ਉਹਨਾਂ ਨੂੰ ਮਰਿਆਦਾ ਦਾ ਕਿਹੜਾ ਨਹੀਂ ਪਤਾ ਹੀ ਹੈ ਸਾਰਾ ਕੁਛ ਉਹਨਾਂ ਨੂੰ, ਪਰ ਉਹਨਾਂ ਨੇ ਤੀਰ ਭੇਟ ਕੀਤਾ ਤੇ ਮੈਂ ਉਹਨਾਂ ਨੂੰ ਉਦੋਂ ਸਵਾਲ ਕੀਤਾ ਵੀ ਰੌਲਾ। ਉਹ ਕਹਿੰਦੇ ਵੀ ਇਹ ਕਾਹਦਾ ਰੌਲਾ ਹੈ, ਵੀ ਇਹ ਤਾਂ ਸ਼ਸਤਰ ਹੈ, ਸਾਰੇ ਰੱਖਦੇ ਆ, ਇਹ ਨਹੀਂ ਕੋਈ ਗੱਲ ਨਹੀਂ। ਪਰ ਮੈਂ ਉਸ ਤੋਂ ਬਾਅਦ 'ਚ ਨਹੀਂ ਰੱਖਿਆ, ਮੈਂ ਕੋਈ ਅਨਨੈਸੈਸਰੀ ਕੰਟਰੋਵਰਸੀ ਨਹੀਂ ਚਾਹੁੰਦਾ। ਹੁਣ ਮੈਂ ਰੱਖੀ ਵੀ ਫਿਰਾਂ ਤਾਂ ਮੈਨੂੰ ਕਿਹੜਾ ਰੋਕ ਲੈਣਾ ਕਿਸੇ ਨੇ। ਪਰ ਹਥਿਆਰਬੰਦ ਨੌਜਵਾਨ ਤੁਹਾਡੇ ਨਾਲ ਜ਼ਰੂਰ ਜਾਂਦੇ ਨੇ ਜਿੱਥੇ ਵੀ ਤੁਸੀਂ ਵਿਚਰਦੇ ਹੋ। ਇਹ ਬਹੁਤ ਖੂਬਸੂਰਤੀ ਦੀ ਗੱਲ ਹੈ ਵੀ ਇੱਥੇ ਸ਼ਸਤਰ ਨੇ। ਹੁਣ ਇੱਥੇ ਕੋਈ ਜਣਾ ਖਣਾ ਆਣ ਕੇ ਤੁਸੀਂ ਬੈਠੇ ਜੋ, ਤੁਹਾਨੂੰ ਕੋਈ ਇਹਨਾਂ ਤੋਂ ਖਤਰਾ ਮਹਿਸੂਸ ਨਹੀਂ ਹੋਣਾ, ਕਿਉਂਕਿ ਇਹ ਨੌਜਵਾਨ ਹਥਿਆਰ ਤੇ ਇਹਨਾਂ 'ਚ ਹੱਥ 'ਚ ਹੋਣੇ ਚਾਹੀਦੇ ਨਾ, ਜਿਹੜੇ ਗੁੱਦੇ ਲੜ ਲੱਗੇ ਨੇ, ਜਾਂ ਉਹਨਾਂ ਦੇ ਹੱਥ 'ਚ ਜਿਹੜੇ ਚਿੱਟਾ ਪੀਂਦੇ ਉਹ ਤੇ ਲਈ ਫਿਰਦੇ ਨੇ। ਇੱਥੇ ਕਿਸੇ ਨੂੰ ਲੁੱਟਣ ਆਉਣਾ ਹੋਵੇ ਉਹ ਤੇ 2 ਨੰਬਰ 'ਚ ਹੀ ਲਈ ਫਿਰਦਾ ਹਥਿਆਰ। ਸੋ ਸਾਡੇ ਤੇ ਇਤਰਾਜ਼ ਕਿਉਂ? ਕਿਉਂਕਿ ਅਸੀਂ ਧਰਮ ਦੇ ਰਾਹ ਤੇ ਤੁਰੇ ਹਾਂ, ਔਰ ਧਰਮ ਦੇ ਰਾਹ ਤੇ ਤੁਰ ਕੇ ਇਹ ਨੌਜਵਾਨਾਂ ਦੇ ਸ਼ਸਤਰ ਚੰਗੇ ਲੱਗਦੇ ਨੇ। ਔਰ ਸ਼ਸਤਰ ਵੀ ਕਿਹੜਾ ਵੀ ਇਹਨਾਂ ਨੇ ਇਲੀਗਲ ਚੁੱਕੇ ਨਹੀਂ, ਲਾਇਸੈਂਸੀ ਸ਼ਸਤਰ ਨੇ ਸਾਰੇ ਇਹਨਾਂ ਦੇ ਕੋਲ, ਤੇ ਹਕੂਮਤ ਨੂੰ ਪਤਾ ਹੀ ਹੈ ਕਿਹੜੇ ਕਿਹੜੇ ਸ਼ਸਤਰ ਨੇ ਇਹਨਾਂ ਕੋਲ। ਇਹ ਕੋਈ ਐਸਾ ਤਾਂ ਨਹੀਂ ਕੋਈ ਮਤਲਬ ਤੋਪਾਂ ਲਈ ਫਿਰਦੇ ਨੇ ਵੀ ਜਿਹੜਾ ਹਕੂਮਤ ਨੂੰ ਖਤਰਾ ਹੈ। ਸੋ ਇਹ ਆ ਵੀ ਆਪਣੀ ਸੁਰੱਖਿਆ ਵਾਸਤੇ, ਆਪਣੇ ਨਾਲ ਤੁਰਦੇ ਜਥੇ ਦੀ ਸੁਰੱਖਿਆ ਵਾਸਤੇ, ਕਿਸੇ ਦੀ ਹੁਣ ਆਪਾਂ ਇੱਥੇ ਕੋਈ ਇਨਸਾਫ ਲੈਣ ਲਈ ਆਵੇ ਤੇ ਆਪਾਂ ਸ਼ਸਤਰਹੀਣ ਤੁਰੇ ਫਿਰ ਕਿਸੇ ਨੂੰ ਕੀ ਇਨਸਾਫ ਦੇਵਾਂਗੇ? ਇਹ ਜ਼ਰੂਰੀ ਹੋ ਜਾਂਦਾ। ਸ਼ਸਤਰ ਮਹਾਰਾਜ ਦਾ ਹੁਕਮ ਹੈ, ਹੁਕਮ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਬਿਲਕੁਲ, ਬਹੁਤ ਬਹੁਤ ਧੰਨਵਾਦ ਅੰਮ੍ਰਿਤਪਾਲ ਸਿੰਘ ਜੀ, ਸਾਡਾ ਗੱਲਬਾਤ ਕੀਤੀ ਹੈ। ਸੋ ਅਸੀਂ ਅੰਮ੍ਰਿਤਸਰ 'ਚ ਮੌਜੂਦ ਆ, ਗੱਲਬਾਤ ਕੀਤੀ, ਕਿਉਂਕਿ ਬਹੁਤ ਸਾਰੇ ਸਵਾਲ ਨੇ ਸੋਸ਼ਲ ਮੀਡੀਆ ਤੇ, ਜਾਂ ਹੋਰ ਕਈ ਸਿੱਖ ਵਿਦਵਾਨ ਵੀ ਕਈ ਸਵਾਲ ਪੁੱਛਦੇ ਸੀ, ਜਾਂ ਕਈ ਸਵਾਲ ਅੰਮ੍ਰਿਤਪਾਲ ਸਿੰਘ ਦੀ ਪਰਸਨੈਲਿਟੀ ਨੂੰ ਲੈ ਕੇ ਚੁੱਕੇ ਜਾਂਦੇ ਸੀ। ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਸਵਾਲਾਂ ਦੇ ਜਵਾਬ ਲੈਣ ਦੀ। ਬਾਕੀ ਇਹਨਾਂ ਨੇ ਬਹੁਤ ਖੋਲ ਕੇ ਜਵਾਬ ਦਿੱਤੇ ਨੇ। ਕਹਿ ਰਹੇ ਨੇ ਕਿ ਅਸੀਂ ਸੰਵਾਦ ਲਈ ਤਿਆਰ ਹਾਂ, ਪਰ ਅਸੀਂ ਖੁਦ ਇਨੀਸ਼ੀਏਟਿਵ ਨਹੀਂ ਲਵਾਂਗੇ। ਸਰਕਾਰ ਅਗਰ ਕਰਨਾ ਚਾਹੁੰਦੀ ਹੈ ਗੱਲਬਾਤ ਇਹਨਾਂ ਨਾਲ ਕਰ ਸਕਦੀ ਹੈ, ਕਿਉਂਕਿ ਇਹ ਜੋ ਲੜਾਈ ਹੈ ਇਹ ਪੰਜਾਬ ਦੇ ਮੁੱਦਿਆਂ ਤੇ ਲੜ ਰਹੇ ਨੇ। ਬੇਰੁਜ਼ਗਾਰੀ, ਡਰੱਗਸ ਦਾ ਮੁੱਦਾ, ਬਰਾਬਰੀ ਦਾ ਮੁੱਦਾ, ਹੱਕਾਂ ਦਾ ਮੁੱਦਾ, ਅਧਿਕਾਰਾਂ ਦਾ ਮੁੱਦਾ, ਉਹਨਾਂ ਦੇ ਲੜਾਈ ਲੜ ਰਹੇ ਨੇ। ਬਾਕੀ ਤੁਸੀਂ ਇਸ ਇੰਟਰਵਿਊ ਬਾਰੇ ਕੀ ਕੁਝ ਕਹਿਣਾ